Hello and welcome to all of you on our YouTube channel that is Balaji Education Point. Today we continue our series of world history. World history ਦੀ series ਦੇ ਵਿੱਚ ਆਪਣੇ two most important topics World War I and World War II ਨੂੰ cover ਕਰ ਲਿਆ ਹੈ। World War I and World War II ਦੇ related total 6 videos ਨੇ ਜਿਸ ਦੇ ਵਿੱਚ first 3 World War I ਦੇ related ਨੇ ਤੇ ਆਖਰੀ 3 ਨੇ ਜੋ World War II ਦੇ related ਨੇ। ਇਹਨਾਂ ਤਿੰਨ ਦੇ ਵਿੱਚ ਫਸਟ 2 ਵੀਡੀਓਜ਼ ਦੇ ਵਿੱਚ ਵਰਲਡ ਵਾਰ 1 ਨੂੰ ਫੁੱਲ ਔਨ ਐਕਸਪਲੇਨ ਕੀਤਾ ਗਿਆ ਹੈ ਸੇਮ ਵਰਲਡ ਵਾਰ 2 ਨੂੰ ਵੀ ਫੁੱਲ ਔਨ ਐਕਸਪਲੇਨ ਕੀਤਾ ਗਿਆ ਹੈ ਫਸਟ 2 ਵੀਡੀਓਜ਼ ਦੇ ਵਿੱਚ ਤੇ ਲਾਸਟ ਜੋ 1 ਵੀਡੀਓ ਹੈ ਆਖਰ ਦੇ ਵਿੱਚ ਜੋ ਆਖਰੀ ਇੱਕ ਵੀਡੀਓ ਹੈ ਉਸ ਦੇ ਵਿੱਚ ਤੁਹਾਡੇ ਲਈ ਐਮਸੀਕਿਊਜ਼ ਪ੍ਰੋਵਾਈਡ ਕਰਵਾਏ ਗਏ ਨੇ ਜੋ ਕਿ ਬਾਇਲੈਂਗੁਅਲ ਨੇ ਇੰਗਲਿਸ਼ ਐਂਡ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਏ ਗਏ ਨੇ ਅਗਰ ਤੁਸੀਂ ਇਹ 6 ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਇਸ ਨੂੰ ਪਹਿਲਾਂ ਚੈੱਕ ਕਰ ਸਕਦੇ ਹੋ ਇਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਵੇਗਾ ਸਾਡੇ ਚੈਨਲ ਉੱਪਰ ਜੋ ਸਬਸਕ੍ਰਾਈਬਰਸ ਨਿਊ ਨੇ ਜੋ ਸਟੂਡੈਂਟਸ ਨਿਊ ਸਾਡੇ ਨਾਲ ਜੁਆਇਨ ਹੋਏ ਨੇ ਉਹਨਾਂ ਨੂੰ ਦੱਸ ਦਈਏ ਕਿ ਜੋ ਆਪਣੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਵਰਲਡ ਵਾਰ ਦੇ ਰਿਲੇਟਡ ਵਰਲਡ ਹਿਸਟਰੀ ਦੇ ਰਿਲੇਟਡ ਉਸ ਦੇ ਵਿੱਚ ਆਪਾਂ 5 ਟੌਪਿਕਸ ਨੇ ਜੋ ਮੋਸਟ ਇੰਪੋਰਟੈਂਟ ਉਹ ਕਵਰ ਕਰਾਂਗੇ ਉਹ ਕਿਹੜੇ ਨੇ ਵਰਲਡ ਵਾਰ 1 ਵਰਲਡ ਵਾਰ 2 ਇਹ ਦੋ ਟੌਪਿਕਸ ਆਪਾਂ ਫੁੱਲ ਔਨ ਡਿਟੇਲ 'ਚ ਕਵਰ ਕਰ ਚੁੱਕੇ ਹਾਂ ਤੇ ਲਾਸਟ ਜੋ ਆਪਣੇ 3 ਟੌਪਿਕ ਰਹਿੰਦੇ ਨੇ ਰਸ਼ੀਅਨ ਰੈਵੋਲੂਸ਼ਨ ਫ੍ਰੈਂਚ ਰੈਵੋਲੂਸ਼ਨ ਐਂਡ ਨੌਨ ਅਲਾਈਨਡ ਮੂਵਮੈਂਟਸ ਜਿਸ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਫ੍ਰੈਂਚ ਰੈਵੋਲੂਸ਼ਨ ਅੱਜ ਦੀ ਜੋ ਵੀਡੀਓ ਹੈ ਫਸਟ ਲੈਕਚਰ ਹੈ ਜੋ ਫ੍ਰੈਂਚ ਰੈਵੋਲੂਸ਼ਨ ਦਾ ਉਸ ਦੇ ਵਿੱਚ ਆਪਾਂ ਨੇ ਫ੍ਰੈਂਚ ਰੈਵੋਲੂਸ਼ਨ ਐਕਚੁਅਲ ਦੇ ਵਿੱਚ ਕੀ ਸੀ ਇਸ ਦੇ ਹੋਣ ਦੇ ਕੀ ਕਾਰਨ ਸੀ ਇਹ ਸਾਰੇ ਆਪਾਂ ਡਿਸਕਸ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਤੇ ਇਸ ਦੇ ਸੈਕੰਡ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਇਸ ਦੇ ਵਿੱਚ ਕੀ ਕੀ ਇਵੈਂਟਸ ਹੋਏ ਸੀਗੇ ਤੇ ਇਸ ਦਾ ਕੀ ਇੰਪੈਕਟ ਪਿਆ ਵਰਲਡ ਦੇ ਉੱਪਰ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਨੇ ਪੜ੍ਹਨਾ ਹੈ ਕਿ ਫ੍ਰੈਂਚ ਰੈਵੋਲੂਸ਼ਨ ਕੀ ਸੀ ਇਸ ਦੇ ਹੋਣ ਦੇ ਕੀ ਕਾਰਨ ਸੀ ਫਰਾਂਸ ਦੀ ਕ੍ਰਾਂਤੀ ਇਹ ਐਸੀ ਕ੍ਰਾਂਤੀ ਸੀ ਜਿਸ ਨੇ ਨਾ ਸਿਰਫ ਫਰਾਂਸ ਦੇ ਉੱਪਰ ਇੱਕ ਇੰਪੈਕਟ ਪਾਇਆ ਬਲਕਿ ਸਾਰੀ ਹੀ ਦੁਨੀਆ ਦੇ ਉੱਪਰ ਬਹੁਤ ਵੱਡਾ ਇੰਪੈਕਟ ਪਾਇਆ ਫ੍ਰੈਂਚ ਰੈਵੋਲੂਸ਼ਨ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫ੍ਰੈਂਚ ਰੈਵੋਲੂਸ਼ਨ ਐਕਚੁਅਲ ਦੇ ਵਿੱਚ ਹੈ ਕੀ ਸੀ ਤਾਂ ਐਕਚੁਅਲ ਦੇ ਵਿੱਚ ਜੋ ਫ੍ਰੈਂਚ ਰੈਵੋਲੂਸ਼ਨ ਸੀ ਉਹ ਇੱਕ 10 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ ਮਤਲਬ ਕਿ 10 ਸਾਲ ਦੇ ਵਿੱਚ ਹੋਣ ਵਾਲੀ ਇੱਕ ਐਸੀ ਘਟਨਾ ਸੀ ਇੱਕ ਐਸਾ ਇਵੈਂਟ ਸੀ ਜਿਸ ਨੇ ਕਿ ਵਰਲਡ ਦੇ ਉੱਪਰ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਬਹੁਤ ਵੱਡਾ ਇੰਪੈਕਟ ਪਾਇਆ ਫ੍ਰੈਂਚ ਰੈਵੋਲੂਸ਼ਨ 1799 ਦੇ ਵਿੱਚ ਸ਼ੁਰੂ ਹੁੰਦੀ ਹੈ ਤੇ 1799 ਦੇ ਵਿੱਚ ਜਾ ਕੇ ਖਤਮ ਹੁੰਦੀ ਹੈ ਮਤਲਬ ਇੱਕ 10 ਸਾਲ ਦੇ ਵਿੱਚ ਹੋਣ ਵਾਲੀ ਘਟਨਾ ਸੀ ਜਿਸ ਨੇ ਨਾ ਸਿਰਫ ਰਾਜਨੀਤਿਕ ਤੇ ਸੋਸ਼ਲ ਸਮਾਜਿਕ ਤੌਰ ਤੇ ਕੱਲੇ ਫਰਾਂਸ ਦੇ ਉੱਪਰ ਅਸਰ ਕੀਤਾ ਬਲਕਿ ਸਾਰੀ ਦੁਨੀਆ ਦੇ ਉੱਪਰ ਹੀ ਅਸਰ ਕੀਤਾ ਫੋਰ ਐਗਜ਼ਾਮਪਲ ਜਿਵੇਂ ਆਪਾਂ ਆਪਣਾ ਪ੍ਰੀਐਂਬਲ ਪੜ੍ਹਦੇ ਹਾਂ ਭਾਰਤ ਦਾ ਉਸ ਦੇ ਪ੍ਰੀਐਂਬਲ ਦੇ ਵਿੱਚ ਇੱਕ 3 ਵਰਡ ਆਉਂਦੇ ਨੇ ਲਿਬਰਟੀ ਇਕੁਐਲਿਟੀ ਐਂਡ ਫ੍ਰੈਟਰਨਿਟੀ ਇਹ ਕਿਸ ਤੋਂ ਲੈ ਗਏ ਨੇ ਇਹ ਤਿੰਨੇ ਵਰਡ ਲੈ ਗਏ ਨੇ ਫ੍ਰੈਂਚ ਰੈਵੋਲੂਸ਼ਨ ਵਿੱਚ ਮਤਲਬ ਕਿ ਆਜ਼ਾਦੀ ਬਰਾਬਰਤਾ ਤੇ ਭਾਈਚਾਰਾ ਇਹ 3 ਕਨਸੈਪਟ ਨੇ 3 ਵਰਡ ਨੇ ਜੋ ਕਿਸ ਤੋਂ ਲੈ ਗਏ ਨੇ ਫ੍ਰੈਂਚ ਰੈਵੋਲੂਸ਼ਨ ਤੋਂ ਇਸ ਪ੍ਰਕਾਰ ਫ੍ਰੈਂਚ ਰੈਵੋਲੂਸ਼ਨ ਦਾ ਦੁਨੀਆ ਦੇ ਹੋਰ ਕਈ ਦੇਸ਼ਾਂ ਉੱਪਰ ਵੀ ਬਹੁਤ ਵੱਡਾ ਇੰਪੈਕਟ ਪਿਆ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਐਕਚੁਅਲ ਦੇ ਵਿੱਚ ਕੀ ਹੋਇਆ ਸੀ ਫ੍ਰੈਂਚ ਰੈਵੋਲੂਸ਼ਨ ਦੇ ਜਦੋਂ ਇਹ ਰੈਵੋਲੂਸ਼ਨ ਹੋਈ ਉਸ ਵਕਤ ਜੋ ਉਸ ਦੀ ਜਗ੍ਹਾ ਤੇ ਫਰਾਂਸ ਦੇ ਵਿੱਚ ਇੱਕ ਐਬਸੋਲਿਊਟ ਮਨਾਰਚੀ ਸੀ ਮਤਲਬ ਕਿ ਸਾਰੀ ਪਾਵਰ ਇੱਕ ਰਾਜੇ ਦੇ ਹੱਥ 'ਚ ਸੀ ਕਿੰਗ ਦੇ ਹੱਥ 'ਚ ਸੀ ਉਸ ਤੋਂ ਖੋ ਕੇ ਫਰਾਂਸ ਕੀ ਬਣਿਆ ਇੱਕ ਰਿਪਬਲਿਕ ਪਾਵਰ ਬਣਿਆ ਇੱਕ ਰਿਪਬਲਿਕਨ ਕੰਟਰੀ ਬਣਿਆ ਬਟ ਇਹ ਆਖਿਰ ਦੇ ਵਿੱਚ ਕਿੱਥੇ ਜਾ ਕੇ ਖਤਮ ਹੁੰਦੀ ਹੈ ਆਖਿਰ ਦੇ ਵਿੱਚ ਨੈਪੋਲੀਅਨ ਦੀ ਡਿਕਟੇਟਰਸ਼ਿਪ ਮਤਲਬ ਕਿ ਇੱਕ ਪਰਸਨ ਦੇ ਹੱਥ 'ਚ ਫਿਰ ਤੋਂ ਪਾਵਰ ਆ ਜਾਂਦੀ ਹੈ ਤਾਂ ਤੁਸੀਂ ਗੌਰ ਕਰੋ ਕਿ ਫ੍ਰੈਂਚ ਰੈਵੋਲੂਸ਼ਨ ਜਿਸ ਜਗ੍ਹਾ ਤੋਂ ਸਟਾਰਟ ਹੋਈ ਜਦੋਂ ਇਹ ਸਟਾਰਟ ਹੋਈ ਉਸ ਟਾਈਮ ਵੀ ਪਾਵਰ ਇੱਕ ਬੰਦੇ ਦੇ ਹੱਥ ਸੀ ਤੇ ਜਦੋਂ ਖਤਮ ਹੋਈ ਉਦੋਂ ਵੀ ਪਾਵਰ ਇੱਕ ਬੰਦੇ ਦੇ ਹੱਥ 'ਚ ਸੀ ਫ੍ਰੈਂਚ ਰੈਵੋਲੂਸ਼ਨ ਇੱਕ ਤਰ੍ਹਾਂ ਨਾਲ 360 ਡਿਗਰੀ ਦੇ ਵਿੱਚ ਹੋਣ ਵਾਲੀ ਰੈਵੋਲੂਸ਼ਨ ਸੀ ਮਤਲਬ ਕਿ ਇੱਕ ਸਰਕਲ ਦੀ ਟਾਈਪ ਇਹ ਜਿਸ ਜਗ੍ਹਾ ਤੋਂ ਸਟਾਰਟ ਹੋਈ ਘੁੰਮ ਕੇ ਉਸੇ ਜਗ੍ਹਾ ਆ ਗਈ ਕਿਉਂਕਿ ਸਟਾਰਟਿੰਗ ਦੇ ਵਿੱਚ ਵੀ ਪਾਵਰ ਸਿਰਫ ਇੱਕ ਇਕੱਲੇ ਕਿੰਗ ਦੇ ਕੋਲ ਸੀ ਇੱਕ ਪਰਸਨ ਦੇ ਕੋਲ ਸੀ ਜੋ ਕਿ ਘੁੰਮ ਫਿਰ ਕੇ ਫਿਰ ਤੋਂ ਕਿੱਥੇ ਆ ਗਈ ਸਾਰੀ ਪਾਵਰ ਇੱਕ ਪਰਸਨ ਉਹ ਕੌਣ ਸੀ ਨੈਪੋਲੀਅਨ ਉਸ ਦੇ ਹੱਥ ਵਿੱਚ ਹੀ ਚਲੀ ਗਈ ਸੀ ਇਸ ਕਾਰਨ ਫਰਾਂਸ ਦੀ ਕ੍ਰਾਂਤੀ ਨੂੰ 360 ਡਿਗਰੀ ਵਿੱਚ ਹੋਣ ਵਾਲੀ ਕ੍ਰਾਂਤੀ ਵੀ ਕਿਹਾ ਜਾਂਦਾ ਹੈ ਜੋ ਇੰਪੋਰਟੈਂਟ ਕੁਐਸਚਨ ਬਣਦੇ ਨੇ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਉਹ ਕੀ ਬਣਦੇ ਨੇ ਕਿ ਭਾਰਤ ਦੇ ਉਹ ਕੌਣ ਰੈਵੋਲੂਸ਼ਨਰੀ ਸੀਗੇ ਜੋ ਕਿ ਫ੍ਰੈਂਚ ਰੈਵੋਲੂਸ਼ਨ ਤੋਂ ਬਹੁਤ ਜ਼ਿਆਦਾ ਇਨਫਲੂਐਂਸਡ ਸੀ ਮਤਲਬ ਕਿ ਜਿਨ੍ਹਾਂ ਉੱਪਰ ਫਰਾਂਸ ਦੀ ਕ੍ਰਾਂਤੀ ਦਾ ਬਹੁਤ ਵੱਡਾ ਅਸਰ ਪਿਆ ਸੀ ਤਾਂ ਉਹ ਕੌਣ ਸੀ ਟੀਪੂ ਸੁਲਤਾਨ ਤੇ ਰਾਜਾ ਰਾਮ ਮੋਹਨ ਰॉय ਟੀਪੂ ਸੁਲਤਾਨ ਤੇ ਰਾਜਾ ਰਾਮ ਮੋਹਨ ਰॉय ਦੇ ਉੱਪਰ ਫਰਾਂਸ ਦੀ ਕ੍ਰਾਂਤੀ ਦਾ ਬਹੁਤ ਵੱਡਾ ਇੰਪੈਕਟ ਪਿਆ ਸੀ
ਇਹ ਯਾਦ ਰੱਖਣਾ ਹੀ ਆਪਾਂ ਨੇ, ਮੋਸਟ ਇੰਪੋਰਟੈਂਟ ਕੁਐਸਚਨ ਹੈ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ। ਹੁਣ ਅੱਗੇ ਆਉਂਦਾ ਹੈ ਕਿ ਫਰਾਂਸ ਦੇ ਕ੍ਰਾਂਤੀ ਦੇ ਪਿੱਛੇ, ਫ੍ਰੈਂਚ ਰੈਵੋਲੂਸ਼ਨ ਦੇ ਪਿੱਛੇ ਕੀ ਕਾਜ਼ਸ ਸੀ, ਕਾਜ਼ ਆਫ ਫ੍ਰੈਂਚ ਰੈਵੋਲੂਸ਼ਨ। ਫ੍ਰੈਂਚ ਰੈਵੋਲੂਸ਼ਨ ਦੇ ਪਿੱਛੇ ਦੋ ਤਰ੍ਹਾਂ ਦੇ ਕਾਜ਼ ਸੀ, ਇੱਕ ਹੁੰਦੇ ਨੇ ਲੌਂਗ ਟਰਮ ਜੋ ਕਿ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ, ਤੇ ਸ਼ਾਰਟ ਟਰਮ ਜਿਨ੍ਹਾਂ ਨੇ ਕਿ ਇੱਕ ਤਰ੍ਹਾਂ ਨਾਲ ਬਲ ਦੇ ਉੱਪਰ ਅੱਗ ਦਾ ਕੰਮ ਕੀਤਾ। ਤਾਂ ਲੌਂਗ ਟਰਮ ਜੋ ਕਾਜ਼ਸ ਸੀ ਉਹ ਚਾਰ ਤਰ੍ਹਾਂ ਦੇ ਸੀ, ਪੋਲੀਟੀਕਲ, ਸੋਸ਼ਲ, ਇੰਟੈਲੈਕਚੁਅਲ ਐਂਡ ਇਕਨੋਮਿਕ। ਪੋਲੀਟੀਕਲ ਕੀ ਸੀ? ਪੋਲੀਟੀਕਲ ਸੀ ਕਿ ਸਾਰੀ ਪਾਵਰ ਹੀ ਸਿਰਫ ਇੱਕ ਪਰਸਨ ਦੇ ਹੱਥ ਸੀਗੀ, ਕਿੰਗ ਦੇ ਹੱਥ ਸੀ। ਕਿੰਗ ਆਪਣੇ ਆਪ ਨੂੰ ਇੱਕ ਪਰਮਾਤਮਾ ਦੀ ਤਰ੍ਹਾਂ ਮੰਨਦਾ ਸੀ, ਗੋਡ ਦੀ ਤਰ੍ਹਾਂ। ਸਾਰੇ ਟੈਕਸ ਵਗੈਰਾ ਲਗਾਉਣ ਦਾ ਹੱਕ ਵੀ ਕਿੰਗ ਦੇ ਹੱਥ ਸੀ, ਤਾਂ ਕਿੰਗ ਕਿਸੇ ਤੇ ਵੀ ਆਪਣੀ ਮਰਜ਼ੀ ਨਾਲ ਕੁਛ ਵੀ ਤਰ੍ਹਾਂ ਦਾ ਟੈਕਸ ਲਗਾ ਸਕਦਾ ਸੀ। ਤਾਂ ਇਹ ਵੀ ਇੱਕ ਕਾਰਨ ਬਣਿਆ ਫ੍ਰੈਂਚ ਰੈਵੋਲੂਸ਼ਨ ਹੋਣ ਦਾ। ਦੂਸਰਾ ਹੈ ਸੋਸ਼ਲ। ਫਰਾਂਸ ਦੇ ਵਿੱਚ ਇੰਡਸਟਰੀ ਦੀ ਗਰੋਥ ਹੋਣੀ ਸ਼ੁਰੂ ਹੋ ਗਈ ਸੀ, ਜਿਸ ਦੇ ਨਾਲ ਜੋ ਮਿਡਲ ਕਲਾਸ ਸੀ ਉਸਨੂੰ ਉਹ ਵੀ ਰਾਈਜ਼ ਹੋਣ ਲੱਗ ਗਈ, ਉਸਦਾ ਵੀ ਜੋ ਲਾਈਫ ਦਾ ਲੈਵਲ ਸੀ ਉਹ ਥੋੜਾ ਜਿਹਾ ਅਪ ਹੋਣ ਲੱਗ ਗਿਆ ਤੇ ਉਹ ਜ਼ਿਆਦਾ ਪੜ੍ਹਨ ਲਿਖਣ ਲੱਗ ਗਏ। ਦੂਸਰਾ ਜੋ ਜਾਗੀਰਦਾਰ ਸੀ, ਫੀਡਲ ਲੌਰਡ ਸੀਗੀ, ਉਹਨਾਂ ਦਾ ਥਰਡ ਸਟੇਟ ਦੇ ਉੱਪਰ ਬਰਡਨ, ਇਹ ਜੋ ਜਾਗੀਰਦਾਰ ਸੀ, ਜੋ ਛੋਟੇ ਮਜ਼ਦੂਰ ਵਗੈਰਾ ਸੀ ਉਹਨਾਂ ਉੱਪਰ ਬਰਡਨ ਪਾਉਂਦੇ ਸੀਗੇ, ਇਹ ਵੀ ਕਾਰਨ ਬਣਿਆ। ਤੇ ਇਸ ਤੀਸਰਾ ਕਾਰਨ ਕੀ ਸੀਗਾ ਕਿ ਇਨਕਰੀਜ਼ਿੰਗ ਪੋਵਰਟੀ, ਭੁੱਖਮਰੀ ਦਾ ਫੈਲਣਾ, ਗਰੀਬੀ ਦਾ ਫੈਲਣਾ, ਇਹ ਕਾਰਨ ਬਣੇ ਸੋਸ਼ਲ ਦੇ ਵਿੱਚ। ਤੇ ਥਰਡ ਆਉਂਦਾ ਹੈ ਇਕਨੋਮਿਕ, ਇਸ ਨੂੰ ਕਿਹਾ ਜਾਂਦਾ ਹੈ ਟ੍ਰਿਗਰ ਕਾਜ਼, ਮਤਲਬ ਕਿ ਫ੍ਰੈਂਚ ਰੈਵੋਲੂਸ਼ਨ ਨੂੰ ਸ਼ੁਰੂ ਕਰਨ ਦੇ ਪਿੱਛੇ ਜੋ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ ਇਕਨੋਮਿਕ ਕਾਜ਼। ਇਕਨੋਮਿਕ ਕਾਜ਼ ਹੈ ਉਹ ਸਭ ਤੋਂ ਮੇਨ ਕਾਰਨ ਹੈ ਜਿਸ ਦੇ ਕਾਰਨ ਫਰਾਂਸ ਦੀ ਕ੍ਰਾਂਤੀ ਸ਼ੁਰੂ ਹੁੰਦੀ ਹੈ। ਤੇ ਇਸ ਦੇ ਵਿੱਚ ਕੀ ਸੀਗੇ ਕਿ ਜੋ ਗਵਰਨਮੈਂਟ, ਫਰਾਂਸ ਦੀ ਗਵਰਨਮੈਂਟ ਦੇ ਉੱਪਰ ਜੋ ਟੈਕਸ ਜੋ ਵਧੇ ਹੋਏ ਸੀਗੇ, ਜੋ ਇਸ ਦੇ ਉੱਪਰ ਡੈਪਟ ਲੱਗਿਆ ਹੋਇਆ ਸੀ, ਉਸ ਦੇ ਕਾਰਨ, ਕਿਉਂਕਿ ਗਵਰਨਮੈਂਟ ਨੇ ਆਪਣੇ ਇਹ ਜੋ ਸਾਰੇ ਡੈਪਟ ਵਗੈਰਾ ਸੀਗੇ ਇਹਨੂੰ ਭਰਨ ਦੇ ਲਈ ਆਪਣੇ ਹੀ ਲੋਕਾਂ ਦੇ ਉੱਪਰ ਟੈਕਸ ਲਗਾ ਦਿੱਤਾ ਸੀ। ਉਸ ਤੋਂ ਇਲਾਵਾ ਜੋ ਟੈਕਸ ਨੋਬਲਸ ਵੱਲੋਂ ਲਏ ਜਾਂਦੇ ਸੀ, ਆਮ ਲੋਕਾਂ ਤੋਂ ਨੋਬਲਸ ਵੱਲੋਂ ਟੈਕਸ ਲਏ ਜਾਂਦੇ ਸੀਗੇ, ਤੇ ਜੋ ਟੈਕਸ ਦਾ ਇਹ ਸਾਰਾ ਬਰਡਨ ਸੀ ਇਹ ਕਿਸ ਦੇ ਉੱਪਰ ਪੈਂਦਾ ਸੀ? ਇਹ ਥਰਡ ਸਟੇਟ ਦੇ ਉੱਪਰ ਪੈਂਦਾ ਸੀ। ਇਸ ਕਾਰਨ ਇਸ ਟੈਕਸਾਂ ਤੋਂ ਦੁਖੀ ਹੋ ਕੇ ਫਰਾਂਸ ਦੇ ਲੋਕਾਂ ਨੇ ਕੀ ਸ਼ੁਰੂ ਕੀਤੀ? ਫ੍ਰੈਂਚ ਰੈਵੋਲੂਸ਼ਨ ਸ਼ੁਰੂ ਕੀਤੀ। ਤੇ ਫੋਰਥ ਕਾਜ਼ ਹੈ ਇੰਟੈਲੈਕਚੁਅਲ। ਇੰਟੈਲੈਕਚੁਅਲ ਦਾ ਮਤਲਬ ਕਿ ਜਦ ਨਿਊ ਆਈਡੀਆਜ਼ ਗਰੋ ਹੋਣ ਲੱਗੇ, ਲੋਕ ਪੜ੍ਹੇ ਲਿਖੇ ਅੱਛੇ ਹੋਣ ਲੱਗੇ ਤੇ ਉਹ ਆਪਣੀ ਗੱਲਬਾਤ ਦੇ ਨਾਲ ਆਪਣੇ ਉੱਪਰ ਹੋਣ ਵਾਲੇ ਜ਼ੁਲਮਾਂ ਦੇ ਵਿਰੁੱਧ ਆਵਾਜ਼ ਉਠਾਉਣ ਲੱਗੇ। ਤੇ ਇਹਦੇ ਵਿੱਚ ਹੀ ਕਾਰਨ ਆਉਂਦਾ ਹੈ ਦਾ ਇਨਫਲੂਐਂਸ ਆਫ ਅਮਰੀਕਾ, ਮਤਲਬ ਕਿ ਅਮਰੀਕਾ ਦੇ ਵਿੱਚ ਜੋ ਰੈਵੋਲੂਸ਼ਨ ਹੋਈ ਸੀ ਉਸਦਾ ਵੀ ਬਹੁਤ ਵੱਡਾ ਇੰਪੈਕਟ ਪਿਆ, ਇਨਫਲੂਐਂਸ ਹੋਏ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ। ਇਹ ਚਾਰ ਕਾਰਨ ਸੀ ਜੋ ਕਿ ਲੌਂਗ ਟਰਮ ਦੀ ਤਰ੍ਹਾਂ ਕੰਮ ਕਰਦੇ ਨੇ, ਪੋਲੀਟੀਕਲ, ਸੋਸ਼ਲ, ਇਕਨੋਮਿਕਲ ਐਂਡ ਇੰਟੈਲੈਕਚੁਅਲ। ਨੈਕਸਟ ਹੁੰਦੇ ਨੇ ਸ਼ੋਰਟ ਟਰਮ ਕਾਜ਼। ਛੋਟੇ ਜੋ ਟਰਮ ਦੇ ਵਿੱਚ ਹੋਣ ਵਾਲੇ ਕਾਜ਼ ਸੀ ਜਿਨ੍ਹਾਂ ਨੇ ਕਿ ਬਲ ਦੇ ਉੱਪਰ ਅੱਗ ਦਾ ਕੰਮ ਕੀਤਾ, ਉਹ ਕਿਹੜੇ ਕਿਹੜੇ ਸੀਗੇ? ਬੈਂਕਰਪਟ ਸੀ, ਗ੍ਰੇਟ ਫੀਅਰ, ਸਟੇਟ ਜਨਰਲ। ਇਹਨਾਂ ਨੂੰ ਆਪਾਂ ਅੱਗੇ ਜਾ ਕੇ ਫੁੱਲ ਔਨ ਡਿਟੇਲ ਦੇ ਵਿੱਚ ਕਵਰ ਕਰਾਂਗੇ। ਹੁਣ ਆਪਾਂ ਜੋ ਆਪਣੇ ਕਾਜ਼ ਪੜ੍ਹੇ ਨੇ ਲੌਂਗ ਟਰਮ ਕਾਜ਼, ਉਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਇਸ ਵਿੱਚ ਫਸਟ ਕਾਜ਼ ਕਿਹੜਾ ਸੀਗਾ? ਪੋਲੀਟੀਕਲ ਕਾਜ਼, ਰਾਜਨੀਤਿਕ ਕਾਜ਼ ਕਿਹੜਾ ਸੀ? ਜਦੋਂ ਫ੍ਰੈਂਚ ਰੈਵੋਲੂਸ਼ਨ ਸ਼ੁਰੂ ਹੋਈ ਉਸ ਤੋਂ ਪਹਿਲਾਂ ਜੋ ਫ੍ਰੈਂਚ ਦੇ ਉੱਪਰ, ਫਰਾਂਸ ਦੇ ਉੱਪਰ ਰਾਜ ਕਰਦੇ ਸੀ ਉਹ ਕੌਣ ਸੀਗੇ? ਬੋਰਬੋਨ ਡਾਇਨੈਸਟੀ। ਬੋਰਬੋਨ ਡਾਇਨੈਸਟੀ ਉਸ ਵਕਤ ਫਰਾਂਸ ਦੇ ਉੱਪਰ ਰਾਜ ਕਰਦੀ ਸੀ ਤੇ ਇਹ ਡਾਇਨੈਸਟੀ ਦੇ ਜਿੰਨੇ ਵੀ ਰਾਜੇ ਸੀ ਆਪਦੇ ਆਪ ਨੂੰ ਕਿਸ ਨਾਮ ਨਾਲ ਬੁਲਾਉਂਦੇ ਸੀ? ਡੈਸਪੋਟਸ। ਡੈਸਪੋਟਸ ਕਹਿ ਕੇ ਆਪਣੇ ਆਪ ਨੂੰ ਬੁਲਾਉਂਦੇ ਸੀ। ਡੈਸਪੋਟਸ ਦਾ ਮਤਲਬ ਹੁੰਦਾ ਹੈ ਡਿਕਟੇਟਰ। ਡਿਕਟੇਟਰ ਮਤਲਬ ਜਿਹੜੀ ਜਿਸ ਦੇ ਹੱਥ ਸਾਰੀ ਪਾਵਰ ਹੋਵੇ। ਤਾਂ ਇਸੇ ਬੋਰਬੋਨ ਡਾਇਨੈਸਟੀ ਦੇ ਟਾਈਮ ਜੋ ਕਿੰਗ ਸੀਗੇ ਉਹ ਇੱਕ ਤਰ੍ਹਾਂ ਨਾਲ ਡਿਕਟੇਟਰ ਸੀਗੇ। ਉਸ ਵਕਤ ਨਾ ਹੀ ਕੋਈ ਪਾਰਲੀਮੈਂਟ ਸੀ, ਨੋ ਪਾਰਲੀਮੈਂਟ, ਕੋਈ ਪਾਰਲੀਮੈਂਟ ਨਹੀਂ ਸੀ, ਨਾ ਹੀ ਕੋਈ ਮਿਨਿਸਟਰ ਸੀ, ਨੋ ਮਿਨਿਸਟਰ। ਜੋ ਸਾਰਾ ਕੰਟਰੋਲ ਸੀ ਉਹ ਕਿਸ ਦੇ ਹੱਥ ਸੀ? ਉਹ ਸਾਰਾ ਕੰਟਰੋਲ ਇੱਕ ਰਾਜੇ ਦੇ ਹੱਥ ਸੀ। ਤਾਂ ਇਸ ਕਰਕੇ ਉਹ ਆਪਣੇ ਆਪ ਨੂੰ ਕਿਸ ਨਾਮ ਨਾਲ ਬੁਲਾਉਂਦੇ ਸੀ? ਡਿਸਪੋਟਸ ਦੇ ਨਾਮ ਨਾਲ ਬੁਲਾਉਂਦੇ ਸੀ। ਤੇ ਇਸ ਵਿੱਚ ਜੋ ਸਭ ਤੋਂ ਫਸਟ ਡਿਸਪੋਟ ਹੋਇਆ ਉਹ ਹੈ ਲੂਇਸ 14, ਲੂਇਸ 14ਵਾਂ। ਇਸਨੇ ਰਾਜ ਕੀਤਾ 1643 ਤੋਂ ਲੈ ਕੇ 1715 ਤੱਕ। 1643 ਤੋਂ ਲੈ ਕੇ 1715 ਤੱਕ ਲੂਇਸ 14ਵੇਂ ਨੇ ਰਾਜ ਕੀਤਾ, ਲੂਇਸ 14 ਨੇ ਰਾਜ ਕੀਤਾ। ਜੋ ਲੂਇਸ 14 ਸੀ ਉਹ ਅਸਲ ਦੇ ਵਿੱਚ ਇੱਕ ਡਿਸਪੋਟ ਸੀ, ਮਤਲਬ ਕਿ ਜੋ ਅਸਲ ਦੇ ਵਿੱਚ ਸਾਰੀ ਪਾਵਰ ਆਪਣੇ ਹੱਥ ਵਿੱਚ ਰੱਖਦਾ ਸੀ। ਇੱਕ ਜ਼ਬਰਦਸਤ ਰਾਜਾ ਸੀ ਜਿਸ ਦੇ ਕੋਲ ਬਹੁਤ ਜ਼ਿਆਦਾ ਪਾਵਰ ਸੀ। ਇਸਨੇ ਪਾਵਰਜ਼ ਨੂੰ ਸੈਂਟਰਲਾਈਜ਼ ਕਰਿਆ, ਜਦਕਿ ਸਾਰੀ ਪਾਵਰ ਆਪਣੇ ਹੱਥ ਵਿੱਚ ਲਈ। ਇਸਨੇ ਜੋ ਜਾਗੀਰਦਾਰਾਂ ਦੀ ਪਾਵਰ ਸੀ, ਫਿਊਡਲ ਲੌਰਡਸ ਦੀ ਪਾਵਰ ਸੀ, ਉਸਨੂੰ ਘਟਾਤਾ ਸੀ। ਤੇ ਇਸਨੇ ਆਪਣੇ ਰਾਜਕਾਲ ਦੇ ਟਾਈਮ ਬਹੁਤ ਸਾਰੀਆਂ ਵਾਰਜ਼ ਲੜੀਆਂ,
ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਵਾਰਸ ਦੇ ਵਿੱਚ ਜਿੱਤਿਆ ਵੀ। ਬਟ ਇਹਨਾਂ ਵਾਰਸ ਦੇ ਕਾਰਨ ਕੀ ਹੋਇਆ, ਫਰਾਂਸ ਬਹੁਤ ਵੱਡੇ ਡੈਪਟ ਦੇ ਵਿੱਚ ਚਲਾ ਗਿਆ, ਮਤਲਬ ਕਿ ਫਰਾਂਸ ਉੱਪਰ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ, ਫਰਾਂਸ ਕਰਜ਼ੇ ਦੇ ਥੱਲੇ ਦਬ ਗਿਆ। ਲੂਇਸ 14 ਦੇ ਟਾਈਮ ਪਾਵਰ ਆਫ ਸੈਂਟਰਲਾਈਜੇਸ਼ਨ ਹੋਈ ਤੇ ਜੋ ਜਾਗੀਰਦਾਰਾਂ ਦੀ ਪਾਵਰ ਸੀ ਉਹ ਵੀ ਘਟਾ ਦਿੱਤੀ ਗਈ। ਦੂਸਰਾ ਜੋ ਰਾਜਾ ਬਣਿਆ, ਸੈਕਿੰਡ ਡਿਸਪੋਟ ਬਣਿਆ, ਉਹ ਸੀ ਲੂਇਸ 15। ਇਸਨੇ ਰਾਜ ਕੀਤਾ 1715 ਤੋਂ ਲੈ ਕੇ 1774 ਤੱਕ। ਇਸਦੇ ਟਾਈਮ ਪੀਰੀਅਡ ਦੇ ਵਕਤ 7 ਈਅਰ ਵਾਰ ਹੋਈ। ਇਹ ਵਾਰ ਫਰਾਂਸ ਤੇ ਇੰਗਲੈਂਡ ਦੇ ਵਿਚਕਾਰ ਲੜੀ ਗਈ। ਇਸ ਵਾਰ ਦੇ ਕਾਰਨ 7 ਈਅਰ ਵਾਰ ਦੇ ਕਾਰਨ ਹੀ ਕੀ ਹੁੰਦਾ ਹੈ, ਅਮਰੀਕਨ ਰੈਵੋਲੂਸ਼ਨ ਹੁੰਦੀ ਹੈ। 7 ਈਅਰ ਵਾਰ ਨੂੰ ਹੀ ਮੰਨਿਆ ਜਾਂਦਾ ਹੈ ਮਦਰ ਆਫ ਅਮਰੀਕਨ ਰੈਵੋਲੂਸ਼ਨ। ਐਂਡ ਕਿਤੇ ਨਾ ਕਿਤੇ ਇਸ ਵਾਰ ਦੇ ਕਾਰਨ ਹੀ ਕੀ ਹੁੰਦੀ ਹੈ, ਫਰਾਂਸ ਦੀ ਰੈਵੋਲੂਸ਼ਨ, ਫ੍ਰੈਂਚ ਰੈਵੋਲੂਸ਼ਨ ਵੀ ਕਿਸ ਦੇ ਕਾਰਨ ਹੀ ਹੁੰਦੀ ਹੈ, 7 ਈਅਰ ਵਾਰ ਦੇ ਕਾਰਨ। ਕਿਉਂ ਹੁੰਦੀ ਹੈ ਇਹ ਵੀ ਸਮਝ ਲੈਂਦੇ ਹਾਂ। ਦੇਖੋ 7 ਈਅਰ ਵਾਰ ਕਿਸ ਦੇ ਵਿਚਕਾਰ ਹੋਈ, ਫਰਾਂਸ ਤੇ ਇੰਗਲੈਂਡ ਦੇ ਵਿਚਕਾਰ ਹੋਈ। ਉਸ ਵਕਤ ਜੋ ਇੰਗਲੈਂਡ ਦਾ ਰਾਜ ਸੀ ਉਹ ਕਿਸ ਤੇ ਸੀ, ਆਲਮੋਸਟ ਸਾਰੀ ਜੋ ਵਰਲਡ ਦੇ ਵਿੱਚ ਆਲਮੋਸਟ ਜਿੰਨੀਆਂ ਵੀ ਕੰਟਰੀਜ਼ ਸੀ ਉਸ ਦੇ ਉੱਪਰ ਬ੍ਰਿਟੇਨ ਨੇ ਆਪਣਾ ਰਾਜ ਕੀਤਾ ਹੋਇਆ ਸੀ। ਉਹਨਾਂ ਕੰਟਰੀਜ਼ ਦੇ ਵਿੱਚ ਅਮਰੀਕਾ ਵੀ ਇੱਕ ਕੰਟਰੀ ਸੀ। ਇਸ ਵਾਰ ਦੇ ਕਾਰਨ, ਇਸ 7 ਈਅਰ ਵਾਰ ਦੇ ਕਾਰਨ ਬਹੁਤ ਫਰਾਂਸ ਐਂਡ ਇੰਗਲੈਂਡ ਬਹੁਤ ਵੱਡੇ ਕਰਜ਼ੇ ਦੇ ਹੇਠਾਂ ਦਬੇ ਗਏ ਸੀ। ਤਾਂ ਆਪਣੇ ਉਸ ਕਰਜ਼ੇ ਨੂੰ ਖਤਮ ਕਰਨ ਲਈ, ਪੈਸਾ ਵੱਧ ਤੋਂ ਵੱਧ ਕਮਾਉਣ ਦੇ ਲਈ ਇੰਗਲੈਂਡ ਨੇ ਕੀ ਰਸਤਾ ਅਪਣਾਇਆ, ਇੰਗਲੈਂਡ ਨੇ ਅਮਰੀਕਨਸ ਦੇ ਉੱਪਰ ਬਹੁਤ ਸਾਰੇ ਟੈਕਸ ਲਗਾ ਦਿੱਤੇ। ਅਮਰੀਕਨਸ ਦੇ ਉੱਤੇ ਟੈਕਸ ਲਗਾਉਣ ਦੇ ਕਾਰਨ ਅਮਰੀਕਨਸ ਦੇ ਵਿੱਚ ਕੀ ਸ਼ੁਰੂ ਹੋਈ, ਇੰਗਲੈਂਡ ਦੇ ਵਿਰੁੱਧ ਰੈਵੋਲੂਸ਼ਨ ਸ਼ੁਰੂ ਹੋਈ। ਤਾਂ ਇਹ ਤਾਂ ਸੀ ਅਮਰੀਕਨ ਰੈਵੋਲੂਸ਼ਨ ਦਾ ਕਾਰਨ। ਪਰ ਇਹ ਕਰਿਆ ਸੀ ਇੰਗਲੈਂਡ ਨੇ ਅਮਰੀਕਾ ਉੱਪਰ। ਬਟ ਜੋ ਫਰਾਂਸ ਸੀ, ਫਰਾਂਸ ਨੇ ਇਹ ਕਿਸੇ ਹੋਰ ਦੇਸ਼ ਦੇ ਉੱਪਰ ਲਗਾਉਣ ਨਾਲੋਂ ਆਪਣੇ ਹੀ ਲੋਕਾਂ ਦੇ ਉੱਪਰ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ, ਜੋ ਕਿ ਕਾਰਨ ਬਣਿਆ ਫ੍ਰੈਂਚ ਰੈਵੋਲੂਸ਼ਨ ਦਾ। ਇਹ ਜੋ ਲੂਇਸ 15 ਸੀ ਇਹ ਕੋਈ ਅੱਛਾ ਰਾਜਾ ਨਹੀਂ ਸੀ, ਇਹ ਇੱਕ ਅੱਛਾ ਰਾਜਾ ਨਹੀਂ ਸੀਗਾ ਲੂਇਸ 14 ਦੀ ਤਰ੍ਹਾਂ। ਲੂਇਸ 15 ਜੋ ਇੱਕ ਕਮਜ਼ੋਰ ਰਾਜਾ ਸੀ, ਜੋ ਕਿ ਆਪਣੇ ਫੈਸਲੇ ਵਗੈਰਾ ਅੱਛੀ ਤਰ੍ਹਾਂ ਨਹੀਂ ਲੈ ਸਕਦਾ ਸੀ। ਤਾਂ ਲੂਇਸ 15 ਤੋਂ ਬਾਅਦ ਆਉਂਦਾ ਹੈ ਲੂਇਸ 16, ਮੋਸਟ ਇੰਪੋਰਟੈਂਟ, ਕਿਉਂਕਿ ਲੂਇਸ 16 ਦੇ ਟਾਈਮ ਹੀ ਕੀ ਸ਼ੁਰੂ ਹੁੰਦੀ ਹੈ, ਫ੍ਰੈਂਚ ਰੈਵੋਲੂਸ਼ਨ ਸ਼ੁਰੂ ਹੁੰਦੀ ਹੈ। ਫਰਾਂਸ ਦੀ ਕ੍ਰਾਂਤੀ ਕਦੋਂ ਸ਼ੁਰੂ ਹੁੰਦੀ ਹੈ, ਲੂਇਸ 16ਵੇਂ ਦੇ ਟਾਈਮ। ਤਾਂ ਲੂਇਸ 16 ਦਾ ਟਾਈਮ ਪੀਰੀਅਡ ਕੀ ਹੈ, 1774 ਤੋਂ ਲੈ ਕੇ 1792 ਤੱਕ ਦਾ। 1774 ਤੋਂ ਲੈ ਕੇ 1792 ਤੱਕ ਲੂਇਸ 16 ਫਰਾਂਸ ਦਾ ਰਾਜਾ ਰਹਿੰਦਾ ਹੈ। ਲੂਇਸ 14 ਤੇ ਲੂਇਸ 15 ਦੀ ਤਰ੍ਹਾਂ ਲੂਇਸ 16 ਵੀ ਅੱਛੀ ਤਰ੍ਹਾਂ ਰਾਜ ਕਰਨਾ ਚਾਹੁੰਦਾ ਸੀ। ਬਟ ਜਿਸ ਤਰ੍ਹਾਂ ਲੂਇਸ 15 ਸੀ ਉਹ ਇੱਕ ਅੱਛਾ ਰਾਜਾ ਨਹੀਂ ਸੀ, ਬਟ ਲੂਇਸ 16 ਇੱਕ ਅੱਛਾ ਰਾਜਾ ਬਣਨਾ ਚਾਹੁੰਦਾ ਸੀ, ਕਿਉਂਕਿ ਉਸਦੀਆਂ ਜੋ ਅਟੈਂਸ਼ਨ ਸੀਗੀਆਂ ਉਹ ਗੁੱਡ ਸੀਗੀਆਂ, ਉਹ ਅੱਛੀ ਅਟੈਂਸ਼ਨ ਰੱਖਦਾ ਸੀ ਆਪਣੇ ਲੋਕਾਂ ਦੇ ਪ੍ਰਤੀ। ਬਟ ਉਸਦੇ ਵਿੱਚ ਇੱਕ ਜ਼ਬਰਦਸਤ ਫੈਸਲਾ ਲੈਣ ਦਾ ਗੁਣ ਨਹੀਂ ਸੀਗਾ, ਮਤਲਬ ਉਹ ਆਪਣੇ ਫੈਸਲੇ ਤੋਂ ਬਹੁਤ ਛੇਤੀ ਵਾਪਸ ਮੁੜ ਜਾਂਦਾ ਸੀ। ਅਗਰ ਉਸਨੇ ਕਹਿ ਦਿੱਤਾ ਕਿ ਆਪਾਂ ਅੱਜ ਇੱਕ ਇਹ ਚੀਜ਼ ਕਰਨੀ ਹੈ ਤਾਂ ਇਹ ਨਹੀਂ ਪਤਾ ਕਿ ਕੁਛ ਟਾਈਮ ਬਾਅਦ ਕਹਿ ਦੇ ਕਿ ਨਹੀਂ ਇਹ ਨਹੀਂ ਕਰਨੀ, ਇਸ ਨੂੰ ਵਾਪਸ ਕਰੋ। ਤਾਂ ਹੀ ਹੈਡ ਗੁੱਡ ਇੰਟੈਂਸ਼ਨਸ, ਉਸਦੀਆਂ ਇੰਟੈਂਸ਼ਨਸ ਗੁੱਡ ਸੀਗੀਆਂ, ਬਟ ਕੁਡ ਨਾਟ ਬ੍ਰਿੰਗ ਬੋਲਡ ਰਿਫੋਰਮਸ, ਬਟ ਉਹ ਇੱਕ ਜ਼ਬਰਦਸਤ ਫੈਸਲੇ ਨਹੀਂ ਲੈ ਸਕਦਾ ਸੀ। ਹੀ ਵਾਜ਼ ਬੈਕ ਟਰੈਕਡ ਫਰੋਮ ਡਿਸੀਜ਼ਨਸ ਈਜ਼ਲੀ, ਉਹ ਆਪਣੇ ਦਿੱਤੇ ਹੋਏ ਫੈਸਲਿਆਂ ਤੋਂ ਬਹੁਤ ਛੇਤੀ ਮੁੱਕਰ ਵੀ ਜਾਂਦਾ ਸੀਗਾ। ਤੇ ਇਸ ਦੇ ਨਾਲ ਹੀ ਉਸਦੀ ਵਾਈਫ ਸੀ ਮਾਰੀਆ ਐਂਟੋਨੇਟ। ਇਹ ਆਸਟਰੀਆ ਦੀ ਰਾਜਕੁਮਾਰੀ ਸੀ। ਇਹ ਇਸ ਦੀ ਵਾਈਫ ਹੀ ਇਸ ਦੀ ਇੱਕ ਐਡਵਾਈਜ਼ਰ ਸੀ, ਬਟ ਬਦਕਿਸਮਤੀ ਦੇ ਨਾਲ ਇਹ ਵੀ ਇੱਕ ਗੁੱਡ ਐਡਵਾਈਜ਼ਰ ਨਹੀਂ ਸੀ ਜੋ ਕਿ ਉਸਨੂੰ ਚੰਗੀਆਂ ਸਲਾਹਾਂ ਦਿੰਦੀ। ਅਗਲੀ ਗੱਲ, ਲੂਇਸ 16 ਨੇ ਅਮਰੀਕਾ ਦੀ ਹੈਲਪ ਕੀਤੀ ਸੀ ਉਸਦੀ ਇੰਡੀਪੈਂਡੈਂਸ ਲੈਣ ਦੇ ਲਈ। ਅਮਰੀਕਾ ਦੀ ਹੈਲਪ ਕੀਤੀ ਕਿ ਅਮਰੀਕਾ ਨੂੰ ਆਜ਼ਾਦ ਕਰਾਉਣ ਲਈ, ਕਿਸ ਤੋਂ, ਇੰਗਲੈਂਡ ਤੋਂ। ਤਾਂ ਇਸ ਹੈਲਪ ਦੇ ਲਈ ਲੂਇਸ 16 ਨੇ ਅਮਰੀਕਾ ਦੀਆਂ 13 ਕਲੋਨੀਜ਼ ਫ੍ਰੀ ਕਰਾਉਣ ਦੇ ਵਿੱਚ ਅਮਰੀਕਾ ਦੀ ਹੈਲਪ ਕੀਤੀ। ਬਟ ਇਹ ਜੋ ਕੀਤੀ ਗਈ ਹੈਲਪ ਸੀ ਇਹ ਮੁੜ ਕੇ ਫਰਾਂਸ ਦੇ ਉੱਪਰ ਹੀ ਪੈ ਗਈ, ਯਾਨੀ ਕਿ ਫਰਾਂਸ ਹੀ ਇਸ ਹੈਲਪ ਦੇ ਕਾਰਨ ਕੀ ਹੋ ਗਿਆ, ਬਹੁਤ ਵੱਡੇ ਕਰਜ਼ੇ ਦੇ ਵਿੱਚ ਡੁੱਬ ਗਿਆ। ਦੂਸਰੀ ਗੱਲ, ਇੱਕ ਤਾਂ ਹੋ ਗਿਆ ਅਮਰੀਕਾ ਦੀ ਹੈਲਪ ਕਰਨੀ। ਅਮਰੀਕਾ ਦੀ ਹੈਲਪ ਕਰਨ ਦੇ ਕਾਰਨ ਫਰਾਂਸ ਦੇ ਉੱਪਰ ਜੋ ਪਹਿਲਾਂ ਤੋਂ ਵਾਰਸ ਦੇ ਕਾਰਨ, ਲੜਾਈਆਂ ਦੇ ਕਾਰਨ ਚੜਿਆ ਹੋਇਆ ਕਰਜ਼ਾ ਸੀ ਉਹ ਹੋਰ ਜ਼ਿਆਦਾ ਹੋ ਗਿਆ। ਤਾਂ ਇਸ ਤੋਂ ਅਗਲੀ ਗੱਲ, ਲੂਇਸ 16 ਨੇ ਕੀ ਕੀਤਾ, ਉਸਨੇ ਇੱਕ ਪੈਲੇਸ ਬਣਾਇਆ, ਪੈਲੇਸ ਆਫ ਵਰਸਾਏ। ਪੈਲੇਸ ਆਫ ਵਰਸਾਏ ਨੂੰ ਬਣਾਉਣ ਲਈ ਵੀ ਉਸਦਾ ਬਹੁਤ ਸਾਰਾ ਪੈਸਾ ਲੱਗਿਆ, ਜਿਸ ਦੇ ਕਾਰਨ ਫਰਾਂਸ ਦੇ ਉੱਪਰ ਹੋਰ ਵੀ ਜ਼ਿਆਦਾ ਕਰਜ਼ ਚੜ ਗਿਆ। ਇਹ ਤਾਂ ਸੀਗੇ ਪੋਲੀਟੀਕਲ ਕਾਜ਼। ਹੁਣ ਇਹ ਸਾਰੇ ਕਰਜ਼ ਨੂੰ ਉਤਾਰਨ ਲਈ ਸਾਰੇ ਟੈਕਸ ਵਗੈਰਾ ਕਿਸ ਤੇ ਲਗਾਏ ਗਏ, ਜੋ ਆਮ ਲੋਕ ਸੀਗੇ। ਹੁਣ ਆਮ ਲੋਕਾਂ ਦੇ ਵਿੱਚ ਵੀ
ਜੋ ਫਰਾਂਸ ਦੀ ਸੋਸਾਇਟੀ ਸੀ ਉਹ ਡਿਵਾਈਡ ਹੋਈ ਸੀਗੀ, ਤਾਂ ਜੋ ਇਸ ਉਹੀ ਕਾਰਨ ਬਣਦੇ ਨੇ ਸੋਸ਼ਲ ਕੌਜ਼ ਦਾ। ਤਾਂ ਪਹਿਲਾਂ ਪੜ੍ਹੀਏ ਕਿ ਫਰਾਂਸ ਦੀ ਸੋਸਾਇਟੀ ਕਿਸ ਦੇ ਵਿੱਚ ਡਿਵਾਈਡ ਹੋਈ ਸੀ। ਫਰਾਂਸ ਦੀ ਸੋਸਾਇਟੀ 3 ਸਟੇਟਸ ਦੇ ਵਿੱਚ ਡਿਵਾਈਡ ਹੋਈ ਸੀ, ਜਿਸ ਦੇ ਵਿੱਚ ਸੀਗੀ ਫਸਟ ਸਟੇਟ, ਸੈਕੰਡ ਸਟੇਟ ਐਂਡ ਦਾ ਥਰਡ ਸਟੇਟ। ਫਸਟ ਸਟੇਟਸ ਦੇ ਵਿੱਚ ਕੌਣ ਸੀ? ਫਸਟ ਸਟੇਟ ਦੇ ਵਿੱਚ ਕੈਥੋਲਿਕ ਕਲਰਜੀ ਸੀ, ਮਤਲਬ ਕਿ ਜੋ ਪੋਪਸ ਵਗੈਰਾ, ਬਿਸ਼ਪਸ ਵਗੈਰਾ, ਫਾਦਰਸ ਵਗੈਰਾ, ਉਹ ਸਾਰੇ ਕਿਸ ਦੇ ਵਿੱਚ ਆਉਂਦੇ ਸੀ? ਫਸਟ ਸਟੇਟ ਦੇ ਵਿੱਚ। ਜਿੰਨੀਆਂ ਵੀ ਚਰਚਿਸ ਵਗੈਰਾ ਸੀ ਉਹ ਸਾਰੀਆਂ ਕਿਸ ਦੇ ਵਿੱਚ ਸੀ? ਫਸਟ ਸਟੇਟ ਦੇ ਵਿੱਚ। ਸੈਕੰਡ ਸਟੇਟ ਦੇ ਵਿੱਚ ਆਉਂਦੇ ਸੀਗੇ ਨੋਬਲਸ, ਮਤਲਬ ਕਿ ਜਗੀਰਦਾਰ, ਜੋ ਫਿਊਡਲ ਲੋਰਡ ਸੀਗੇ। ਜਿੰਨੇ ਵੀ ਜਗੀਰਦਾਰ ਵਗੈਰਾ ਸੀ ਉਹ ਕਿਸ ਦੇ ਵਿੱਚ ਆਉਂਦੇ ਸੀ? ਸੈਕੰਡ ਸਟੇਟ ਦੇ ਵਿੱਚ ਆਉਂਦੇ ਸੀ। ਥਰਡ ਸਟੇਟ ਦੇ ਵਿੱਚ ਆਉਂਦੇ ਸੀਗੇ ਫਾਰਮਰਸ, ਮਰਚੈਂਟਸ, ਵਪਾਰੀ, ਇਹ ਸਾਰੇ ਜੋ ਛੋਟੇ ਮੋਟੇ ਕੰਮ ਕਰਨ ਵਾਲੇ ਸੀ ਉਹ ਸਾਰੇ ਕਿਸ ਦੇ ਵਿੱਚ ਆਉਂਦੇ ਸੀ? ਥਰਡ ਸਟੇਟ ਦੇ ਵਿੱਚ ਆਉਂਦੇ ਸੀ। ਜੋ ਹੁਣ ਦੇਖੋ, ਜੋ ਫਸਟ ਸਟੇਟ ਦੀ ਟੋਟਲ ਫਰਾਂਸ ਦੀ ਪੋਪੂਲੇਸ਼ਨ ਦੇ ਵਿੱਚ ਸਿਰਫ 1 ਲੱਖ ਪੋਪੂਲੇਸ਼ਨ ਕਿਸ ਦੀ ਸੀਗੀ? ਫਸਟ ਸਟੇਟ ਦੀ। ਟੋਟਲ ਫਰਾਂਸ ਦੀ ਪੋਪੂਲੇਸ਼ਨ ਦੇ ਵਿੱਚ 4 ਲੱਖ ਦੇ ਲਗਭਗ ਜੋ ਪੋਪੂਲੇਸ਼ਨ ਸੀ ਉਹ ਸੀ ਸੈਕੰਡ ਸਟੇਟ ਦੀ, ਤੇ ਜੋ 2 ਕਰੋੜ ਦੇ ਲਗਭਗ, 2 ਤੋਂ 2.5 ਕਰੋੜ ਦੇ ਲਗਭਗ ਜਿਹਦੀ ਪੋਪੂਲੇਸ਼ਨ ਸੀ ਉਹ ਕਿਸ ਦੀ ਸੀ? ਥਰਡ ਸਟੇਟ ਦੀ ਸੀ। ਇਤਨੀ ਪੋਪੂਲੇਸ਼ਨ, ਕਿਉਂਕਿ ਦੇਖੋ ਫਸਟ ਸਟੇਟ ਦੀ ਸਭ ਤੋਂ ਘੱਟ ਪੋਪੂਲੇਸ਼ਨ ਹੈ, ਫਿਰ ਸੈਕੰਡ ਸਟੇਟ ਦੀ ਸਭ ਤੋਂ ਜ਼ਿਆਦਾ ਕਿਸ ਦੀ ਹੈ? ਥਰਡ ਸਟੇਟ ਦੀ। ਬਟ ਜੋ ਫਰਾਂਸ ਦਾ ਲੈਂਡ ਡਿਵਾਈਡ ਕੀਤਾ ਗਿਆ ਸੀ ਉਹ ਇਸ ਦੇ ਬਿਲਕੁਲ ਉਲਟ ਸੀ, ਕਿਉਂਕਿ ਫਰਾਂਸ ਦੇ ਟੋਟਲ ਦੇ ਵਿੱਚੋਂ 10% ਲੈਂਡ ਕਿਸ ਨੂੰ ਦਿੱਤਾ ਗਿਆ ਸੀਗਾ? ਫਸਟ ਸਟੇਟ ਨੂੰ, ਮਤਲਬ ਕਿ ਚਰਚਿਸ ਵਗੈਰਾ ਨੂੰ। ਟੋਟਲ ਦੇ ਵਿੱਚੋਂ 25% ਲੈਂਡ ਦਿੱਤਾ ਗਿਆ ਸੀ ਜਗੀਰਦਾਰਾਂ ਨੂੰ, ਤੇ ਬਾਕੀ ਦਾ ਜਿੰਨਾ ਬਚਦਾ ਲੈਂਡ ਸੀ ਉਹ ਸਿਰਫ ਦਿੱਤਾ ਗਿਆ ਸੀ ਥਰਡ ਸਟੇਟ ਨੂੰ, ਜੋ ਕਿ ਇਹਨਾਂ ਦੀ ਪੋਪੂਲੇਸ਼ਨ ਦੇ ਅਕੋਰਡਿੰਗ ਬਹੁਤ ਜ਼ਿਆਦਾ ਘੱਟ ਸੀਗਾ। ਹੁਣ ਅੱਗੇ ਇਸ ਦਾ ਕਾਰਨ ਕੀ ਬਣਦਾ? ਦੇਖੋ ਇਸ ਪਿਕ ਦੇ ਨਾਲ ਤੁਹਾਨੂੰ ਹੋਰ ਸਮਝ ਆਏਗਾ। ਇਹ ਜੋ ਥੱਲੇ ਤੁਸੀਂ ਦੇਖ ਰਹੇ ਹੋ ਪਰਸਨ, ਇਹ ਕੀ ਹੈ? ਇਹ ਸ਼ੋਅ ਕਰਦੇ ਆ ਥਰਡ ਸਟੇਟ ਨੂੰ। ਜੋ ਉੱਪਰ ਤੁਸੀਂ ਦੇਖ ਰਹੇ ਹੋ ਇਹ ਸ਼ੋਅ ਕਰ ਰਿਹਾ ਹੈ ਫਸਟ ਸਟੇਟ ਨੂੰ, ਤੇ ਇਹ ਸ਼ੋਅ ਕਰ ਰਿਹਾ ਹੈ ਸੈਕੰਡ ਸਟੇਟ ਨੂੰ। ਹੁਣ ਇਹ ਪਿਕ ਕੀ ਸ਼ੋਅ ਕਰ ਰਹੀ ਹੈ ਕਿ ਜੋ ਫਸਟ ਐਂਡ ਸੈਕੰਡ ਸਟੇਟ ਦੀ ਜਿੰਨਾ ਵੀ ਸਾਰਾ ਬਰਡਨ ਸੀ, ਉਹ ਚਾਹੇ ਟੈਕਸਿਸ ਵਗੈਰਾ ਦਾ ਸੀ, ਕਿਸੇ ਵੀ ਤਰ੍ਹਾਂ ਦਾ ਬਰਡਨ ਸੀ, ਉਹ ਸਾਰਾ ਕੌਣ ਝੱਲ ਰਿਹਾ ਸੀ? ਥਰਡ ਸਟੇਟ ਝੱਲ ਰਹੀ ਸੀ, ਜਿਸ ਦੇ ਵਿੱਚ ਕੌਣ ਸੀਗੇ? ਕਿਸਾਨ, ਵਪਾਰੀ, ਇਹ ਸਾਰੇ। ਤਾਂ ਇਹੀ ਕਾਰਨ ਬਣਿਆ ਜੋ ਗੁੱਸਾ ਨਿਕਲ ਕੇ ਬਾਹਰ ਆਇਆ ਫ੍ਰੈਂਚ ਰੈਵੋਲੂਸ਼ਨ ਦੀ ਫਾਰਮ ਦੇ ਵਿੱਚ। ਇਸ ਦੇ ਉੱਪਰ ਜੋ ਬਲਦੀ ਦਾ ਕੰਮ ਕੀਤਾ ਉਹ ਕੀਤਾ ਜੋ ਲਗਾਏ ਗਏ ਟੈਕਸ ਸੀ। ਇਹਨਾਂ ਟੈਕਸਾਂ ਦੇ ਵਿੱਚ ਜੋ ਪਹਿਲੀ ਤੇ ਦੂਸਰੀ ਸਟੇਟ ਸੀ, ਫਸਟ ਐਂਡ ਸੈਕੰਡ ਸਟੇਟ ਦੇ ਉੱਪਰ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਸੀ। ਸਾਰੇ ਦਾ ਸਾਰਾ ਟੈਕਸ ਕਿਸ ਤੋਂ ਵਸੂਲਿਆ ਜਾਂਦਾ ਸੀ? ਥਰਡ ਸਟੇਟ ਦੇ ਕੋਲੋਂ ਵਸੂਲਿਆ ਜਾਂਦਾ ਸੀ। ਦੂਜੀ ਗੱਲ, ਜੋ ਨੋਬਲ ਸੀਗੇ, ਫਿਊਡਲ ਲੋਰਡ ਸੀਗੇ, ਜੋ ਜਗੀਰਦਾਰ ਸੀ, ਉਹਨਾਂ ਦਾ ਬਹੁਤ ਅੱਛਾ ਲੈਵਿਸ਼ ਲਾਈਫ ਸਟਾਈਲ ਸੀ, ਤੇ ਉੱਥੇ ਕੋਈ ਇੱਕ ਪਰਮਾਨੈਂਟ ਟੈਕਸੇਸ਼ਨ ਸਿਸਟਮ ਨਹੀਂ ਸੀ। ਸਾਰਾ ਟੈਕਸ ਵਗੈਰਾ ਜੋ ਕਰਨਾ ਹੈ, ਕਿਸ ਤਰ੍ਹਾਂ ਲਗਾਉਣਾ ਹੈ, ਉਹ ਸਾਰਾ ਕਿਸ ਦੇ ਦੁਆਰਾ ਕਰਿਆ ਜਾਂਦਾ ਸੀ? ਕਿੰਗ ਦੇ ਦੁਆਰਾ, ਉਸ ਰਾਜੇ ਦੇ ਦੁਆਰਾ ਇਹ ਕੀਤਾ ਜਾਂਦਾ ਸੀ। ਥਰਡ ਸਟੇਟ ਦੇ ਉੱਪਰ ਹੋਰ ਅਲੱਗ-ਅਲੱਗ ਤਰ੍ਹਾਂ ਦੇ ਟੈਕਸਿਸ ਦੇ ਨਾਲ 2 ਇੰਪੋਰਟੈਂਟ ਟੈਕਸ ਲਗਾਏ ਜਾਂਦੇ ਸੀ, ਜੋ ਸੀ ਤਿਥਿਸ ਐਂਡ ਟੈਲੇ। ਤਿਥਿਸ ਆਪਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਦਸਵੰਧ, ਜਿਵੇਂ ਕਿ ਆਪਾਂ ਗੁਰੂ ਘਰਾਂ ਦੇ ਵਿੱਚ ਦਿੰਦੇ ਹਾਂ ਦਸਵੰਧ, ਉਸ ਵਕਤ ਉਸੇ ਤਰ੍ਹਾਂ ਨਾਲ ਤਿਥਿਸ ਸੀਗਾ, ਦਸਵੰਧ ਦਿੱਤਾ ਜਾਂਦਾ ਸੀਗਾ ਥਰਡ ਸਟੇਟ ਦੁਆਰਾ ਚਰਚਿਸ ਵਗੈਰਾ ਨੂੰ। ਤੇ ਟੇਲੇ ਕੀ ਸੀਗਾ? ਟੇਲੇ ਉਹ ਟੈਕਸ ਸੀ ਜੋ ਕਿ ਸਟੇਟ ਨੂੰ ਦਿੱਤਾ ਜਾਂਦਾ ਸੀ ਥਰਡ ਸਟੇਟ ਦੁਆਰਾ। ਉਸ ਤੋਂ ਬਾਅਦ ਜੋ ਐਜੂਕੇਟਡ ਮਿਡਲ ਕਲਾਸ ਸੀ, ਜਿਨ੍ਹਾਂ ਨੂੰ ਕਿ ਬੋਰਗਿਓਸਿਸ ਕਿਹਾ ਜਾਂਦਾ ਹੈ, ਇਹ ਵੀ ਅੱਗੇ ਆਈਆਂ, ਕਿਉਂਕਿ ਇਹ ਮਿਡਲ ਕਲਾਸ ਦੇ ਜੋ ਪਰਸਨ ਸੀ ਉਹ ਐਜੂਕੇਟ ਹੋ ਚੁੱਕੇ ਸੀ, ਬਟ ਇਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸੀ, ਇਹ ਜੋਬਲੈਸ ਸੀਗੇ। ਇਸ ਤੋਂ ਇਲਾਵਾ ਜੋ ਲਿਵਿੰਗ ਕੰਡੀਸ਼ਨ ਦੀ, ਜੋ ਥਰਡ ਸਟੇਟ ਦੀ ਲਿਵਿੰਗ ਕੰਡੀਸ਼ਨ ਦੀ, ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਕਿ ਉੱਪਰ ਜੋ ਸੈਕੰਡ ਸਟੇਟ ਐਂਡ ਥਰਡ ਸਟੇਟ ਦੀ ਲਾਈਫ ਸਟਾਈਲ ਸੀ ਉਹ ਕਿਸ ਤਰ੍ਹਾਂ ਦਾ ਸੀ ਕਿ ਇੱਕ ਬਹੁਤ ਹੀ ਐਸ਼ੋ ਆਰਾਮ ਵਾਲਾ ਲੈਵਿਸ਼ ਲਾਈਫ ਸਟਾਈਲ ਸੀ। ਬਟ ਜੋ ਥਰਡ ਸਟੇਟ ਦਾ ਲਾਈਫ ਸਟਾਈਲ ਸੀ ਉਹ ਬਹੁਤ ਹੀ ਬੁਰਾ ਸੀ। ਉਹਨਾਂ ਦੀ ਕੋਈ ਹਾਈਜੀਨ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ, ਉਹਨਾਂ ਦੀ ਕਿਸੇ ਤਰ੍ਹਾਂ ਦੀ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ। ਜੋ ਉਹਨਾਂ ਦੀ ਕੰਡੀਸ਼ਨ ਸੀ ਬਹੁਤ ਜ਼ਿਆਦਾ ਦੁਖਦਾਈ ਸੀ, ਉਹ ਬਹੁਤ ਜ਼ਿਆਦਾ ਗਰੀਬ ਸੀ, ਉਹਨਾਂ ਨੂੰ ਆਪਣੇ ਖਾਣ ਪੀਣ ਦਾ ਵੀ ਮਸਾਂ ਹੀ ਸਰਦਾ ਸੀ। ਇਹ ਸੀਗੇ ਸੋਸ਼ਲ ਕੌਜ਼। ਨੈਕਸਟ ਆਉਂਦੇ ਨੇ ਇਕਨੋਮਿਕ ਕੌਜ਼।
ਇਕਨੋਮਿਕ ਕੌਜ਼ ਨੂੰ ਕਿਹਾ ਜਾਂਦਾ ਹੈ ਟ੍ਰਿਗਰ ਕੌਜ਼, ਮਤਲਬ ਕਿ ਜੋ ਜੋ ਹੈ ਫ੍ਰੈਂਚ ਰੈਵੋਲੂਸ਼ਨ ਨੂੰ ਸ਼ੁਰੂ ਕਰਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਜਿਨ੍ਹਾਂ ਕਾਰਨਾਂ ਨੇ। ਇਹਨਾਂ ਵਿੱਚ ਕੀ ਸੀ? ਇਹਨਾਂ ਵਿੱਚ ਪਹਿਲਾ ਕੀ ਸੀ, ਜੋ ਫਰਾਂਸ ਦੀ ਪੋਪੂਲੇਸ਼ਨ ਸੀ, ਜੋ ਜਨਸੰਖਿਆ ਸੀ, ਉਸਦਾ ਬਹੁਤ ਹੀ ਹਾਈ ਲੈਵਲ ਤੇ ਵਧੀਆ ਪੱਧਰ ਦੇ ਉੱਪਰ ਇਨਕਰੀਜ਼ ਹੋਈ ਸੀਗੀ। ਫੋਰ ਐਗਜ਼ਾਮਪਲ ਅਗਰ 1715 ਦੇ ਵਿੱਚ ਫਰਾਂਸ ਦੀ ਪੋਪੂਲੇਸ਼ਨ ਦੇਖੀ ਜਾਵੇ ਤਾਂ 1715 ਦੇ ਵਿੱਚ ਫਰਾਂਸ ਦੀ ਪੋਪੂਲੇਸ਼ਨ 23 ਮਿਲੀਅਨ ਦੇ ਲਗਭਗ ਸੀ, ਜੋ ਕਿ 1799 ਦੇ ਵਿੱਚ ਵੱਧ ਕੇ ਕਿੰਨੀ ਹੋ ਗਈ? 28 ਮਿਲੀਅਨ ਦੇ ਲਗਭਗ ਹੋ ਗਈ। ਦੇਖੋ ਕਿ ਇੰਨੇ ਸਾਲਾਂ ਦੇ ਵਿੱਚ 5 ਮਿਲੀਅਨ ਲੋਕ ਹੋਰ ਵੀ ਨਵੇਂ ਐਡ ਹੋ ਗਏ ਸੀਗੇ ਫਰਾਂਸ ਦੀ ਪੋਪੂਲੇਸ਼ਨ ਦੇ ਵਿੱਚ। ਤਾਂ ਹੁਣ ਇਹਨਾਂ ਦੀ ਐਡ ਦੇ ਨਾਲ, ਇੰਨੀ ਪੋਪੂਲੇਸ਼ਨ ਵਧਣ ਦੇ ਨਾਲ ਜੋ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਸੀ ਉਹਨਾਂ ਦੀ ਘਾਟ ਪੈਣ ਲੱਗ ਗਈ ਤੇ ਰਾਜਾ ਵਗੈਰਾ ਜੋ ਸੀ ਇਹ ਉਸ ਦੇ ਕੰਨੀ ਧਿਆਨ ਨਹੀਂ ਦੇ ਰਹੇ ਸੀਗੇ। ਬਾਕੀ ਜੋ ਲੜਾਈਆਂ ਕੀਤੀਆਂ ਗਈਆਂ, ਜੋ ਲੂਇਸ 14 ਦੁਆਰਾ, ਲੂਇਸ 15 ਦੁਆਰਾ ਜੋ ਲੜਾਈਆਂ ਲੜੀਆਂ ਗਈਆਂ ਉਹ ਵੀ, ਤੇ ਜੋ ਲੂਇਸ 16 ਦੁਆਰਾ ਅਮਰੀਕਨ ਰੈਵੋਲੂਸ਼ਨ ਦੇ ਵਿੱਚ ਹੈਲਪ ਕੀਤੀ ਗਈ, ਉਸਦੀ ਇੰਡੀਪੈਂਡੈਂਸ ਲੈਣ ਦੇ ਵਿੱਚ ਹੈਲਪ ਕੀਤੀ ਗਈ ਤੇ ਪੈਲੇਸ ਆਫ ਵਰਸਾਈ ਵਗੈਰਾ ਬਣਾਉਣ ਦੇ ਵਿੱਚ ਪੈਸਾ ਲਗਾਇਆ ਗਿਆ। ਉਸਦਾ ਸਾਰਾ ਕੀ ਕਾਰਨ ਬਣਿਆ? ਉਸਦੇ ਕਾਰਨ ਫਰਾਂਸ ਦੇ ਉੱਪਰ ਬਹੁਤ ਵੱਡਾ ਕਰਜ਼ ਚੜ ਗਿਆ, ਬਹੁਤ ਭਾਰੀ ਕਰਜ਼ ਚੜ ਗਿਆ। ਤੇ ਉਹ ਜਿਸ ਦਾ ਸਾਰਾ ਬਰਡਨ ਕਿਸ ਦੇ ਉੱਪਰ ਪੈਣਾ ਸੀ? ਥਰਡ ਸਟੇਟ ਦੇ ਉੱਪਰ ਪੈਣਾ ਸੀ। ਨੈਕਸਟ ਹੈ, ਇਹਨਾਂ ਕਰਜ਼ਾਂ ਦੇ ਕਾਰਨ, ਇਹਨਾਂ ਟੈਕਸਾਂ ਦੇ ਕਾਰਨ ਜੋ ਪੀਸੈਂਟ ਤੇ ਕਾਮਨ ਪੀਪਲ ਸੀ, ਜੋ ਕਿਸਾਨ ਤੇ ਆਮ ਇਨਸਾਨ ਸੀਗੇ, ਉਹਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਭਰ ਗਿਆ। ਤੇ ਇਹਨਾਂ ਸਭ ਦੇ ਉੱਪਰ ਜੋ ਗੁੱਸੇ ਨੂੰ ਹੋਰ ਵੀ ਜ਼ਿਆਦਾ ਵਧਾਵਾ ਦਿੱਤਾ ਉਹ ਕਿਸ ਨੇ ਦਿੱਤਾ? ਇੱਕ ਕ੍ਰਾਈਸਿਸ ਨੇ, ਜਿਸ ਨੂੰ ਕਿਹਾ ਜਾਂਦਾ ਹੈ ਸਬਸਿਸਟੈਂਸ ਕ੍ਰਾਈਸਿਸ। ਫਰਾਂਸ ਦੇ ਵਿੱਚ ਉਸ ਵਕਤ ਇੱਕ ਤਰ੍ਹਾਂ ਦੇ ਕ੍ਰਾਈਸਿਸ ਆਏ ਜਿਸ ਨੂੰ ਸਬਸਿਸਟੈਂਸ ਕ੍ਰਾਈਸਿਸ ਕਿਹਾ ਜਾਂਦਾ ਹੈ। ਇਹ ਸਬਸਿਸਟੈਂਸ ਕ੍ਰਾਈਸਿਸ ਕੀ ਸੀ ਇਹ ਤੁਹਾਨੂੰ ਸਮਝਾਇਆ ਜਾਊਗਾ। ਸਬਸਿਸਟੈਂਸ ਕ੍ਰਾਈਸਿਸ ਦੇ ਵਿੱਚ ਕੀ ਹੋਇਆ ਕਿ ਬੈਡ ਹਾਰਵੈਸਟ ਹੋਈ, ਉਸ ਵਕਤ ਕੁਝ ਕਲਾਈਮੇਟਿਕ ਕੰਡੀਸ਼ਨਸ ਦੇ ਕਾਰਨ ਬਾਰਿਸ਼ ਪੈ ਗਈ ਜਾਂ ਸੋਕਾ ਪੈ ਗਿਆ, ਜਿਸ ਦੇ ਕਾਰਨ ਜੋ ਫਸਲ ਵਗੈਰਾ ਸੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ, ਇੰਨੀ ਜ਼ਿਆਦਾ ਫਸਲ ਨਹੀਂ ਨਿਕਲੀ, ਜਿਸ ਦੇ ਖਰਾਬ ਹੋਣ ਦੇ ਕਾਰਨ ਜੋ ਅਨਾਜ ਦੀ ਕੀ ਹੋ ਗਈ ਸੀ? ਕਮੀ ਹੋ ਗਈ। ਕਮੀ ਹੋਣ ਦੇ ਕਾਰਨ ਜੋ ਸਟੋਰ ਕੀਤਾ ਹੋਇਆ ਅਨਾਜ ਸੀ, ਜੋ ਜ਼ਗੀਰਦਾਰਾਂ ਵਗੈਰਾ ਨੇ, ਫਿਊਡਲ ਲੋਰਡਸ ਨੇ ਅਨਾਜ ਸਟੋਰ ਕੀਤਾ ਸੀ, ਉਹਨਾਂ ਨੇ ਉਸਦੇ ਪ੍ਰਾਈਸਿਸ ਹੈਲਪ ਕਰਨ ਦੀ ਜਗ੍ਹਾ ਵਧਾ ਦਿੱਤੇ ਗਏ। ਇਹਨਾਂ ਵਧੇ ਹੋਏ ਪ੍ਰਾਈਸਿਸ ਦੇ ਕਾਰਨ ਕੀ ਹੋਇਆ? ਜੋ ਗਰੀਬ ਲੋਕ ਸੀ, ਗਰੀਬ ਲੋਕ ਆਪਣਾ ਜੋ ਕਾਮਨ ਫੂਡ ਸੀ ਉਹ ਕਿਹੜਾ ਸੀ? ਬ੍ਰੈਡ। ਜੋ ਆਪਣੀ ਕਾਮਨ ਫੂਡ ਸੀ ਬ੍ਰੈਡ, ਉਸਨੂੰ ਲੈਣ ਦੇ ਵੀ ਯੋਗ ਨਹੀਂ ਸੀ। ਮਤਲਬ ਕਿ ਹੁਣ ਉਹ ਆਪਣੀ ਜੋ ਆਮ ਜੀ ਖੁਰਾਕ ਸੀਗੀ ਬ੍ਰੈਡ, ਉਸਨੂੰ ਲੈਣ ਦੇ ਵੀ ਕਾਬਿਲ ਨਹੀਂ ਰਹੇ ਸੀਗੇ, ਇੰਨੇ ਜ਼ਿਆਦਾ ਪ੍ਰਾਈਸਿਸ ਵਧਾ ਦਿੱਤੇ ਗਏ ਸੀ। ਫੂਡ ਦੀ ਕਮੀ ਦੇ ਕਾਰਨ ਕੀ ਹੋਇਆ? ਫੂਡ ਰਾਇਟਸ ਹੋਏ, ਜੋ ਭੁੱਖਮਰੀ ਫੈਲ ਗਈ, ਜਿਸ ਦੇ ਕਾਰਨ ਬਹੁਤ ਸਾਰੀਆਂ ਡੈਥਸ ਹੋਈਆਂ। ਦੂਸਰਾ, ਫੂਡ ਨਾ ਖਾਣ ਕਾਰਨ ਜੋ ਲੋਕਾਂ ਦੀ ਬੋਡੀ ਸੀਗੀਆਂ ਉਹ ਵੀਕ ਹੋ ਗਈਆਂ। ਬੋਡੀ ਵੀਕ ਹੋਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਮਹਾਮਾਰੀਆਂ ਫੈਲ ਗਈਆਂ ਤੇ ਜਿਸ ਦੇ ਕਾਰਨ ਵੀ ਕੀ ਹੋਈਆਂ? ਬਹੁਤ ਸਾਰੀਆਂ ਡੈਥਸ ਹੋਈਆਂ। ਇਸ ਕ੍ਰਾਈਸਿਸ ਨੇ ਵੀ ਬਹੁਤ ਵੱਡਾ ਅਹਿਮ ਰੋਲ ਅਦਾ ਕੀਤਾ ਫਰਾਂਸ ਦੀ ਕ੍ਰਾਂਤੀ ਦੇ ਵਿੱਚ। ਨੈਕਸਟ ਨੇ ਕਿ ਇੰਟੈਲੈਕਚੁਅਲ ਕੌਜ਼। ਇੰਟੈਲੈਕਚੁਅਲ ਕੌਜ਼ ਦੇ ਵਿੱਚ ਕੀ ਹੋਇਆ? ਜਦੋਂ ਲੋਕਾਂ ਦੇ ਵਿੱਚ ਹੁਣ ਜੋ ਨਿਊ ਥੋਟਸ ਆਉਣ ਲੱਗ ਗਏ, ਉਹਨਾਂ ਵਿੱਚ ਆਈਡੀਆਜ਼ ਨਵੇਂ ਆਉਣ ਲੱਗ ਗਏ, ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਸਾਡੇ ਨਾਲ ਗਲਤ ਹੋ ਰਿਹਾ ਹੈ, ਸਾਡੇ ਤੋਂ ਜਿਹੜੇ ਟੈਕਸ ਵਗੈਰਾ ਲਏ ਜਾ ਰਹੇ ਨੇ ਉਹ ਬਿਲਕੁਲ ਗਲਤ ਨੇ। ਤਾਂ ਮੰਨਿਆ ਜਾਂਦਾ ਹੈ ਕਿ ਜੋ 17ਵੀਂ ਤੇ 18ਵੀਂ ਸਦੀ ਸੀ ਉਹ ਇੱਕ ਤਰ੍ਹਾਂ ਦੀ ਗਿਆਨ ਦੀ ਹੀ ਸਦੀ ਸੀ, ਜਿਸ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਹੋਇਆ, ਲੋਕਾਂ ਨੂੰ ਆਪਣੇ ਉੱਪਰ, ਆਪਣੇ ਹੱਕਾਂ ਬਾਰੇ ਪਤਾ ਲੱਗਿਆ, ਆਪਣੇ ਉੱਪਰ ਹੋ ਰਹੇ ਜ਼ੁਲਮਾਂ ਬਾਰੇ ਪਤਾ ਲੱਗਿਆ। ਇਸ ਟਾਈਮ ਪੀਰੀਅਡ ਦੇ ਵਿੱਚ ਹੀ ਸਾਇੰਸ ਤੇ ਫਿਲੋਸਫੀ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ। ਇਸ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਫੇਮਸ ਥਿੰਕਰਸ ਐਂਡ ਫਿਲੋਸਫਰਸ ਗਰਾਊਂਡ ਹੋਏ। ਫੋਰ ਐਗਜ਼ਾਮਪਲ ਜੌਨ ਲੂਕ ਇਹ ਹੋ ਗਏ, ਤੇ ਜੀਨ ਰੋਸਿਊ, ਨੈਕਸਟ ਮੌਂਟੇ ਜੌਨ ਲੂਕ, ਜੀਨ ਰੋਸਿਊ, ਮੌਂਟੇਸਕੂ, ਇਸ ਤਰ੍ਹਾਂ ਦੇ ਮੋਸਟ ਫੇਮਸ ਫਿਲੋਸਫਰ ਤੇ ਥਿੰਕਰਸ ਨੇ ਅੱਗੇ ਆਏ। ਉਹਨਾਂ ਨੇ ਆਪਣੀਆਂ ਬੁੱਕਸ ਵਗੈਰਾ ਨਾਲ, ਆਪਣੀ ਰਾਈਟਿੰਗਸ ਦੇ ਨਾਲ ਲੋਕਾਂ ਦੇ ਵਿੱਚ ਗਿਆਨਤਾ ਨੂੰ ਬੜਾਵਾ ਦਿੱਤਾ, ਉਹਨਾਂ ਨੂੰ ਵਿੱਚ ਅਵੇਅਰਨੈਸ ਪੈਦਾ ਕੀਤੀ। ਤੇ ਲੋਕ ਹੁਣ ਕਿੰਗ ਦੇ ਉੱਪਰ, ਕਿ ਕਿੰਗ ਦੇ ਕੋਲ ਕੀ ਅਧਿਕਾਰ ਹੈ ਕਿ ਉਸਨੇ ਆਪਣੇ ਆਪ ਨੂੰ ਗੋਡ ਦੇ ਸਮਾਨ ਬਣਾ ਲਿਆ ਹੈ, ਆਪਣੀ ਪਾਵਰ ਕਿ ਮੈਂ ਹੀ ਰੱਬ ਹਾਂ। ਤੇ ਜੋ ਚਰਚਸ ਵਗੈਰਾ ਦੀ ਕੀ ਰੋਲ ਹੈ ਸਾਡੀ ਲਾਈਫ ਦੇ ਵਿੱਚ,
ਉਹਨਾਂ ਦੇ ਖਿਲਾਫ ਕੁਐਸਚਨਸ ਉਠਾਉਣੇ ਸ਼ੁਰੂ ਕਰ ਦਿੱਤੇ ਸੀਗੇ। ਮਤਲਬ ਕਿ ਲੋਕਾਂ ਵਿੱਚ ਹੁਣ ਸਮਝ ਆਉਣੀ ਸ਼ੁਰੂ ਕਰ ਦਿੱਤੀ ਸੀਗੀ ਉਹਨਾਂ ਨੂੰ, ਜੋ ਪਿਛਲੇ ਕਿੰਨੀਆਂ ਸਦੀਆਂ ਤੋਂ ਬੇਵਕੂਫ ਬਣਾਇਆ ਜਾ ਰਿਹਾ ਹੈ ਕਿ ਰਾਜਾ ਹੀ ਸਭ ਤੋਂ ਉੱਪਰ ਹੁੰਦਾ ਹੈ, ਰਾਜਾ ਹੀ ਰੱਬ ਹੈ, ਇਸ ਤਰ੍ਹਾਂ ਦੇ ਜੋ ਆਈਡੀਆਜ਼ ਸੀ ਉਹਨਾਂ ਨੇ ਨਿਗਲੈਕਟ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਇਹ ਸਾਰੀ ਚਰਚਾ ਸੀਗੀ, ਇਹ ਸਾਰਾ ਆਈਡੀਆ ਸੀਗੀ, ਇਹਨਾਂ ਨੂੰ ਕਿਸ ਨੇ ਜਰੀਏ ਵਧਾਵਾ ਦਿੱਤਾ ਗਿਆ, ਇੱਕ ਤੋਂ ਦੂਸਰੇ ਤੱਕ ਕਿਸ ਤਰ੍ਹਾਂ ਪਹੁੰਚਾਇਆ ਗਿਆ, ਨਿਊਜ਼ਪੇਪਰ ਦੇ ਤਰ੍ਹਾਂ, ਅਖਬਾਰਾਂ ਦੇ ਜਰੀਏ, ਬੁੱਕਸ ਦੇ ਜਰੀਏ, ਤੇ ਜੋ ਸਲੂਨ ਵਗੈਰਾ ਦੇ ਵਿੱਚ ਡਿਸਕਸ਼ਨਸ ਹੁੰਦੀਆਂ ਸੀ, ਲੋਕ ਇਕੱਠੇ ਹੁੰਦੇ ਸੀ, ਜਮ੍ਹਾਂ ਹੁੰਦੇ ਸੀ, ਇਕੱਠੇ ਹੋ ਕੇ ਡਿਸਕਸ਼ਨਸ ਕਰਦੇ ਸੀ। ਇਹਨਾਂ ਸਭ ਦੇ ਨਾਲ ਕੀ ਹੋਇਆ, ਇਹਨਾਂ ਸਾਰੇ ਆਈਡੀਆਜ਼ ਨੂੰ ਬੜਾਵਾ ਮਿਲਿਆ। ਇਹ ਸੀਗੇ ਸਾਰੇ ਕਾਰਨ ਜਿਸ ਦੇ ਕਾਰਨ ਫ੍ਰੈਂਚ ਰੈਵੋਲੂਸ਼ਨ ਹੋਈ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਇਸ ਤੋਂ ਅੱਗੇ ਜੋ ਹੁਣ ਇਵੈਂਟਸ ਜੋ ਹੋਣੇ ਨੇ ਫ੍ਰੈਂਚ ਰੈਵੋਲੂਸ਼ਨ ਵਿੱਚ, ਉਹਨਾਂ ਦੇ ਕੀ ਟਾਈਮ ਲਾਈਨ ਹੈ, ਉਹਨਾਂ ਦੇ ਵਿੱਚ ਕੀ ਹੋਇਆ ਸੀ, ਉਹ ਆਪਾਂ ਇੱਕ ਵਾਰ ਪੜ੍ਹਨਾ ਹੈ। ਇਹ ਸਾਰਾ ਜੋ ਤੁਹਾਡੇ ਮੂਹਰੇ ਡੇਟਸ ਲਿਖੀਆਂ ਨੇ ਮੋਸਟ ਇੰਪੋਰਟੈਂਟ ਨੇ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ, ਤਾਂ ਤੁਸੀਂ ਇਸ ਨੂੰ ਰੋਕ ਕੇ ਆਪਣੇ ਨੋਟਸ ਬਣਾਉਣੇ ਨੇ ਤੇ ਇਸ ਨੂੰ ਹਰ ਇੱਕ ਡੇਟ ਨੂੰ ਯਾਦ ਰੱਖਣਾ ਹੈ। 1789 ਦੇ ਵਿੱਚ 1799 ਦੇ ਵਿੱਚ ਲੂਇਸ 16 ਇੱਕ ਸਟੇਟ ਜਨਰਲ ਬਣਾਉਂਦਾ ਹੈ। ਤਾਂ ਫਸਟ ਕੁਐਸਚਨ ਬਣਦਾ ਹੈ ਕਿ ਸਟੇਟ ਜਨਰਲ ਕਦੋਂ ਬੁਲਾਈ ਗਈ ਸੀ? ਇਹ 1799 ਦੇ ਵਿੱਚ ਬੁਲਾਈ ਗਈ ਸੀ। ਨੈਕਸਟ ਆਉਂਦਾ ਹੈ ਕਿ ਫਰਾਂਸ ਦੇ ਵਿੱਚ ਨੈਸ਼ਨਲ ਅਸੈਂਬਲੀ ਕਦੋਂ ਬਣੀ? ਫਰਾਂਸ ਦੇ ਵਿੱਚ ਨੈਸ਼ਨਲ ਅਸੈਂਬਲੀ ਵੀ ਬਣੀ ਸੀ 1799 ਦੇ ਵਿੱਚ, ਤੇ 1791 ਤੱਕ ਇਹ ਵਰਕਿੰਗ ਦੇ ਵਿੱਚ ਰਹੀ। ਫਿਰ ਆਉਂਦਾ ਹੈ ਕਿ ਫਰਾਂਸ ਵਿੱਚ ਲੈਜਿਸਲੇਟਿਵ ਅਸੈਂਬਲੀ ਕਦੋਂ ਬਣੀ? ਤਾਂ ਫਰਾਂਸ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਬਣੀ 1791 ਦੇ ਵਿੱਚ, ਜੋ ਕਿ 1 ਸਾਲ ਦੇ ਲਈ ਵਰਕ ਦੇ ਵਿੱਚ ਰਹੀ 1792 ਤੱਕ। ਇਸ ਤੋਂ ਬਾਅਦ ਇਸ ਦੇ ਖਤਮ ਹੋਣ ਤੋਂ ਬਾਅਦ ਬਣਾਈ ਜਾਂਦੀ ਹੈ ਨੈਸ਼ਨਲ ਕਨਵੈਨਸ਼ਨ। ਇਸ ਦੇ ਟਾਈਮ ਹੀ ਚੱਲਦਾ ਹੈ ਰੀਜ਼ਨ ਆਫ ਟੈਰਰ, ਤੇ ਇਹ ਕਦੋਂ ਸ਼ੁਰੂ ਹੁੰਦਾ ਹੈ? 1792 ਤੋਂ ਲੈ ਕੇ 1795 ਤੱਕ। ਉਸ ਤੋਂ ਬਾਅਦ ਡਾਇਰੈਕਟਰੀ ਰੂਲ ਸ਼ੁਰੂ ਹੁੰਦਾ ਹੈ 1795 ਤੋਂ ਲੈ ਕੇ 1798 ਤੱਕ, ਤੇ ਆਖਿਰ ਦੇ ਵਿੱਚ ਡਿਕਟੇਟਰਸ਼ਿਪ ਸ਼ੁਰੂ ਹੁੰਦੀ ਹੈ ਨੈਪੋਲੀਅਨ ਦੀ, ਜੋ ਕਿ 1799 ਦੇ ਵਿੱਚ ਸਟਾਰਟ ਹੁੰਦੀ ਹੈ। ਤੇ ਇਹ ਸਾਰੀਆਂ ਟਾਈਮ ਲਾਈਨਸ ਨੇ ਫ੍ਰੈਂਚ ਰੈਵੋਲੂਸ਼ਨ ਦੀਆਂ, ਇਹ ਇਵੈਂਟਸ ਹੋਏ। ਤੇ ਲਾਸਟ ਜੋ ਆਪਣੇ ਲੈਕਚਰ ਸੀ, ਲਾਸਟ ਵੀਡੀਓ ਆਪਾਂ ਨੇ ਕਿਸ ਜਗ੍ਹਾ ਤੇ ਆ ਕੇ ਕੰਪਲੀਟ ਕੀਤੀ ਸੀ, ਉਹ ਕੀਤੀ ਸੀ ਟਾਈਮ ਲਾਈਨ ਤੇ, ਕਿ ਫ੍ਰੈਂਚ ਰੈਵੋਲੂਸ਼ਨ ਦੀ ਕੀ ਟਾਈਮ ਲਾਈਨ ਨੇ। ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਇਹਨਾਂ ਸਾਰੀ ਟਾਈਮ ਲਾਈਨਸ ਦੇ ਵਿੱਚ ਜੋ ਘਟਨਾਵਾਂ ਹੋਈਆਂ ਉਹਨਾਂ ਨੂੰ ਆਪਾਂ ਨੇ ਅੱਜ ਡਿਸਕਸ ਕਰਨਾ ਹੈ। ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਕਿ ਫ੍ਰੈਂਚ ਰੈਵੋਲੂਸ਼ਨ ਅਸਲ ਵਿੱਚ ਕੀ ਹੈ। ਇਹ ਇੱਕ 10 ਸਾਲ ਦੇ ਵਿੱਚ ਹੋਣ ਵਾਲਾ ਇਵੈਂਟ ਹੈ। ਦੇਖੋ 1789 ਦੇ ਵਿੱਚ ਇਹ ਸਟਾਰਟ ਹੁੰਦੀ ਹੈ ਤੇ 1799 ਦੇ ਵਿੱਚ ਜਾ ਕੇ ਇਹ ਖਤਮ ਹੁੰਦੀ ਹੈ, ਸਮਾਪਤ ਹੁੰਦੀ ਹੈ। ਹੁਣ 1789 ਦੇ ਵਿੱਚ ਜੋ ਸਭ ਤੋਂ ਪਹਿਲੀ ਘਟਨਾ ਹੁੰਦੀ ਹੈ ਉਹ ਹੁੰਦੀ ਹੈ ਕਿ ਲੂਇਸ 16 ਦੁਆਰਾ ਸਟੇਟ ਜਨਰਲ ਨੂੰ ਬੁਲਾਉਣਾ। ਉਸ ਤੋਂ ਅੱਗੇ ਨੈਸ਼ਨਲ ਅਸੈਂਬਲੀ ਦਾ ਬਣਨਾ, ਫਿਰ ਲੈਜਿਸਲੇਟਿਵ ਅਸੈਂਬਲੀ ਬਣਦੀ ਹੈ, ਫਿਰ ਨੈਸ਼ਨਲ ਕਨਵੈਨਸ਼ਨ ਬਣਦੀ ਹੈ, ਤੇ ਲਾਸਟ ਵਿੱਚ ਡਾਇਰੈਕਟਰੀ ਰੂਲ, ਤੇ ਆਖਿਰ ਦੇ ਵਿੱਚ ਜੋ ਫ੍ਰੈਂਚ ਰੈਵੋਲੂਸ਼ਨ ਹੈ ਉਹ ਕਿਸ ਜਗ੍ਹਾ ਆ ਕੇ ਖਤਮ ਹੋ ਜਾਂਦੀ ਹੈ? ਨੈਪੋਲੀਅਨ ਦੀ ਡਿਕਟੇਟਰਸ਼ਿਪ ਦੇ ਵਿੱਚ ਆ ਕੇ ਖਤਮ ਹੋ ਜਾਂਦੀ ਹੈ। ਹੁਣ ਆਪਾਂ ਨੇ 1 ਬਾਏ 1 ਇਹ ਸਾਰੀਆਂ ਘਟਨਾਵਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨਾ ਹੈ। ਤਾਂ ਪੇਸ਼ੈਂਸ ਦੇ ਨਾਲ ਇਸ ਲੈਕਚਰ ਨੂੰ ਸੁਣਿਓ ਤੇ ਆਪਣੇ ਨੋਟਸ ਪ੍ਰਿਪੇਅਰ ਕਰਿਓ ਜੀ। ਤਾਂ ਸਭ ਤੋਂ ਜੋ ਫਸਟ ਘਟਨਾ ਹੋਈ ਸੀ ਉਹ ਸੀ ਸਟੇਟ ਜਨਰਲ ਨੂੰ ਬੁਲਾਉਣਾ। ਇਹ ਬਣਾਈ ਗਈ ਸੀ 5 ਮਈ 1789 ਦੇ ਵਿੱਚ। 5 ਮਈ 1799 ਦੇ ਵਿੱਚ ਸਟੇਟ ਜਨਰਲ ਬਣਾਈ ਗਈ ਸੀ। ਅਸਲ ਦੇ ਵਿੱਚ ਸਟੇਟ ਜਨਰਲ ਕੀ ਸੀ? ਸਟੇਟ ਜਨਰਲ ਜੋ ਅਸਲ ਦੇ ਵਿੱਚ ਇੱਕ ਸੰਸਦ ਸੀ, ਇੱਕ ਪਾਰਲੀਮੈਂਟ ਸੀ, ਜਿਸ ਦੇ ਵਿੱਚ ਜੋ ਤਿੰਨੋਂ ਸਟੇਟ ਸੀ। ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਕਿ ਜੋ ਫ੍ਰੈਂਚ ਸਮਾਜ ਸੀ, ਜੋ ਫਰਾਂਸ ਦੀ ਸੁਸਾਇਟੀ ਸੀ, ਉਹ 3 ਸਟੇਟਸ ਦੇ ਵਿੱਚ ਡਿਵਾਈਡ ਹੋਈ ਸੀ। ਉਹ ਕਿਹੜੀ ਸੀ? ਫਸਟ, ਸੈਕਿੰਡ ਐਂਡ ਥਰਡ। ਫਸਟ ਦੇ ਵਿੱਚ ਜੋ ਚਰਚ ਦੇ ਨਾਲ ਰਿਲੇਟ ਕਰਦੇ ਸੀ ਉਹ ਸਾਰੇ ਆਉਂਦੇ ਸੀ। ਸੈਕਿੰਡ ਦੇ ਵਿੱਚ ਜੋ ਜਗੀਰਦਾਰ ਸੀ, ਜੋ ਨੋਬਲ ਸੀ, ਉਹ ਆਉਂਦੇ ਸੀ। ਤੇ ਥਰਡ ਦੇ ਵਿੱਚ ਜੋ ਛੋਟੇ ਕਿਸਾਨ, ਮਜ਼ਦੂਰ ਵਗੈਰਾ, ਉਹ ਸਾਰੇ ਥਰਡ ਸਟੇਟ ਦੇ ਵਿੱਚ ਆਉਂਦੇ ਸੀ। ਤਾਂ ਸਟੇਟ ਜਨਰਲ ਇੱਕ ਤਰ੍ਹਾਂ ਦੀ ਸੰਸਦ ਸੀ ਜਿਸ ਨੂੰ ਆਪਾਂ ਸੁਪਰ ਪਾਰਲੀਮੈਂਟ ਕਹਿ ਸਕਦੇ ਹਾਂ, ਜਿਸ ਦੇ ਵਿੱਚ ਇਹਨਾਂ ਤਿੰਨੋਂ ਸਟੇਟਸ ਦੇ ਜੋ ਵੱਖ-ਵੱਖ ਨੁਮਾਇੰਦੇ ਆ ਕੇ ਪਾਰਟੀਸਪੇਟ ਕਰ ਰਹੇ ਸੀ। ਅਸਲ ਦੇ ਵਿੱਚ ਇਹ ਸਟੇਟ ਜਨਰਲ ਕਿਉਂ ਬੁਲਾਈ ਗਈ ਸੀ? ਲਾਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਫਰਾਂਸ ਦੇ ਉੱਪਰ ਜੋ ਵੱਖ-ਵੱਖ ਯੁੱਧ ਲੜੇ ਗਏ, ਉਸਨੇ ਅਮਰੀਕਾ ਨੂੰ ਆਜ਼ਾਦੀ ਹਾਸਿਲ ਕਰਨ ਦੇ ਵਿੱਚ ਬਹੁਤ ਵੱਡੀ ਹੈਲਪ ਕੀਤੀ। ਇਹਨਾਂ ਸਾਰੀਆਂ ਘਟਨਾਵਾਂ ਦੇ ਕਾਰਨ ਫਰਾਂਸ ਉੱਪਰ ਬਹੁਤ ਜ਼ਿਆਦਾ ਕਰਜ਼ਾ ਚੜ੍ਹ ਗਿਆ ਸੀ, ਉਸ ਦੇ ਉੱਪਰ ਬਹੁਤ ਜ਼ਿਆਦਾ ਡੈਬਟ ਸੀ, ਤੇ ਇਸ ਕਰਜ਼ੇ ਨੂੰ ਉਤਾਰਨ ਦੇ ਲਈ ਜੋ ਕਿੰਗ ਸੀ ਲੂਇਸ 16, ਉਹ ਕੀ ਚਾਹੁੰਦਾ ਸੀ ਕਿ ਫਰਾਂਸ ਦੇ ਵਿੱਚ ਜੋ ਟੈਕਸਿਸ ਨੇ ਉਹਨਾਂ ਨੂੰ ਵਧਾ ਦਿੱਤਾ ਜਾਵੇ। ਤਾਂ ਇਸ ਦੇ ਰਿਲੇਟਡ ਹੀ ਇਹ ਸਟੇਟ ਜਨਰਲ ਬੁਲਾਈ ਗਈ ਸੀ ਕਿ ਸਾਰੇ ਆਪਣਾ ਪੱਖ ਰੱਖੋ।
ਇਹ ਸਟੇਟ ਜਨਰਲ ਐਕਚੁਅਲੀ ਦੇ ਵਿੱਚ ਲਾਸਟ 175 ਈਅਰਸ ਦੇ ਵਿੱਚ ਕਦੇ ਵੀ ਨਹੀਂ ਬੁਲਾਈ ਗਈ ਸੀ। ਮਤਲਬ ਕਿ ਲਾਸਟ 175 ਈਅਰਸ ਤੋਂ ਬਾਅਦ ਫਸਟ ਟਾਈਮ 5 ਮਈ 1789 ਦੇ ਵਿੱਚ ਇਹ ਸਟੇਟ ਜਨਰਲ ਦੁਬਾਰਾ ਬੁਲਾਈ ਗਈ ਸੀ। ਮਤਲਬ ਇਸ ਤੋਂ ਪਹਿਲਾਂ ਇਹ ਬੁਲਾਈ ਗਈ ਸੀ 1614 ਦੇ ਵਿੱਚ। 1614 ਦੇ ਵਿੱਚ ਲਾਸਟ ਟਾਈਮ ਸੀ ਜਦੋਂ ਸਟੇਟ ਜਨਰਲ ਬੁਲਾਈ ਗਈ ਸੀ। ਉਸ ਤੋਂ ਬਾਅਦ 175 ਸਾਲ ਬਾਅਦ 1799 ਦੇ ਵਿੱਚ ਫਿਰ ਤੋਂ ਸਟੇਟ ਜਨਰਲ ਬੁਲਾਈ ਗਈ ਸੀ। ਜੋ ਬਹੁਤ ਵੱਡੇ ਵੱਡੇ ਹਿਸਟੋਰੀਅਨਸ ਨੇ, ਇਤਿਹਾਸਕਾਰ ਨੇ, ਉਹ ਇਸ ਸਟੇਟ ਜਨਰਲ ਨੂੰ ਬੁਲਾਉਣਾ ਇੱਕ ਤਰ੍ਹਾਂ ਨਾਲ ਕਿਸ ਸਾਈਨ ਵਜੋਂ ਲੈਂਦੇ ਨੇ? ਉਹ ਲੈਂਦੇ ਨੇ ਕਿ ਸਟੇਟ ਜਨਰਲ ਨੂੰ ਉਦੋਂ ਹੀ ਬੁਲਾਇਆ ਜਾਂਦਾ ਸੀ ਜਦੋਂ ਕਿ ਕਿੰਗ ਬਹੁਤ ਜ਼ਿਆਦਾ ਵੀਕ ਹੋ ਜਾਂਦਾ ਸੀ, ਕਮਜ਼ੋਰ ਹੋ ਜਾਂਦਾ ਸੀ, ਉਸਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਸੀ। ਆਪਣੀ ਵੀਕਨੈਸ ਨੂੰ ਛੁਪਾਉਣ ਦੇ ਲਈ ਉਹ ਇਹਨਾਂ ਨੂੰ ਬੁਲਾਉਂਦਾ ਸੀ ਕਿ ਅਸੀਂ ਤੁਹਾਡੇ 'ਤੇ ਟੈਕਸ ਲਗਾਵਾਂਗੇ, ਤੁਸੀਂ ਦੱਸੋ ਕਿ ਅਸੀਂ ਕਰੀਏ ਜਾਂ ਨਾ ਕਰੀਏ। ਮਤਲਬ ਕਿ ਸਟੇਟ ਜਨਰਲ ਕਿਸ ਨੂੰ ਸ਼ੋਅ ਕਰ ਰਹੀ ਸੀ? ਜੋ ਫਰਾਂਸ ਦੇ ਵਿੱਚ ਬੋਰਬੀਅਨ ਡਾਇਨੈਸਟੀ ਸੀ ਉਸ ਦੀ ਵੀਕਨੈਸ ਨੂੰ ਸ਼ੋਅ ਕਰ ਰਹੀ ਸੀ ਕਿ ਉਹ ਬਹੁਤ ਜ਼ਿਆਦਾ ਹੁਣ ਵੀਕ ਹੋ ਚੁੱਕੀ ਸੀ। ਤਾਂ ਇਸ ਸਟੇਟ ਜਨਰਲ ਦਾ ਜੋ ਮੇਨ ਏਜੰਡਾ ਸੀ ਉਹ ਕੀ ਸੀ? ਜੋ ਫਾਈਨੈਂਸ਼ੀਅਲ ਕ੍ਰਾਈਸਿਸ ਜੀ, ਜੋ ਹੁਣੀ ਆਪਾਂ ਤੁਹਾਨੂੰ ਸਮਝਾ ਕੇ ਹਟਿਆ ਕਿ ਫਰਾਂਸ ਦੇ ਉੱਪਰ ਬਹੁਤ ਜ਼ਿਆਦਾ ਕਰਜ਼ ਚੜ੍ਹਿਆ ਹੋਇਆ ਸੀ, ਉਹਨਾਂ ਨੂੰ ਉਤਾਰਨਾ, ਜੋ ਫਾਈਨੈਂਸ਼ੀਅਲ ਕ੍ਰਾਈਸਿਸ ਆ ਚੁੱਕੇ ਸੀ ਉਸ ਨੂੰ ਮੈਨੇਜ ਕਰਨਾ, ਕਿਸ ਤਰ੍ਹਾਂ ਨਾਲ? ਟੈਕਸ ਵਧਾ ਕੇ। ਹੁਣ ਇਸ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ? ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਇੱਕ ਚੀਜ਼ ਪੜ੍ਹੀ ਸੀ ਕਿ ਜੋ ਜਿੰਨੇ ਵੀ ਟੈਕਸ ਲੱਗਦੇ ਸੀ ਉਹ ਕਿਸ ਉੱਪਰ ਲੱਗਦੇ ਸੀ? ਥਰਡ ਸਟੇਟ ਦੇ ਉੱਪਰ ਲੱਗਦੇ ਸੀ। ਫਸਟ ਐਂਡ ਸੈਕਿੰਡ ਸਟੇਟ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਸੀ। ਤਾਂ ਹੁਣ ਪ੍ਰੋਬਲਮ ਕੀ ਆਉਂਦੀ ਹੈ? ਅਗਰ ਟੈਕਸ ਵਧਾਏ ਜਾਣਗੇ ਤਾਂ ਕਿਸ ਦੇ ਉੱਪਰ ਲਗਾਏ ਜਾਣਗੇ? ਉਹ ਤੀਸਰੀ ਸਟੇਟ ਦੇ ਉੱਪਰ ਲਗਾਏ ਜਾਣਗੇ। ਤਾਂ ਧਿਆਨ ਨਾਲ ਦੇਖੋ, ਇਸ ਤਿੰਨੇ ਸਟੇਟਸ ਦੇ ਵਿੱਚੋਂ ਕਿੰਨੇ ਕਿੰਨੇ ਪਰਸਨਸ ਆਏ ਸੀ? ਫਸਟ ਸਟੇਟ ਯਾਨੀ ਕਿ ਚਰਚ ਵੱਲੋਂ 300 ਮੈਂਬਰ ਆਏ ਸੀ। ਸੈਕਿੰਡ, ਜਗੀਰਦਾਰਾਂ ਵੱਲੋਂ ਜੋ ਫਿਊਡਲ ਲੋਰਡ ਸੀਗੇ ਉਹਨਾਂ ਵੱਲੋਂ 300 ਮੈਂਬਰ ਆਏ ਸੀ। ਅਤੇ ਜੋ ਥਰਡ ਸਟੇਟ ਸੀ ਉਸ ਵਿੱਚੋਂ ਆਏ ਸੀ 600 ਮੈਂਬਰਸ। ਇਹ ਮੀਟਿੰਗ ਕਰਾਈ ਜਾਂਦੀ ਹੈ ਪੈਲੇਸ ਆਫ ਵਰਸਾਏ ਦੇ ਵਿੱਚ। ਇਸ ਮੀਟਿੰਗ ਦੇ ਵਿੱਚ ਕੀ ਰੱਖਿਆ ਜਾਂਦਾ ਕਿ ਸਾਰੇ ਆਪਣੀ ਆਪਣੀ ਵੋਟਸ ਪਾਉਣਗੇ, ਬਟ ਇਸ ਵੋਟਿੰਗ ਦੇ ਉੱਪਰ ਕੀ ਲੱਗ ਜਾਂਦੀ ਹੈ? ਡੈਡਲੋਕ ਲੱਗ ਜਾਂਦੀ ਹੈ, ਮਤਲਬ ਕਿ ਵੋਟਿੰਗ ਸਿਰੇ ਨਹੀਂ ਚੜ੍ਹਦੀ। ਹੁਣ ਇਸ ਦਾ ਕੀ ਕਾਰਨ ਸੀ? ਇਸ ਦਾ ਕੀ ਕਾਰਨ ਸੀ ਕਿ ਜੋ ਇਹ 3 ਸਟੇਟ ਸੀਗੀਆਂ, 3 ਸਟੇਟ ਦੇ ਵਿੱਚ ਟੋਟਲ ਕਿੰਨੇ ਮੈਂਬਰ ਹੋ ਗਏ? ਟੋਟਲ 1200 ਮੈਂਬਰ ਹੋ ਗਏ। ਤਾਂ ਹੁਣ ਕਿੰਗ ਇਸ ਸਟੇਟ ਜਨਰਲ ਵਿੱਚ ਕੀ ਸ਼ਰਤ ਰੱਖੀ ਗਈ? ਕਿੰਗ ਕੀ ਕਹਿ ਰਿਹਾ ਸੀ ਕਿ ਜੋ ਤਿੰਨੋਂ ਸਟੇਟ ਸੀਗੀਆਂ, ਇਹ ਤਿੰਨੋਂ ਸਟੇਟਸ ਦੀਆਂ 300 ਬੰਦੇ ਦੀ ਕਿੰਨੀ ਵੋਟ ਮੰਨੀ ਜਾਊਗੀ? 1 ਵੋਟ ਮੰਨੀ ਜਾਊਗੀ। ਇਸ 300 ਬੰਦੇ ਦੀ ਵੀ 1 ਵੋਟ ਮੰਨੀ ਜਾਊ, ਐਂਡ ਜੋ 600 ਪਰਸਨ ਨੇ ਇਹਨਾਂ ਦੀ ਵੀ 1 ਵੋਟ ਮੰਨੀ ਜਾਊਗੀ। ਮਤਲਬ ਕਿ ਸਿਰਫ 3 ਵੋਟਸ ਪੈਣਗੀਆਂ। ਤਾਂ ਹੁਣ ਇਸ ਦੇ ਵਿੱਚ ਜੋ ਫਸਟ ਐਂਡ ਸੈਕਿੰਡ ਸਟੇਟ ਹੈ ਉਹ ਤਾਂ ਹਮੇਸ਼ਾ ਹੀ ਕਿਸ ਦਾ ਸਾਥ ਦੇਣਗੀਆਂ? ਕਿੰਗ ਦਾ ਸਾਥ ਦੇਣਗੇ, ਕਿਉਂਕਿ ਜੋ ਟੈਕਸ ਨੇ ਉਹ ਫਸਟ ਐਂਡ ਸੈਕਿੰਡ ਸਟੇਟ ਨੇ ਕਦੇ ਵੀ ਨਹੀਂ ਦੇਣੇ, ਉਹ ਕਿਸ ਨੇ ਦੇਣੇ ਨੇ? ਥਰਡ ਸਟੇਟ ਨੇ ਦੇਣੇ ਨੇ। ਤਾਂ ਹਮੇਸ਼ਾ ਰੇਸ਼ੋ ਕੀ ਬਣੇਗੀ? 2:1 ਦੀ। ਅਤੇ ਹਮੇਸ਼ਾ ਕੌਣ ਜਿੱਤੇਗਾ? ਕਿੰਗ ਵਾਲੀ ਸਾਈਡ। ਫਸਟ ਐਂਡ ਸੈਕਿੰਡ ਸਟੇਟ ਹਮੇਸ਼ਾ ਕਿੰਗ ਦਾ ਸਾਥ ਦੇਣਗੇ ਅਤੇ ਟੈਕਸ ਵਧਾ ਦਿੱਤੇ ਜਾਣਗੇ। ਤਾਂ ਇਸ ਗੱਲ ਨੂੰ ਦੇਖਦੇ ਹੋਏ ਜੋ ਥਰਡ ਸਟੇਟ ਸੀ, ਥਰਡ ਸਟੇਟ ਆਪਣਾ ਇੱਕ ਪੱਖ ਰੱਖਦੀ ਹੈ। ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਨਾਲ ਨਹੀਂ ਕਿ ਹਰ ਇੱਕ ਸਟੇਟ ਦਾ 1 ਵੋਟ ਹੋਵੇਗੀ, ਸਾਡੇ ਤੋਂ ਇੱਕ ਇੰਡੀਵਿਜੂਅਲ ਵੋਟਿੰਗ ਕਰਵਾਈ ਜਾਵੇ। ਮਤਲਬ ਕਿ 300 ਪਰਸਨਸ ਦੀ 300 ਵੋਟਸ ਮੰਨੀਆਂ ਜਾਣ, ਇਸ 300 ਦੀ ਵੀ 300 ਮੰਨੀਆਂ ਜਾਣ ਅਤੇ 600 ਦੀਆਂ ਵੀ 600 ਮੰਨੀਆਂ ਜਾਣ, ਕਿਉਂਕਿ ਇਹ 6 ਦੇ 600 ਤਾਂ ਕਿਸ ਵੱਲ ਪਾਉਣਗੇ ਕਿ ਟੈਕਸ ਨਾ ਵਧਾਇਆ ਜਾਵੇ। ਉਸੀ ਪ੍ਰਕਾਰ ਜੋ ਫਸਟ ਐਂਡ ਸੈਕਿੰਡ ਸਟੇਟ ਦੇ ਵਿੱਚ ਵੀ ਕੁਝ ਪਰਸਨ ਐਸੇ ਸੀ ਜੋ ਸਮਝਦੇ ਸੀ ਕਿ ਥਰਡ ਸਟੇਟ ਨਾਲ ਹਮੇਸ਼ਾ ਧੱਕਾ ਹੁੰਦਾ ਰਿਹਾ, ਮਤਲਬ ਉਹਨਾਂ ਦੀ ਵੋਟਸ ਵੀ ਇਹਨਾਂ ਵੱਲ ਪੈ ਸਕਦੀਆਂ ਸੀ ਅਤੇ ਟੈਕਸ ਨਹੀਂ ਵਧਣਗੇ, ਇਸ ਚੀਜ਼ ਨੂੰ ਦੇਖਦੇ ਹੋਏ। ਬਟ ਕਿੰਗ ਇਸ ਨੂੰ ਰਿਫਿਊਜ਼ ਕਰ ਦਿੰਦਾ ਹੈ, ਜਿਸ ਦੇ ਬਦਲੇ ਵਿੱਚ ਜੋ ਥਰਡ ਸਟੇਟ ਹੈ ਉਹ ਸਟੇਟ ਜਨਰਲ ਦੀ ਮੀਟਿੰਗ ਨੂੰ ਬਾਈਕਾਟ ਕਰ ਜਾਂਦੀ ਹੈ ਅਤੇ ਇਸ ਤੋਂ ਬਾਹਰ ਚਲੀ ਜਾਂਦੀ ਹੈ। ਇਸ ਪਿਕ ਦੇ ਨਾਲ ਤੁਸੀਂ ਸਮਝ ਆਏ ਕਿ ਇਹ ਦੇਖੋ, ਇਹ ਸਾਰੀ ਹੈ ਸਟੇਟ ਜਨਰਲ ਦੀ ਮੀਟਿੰਗ। ਇਹ ਪੈਲੇਸ ਆਫ ਵਰਸਾਏ ਹੈ। ਇਸ ਦੇ ਵਿੱਚ ਸਟੇਟ ਜੋ ਜਨਰਲ ਦੀ ਮੀਟਿੰਗ ਹੋ ਰਹੀ ਹੈ 5 ਮਈ 1799 ਦੇ ਵਿੱਚ। ਇਹ ਪੈਲੇਸ ਆਫ ਵਰਸਾਏ ਦੇ ਵਿੱਚ ਹੋਣ ਵਾਲੀ ਮੀਟਿੰਗ। ਉਸ ਦੇ ਥਰਡ ਸਟੇਟ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਨੈਕਸਟ ਘਟਨਾ ਕੀ ਆਉਂਦੀ ਹੈ? ਨੈਕਸਟ ਘਟਨਾ ਹੁੰਦੀ ਹੈ ਦਾ ਟੈਨਿਸ ਕੋਰਟ ਓਥ। ਇਹ ਘਟਨਾ ਕੀ ਹੈ? ਥਰਡ ਸਟੇਟ ਜਨਰਲ ਦੀ ਮੀਟਿੰਗ ਨੂੰ ਬਾਈਕਾਟ ਕਰਨ ਤੋਂ ਬਾਅਦ ਆਪਣੇ ਆਪ ਨੂੰ ਇੱਕ ਕੀ ਡਿਕਲੇਅਰ ਕਰਦੀ ਹੈ? ਨੈਸ਼ਨਲ ਅਸੈਂਬਲੀ ਡਿਕਲੇਅਰ ਕਰ ਦਿੰਦੀ ਹੈ। 20 ਜੂਨ 1799 ਦੇ ਵਿੱਚ ਥਰਡ ਸਟੇਟ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਡਿਕਲੇਅਰ ਕਰ ਦਿੰਦੀ ਹੈ ਅਤੇ ਇਸ ਨੂੰ ਡਿਕਲੇਅਰ ਕਰਨ ਤੋਂ ਬਾਅਦ ਉਹ ਸਾਰੇ ਅਸੈਂਬਲ ਹੁੰਦੇ ਨੇ ਇੱਕ ਟੈਨਿਸ ਕੋਰਟ ਦੇ ਗਰਾਊਂਡ ਦੇ ਵਿੱਚ, ਜੋ ਕਿ ਵਰਸਾਏ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਅਤੇ ਇਸ ਦੇ ਵਿੱਚ ਇੱਕ ਕਸਮ ਖਾਧੀ ਜਾਂਦੀ ਹੈ ਕਿ ਜੋ ਨੈਸ਼ਨਲ ਅਸੈਂਬਲੀ ਬਣਾਈ ਗਈ ਹੈ
ਇਹ ਉਦੋਂ ਤੱਕ ਟੁੱਟੇਗੀ ਨਹੀਂ, ਉਦੋਂ ਤੱਕ ਡਿਸਪਰਸ ਨਹੀਂ ਹੋਏਗੀ ਜਦੋਂ ਤੱਕ ਕਿ ਫਰਾਂਸ ਦੇ ਵਿੱਚ ਇੱਕ ਐਸਾ ਕੌਨਸਟੀਟਿਊਸ਼ਨ ਨਹੀਂ ਬਣ ਜਾਂਦਾ, ਇੱਕ ਐਸਾ ਸੰਵਿਧਾਨ ਨਹੀਂ ਬਣ ਜਾਂਦਾ ਜਿਸ ਦੇ ਨਾਲ ਜੋ ਕਿੰਗ ਦੀ ਪਾਵਰ ਹੈ, ਜੋ ਪਾਵਰ ਆਫ ਮਨਾਰਚ ਹੈ, ਉਹ ਲਿਮਿਟ ਨਾ ਕੀਤੀ ਜਾਵੇ, ਲਿਮਿਟਡ ਪਾਵਰ ਨਾ ਹੋ ਜਾਵੇ। ਕਿਉਂਕਿ ਪਹਿਲਾਂ ਜੋ ਸਾਰੇ ਅਧਿਕਾਰ ਸੀ, ਟੈਕਸ ਲਗਾਉਣ ਦੇ ਅਧਿਕਾਰ, ਹੋਰ ਸਾਰੇ ਅਧਿਕਾਰ, ਉਹ ਕਿਸ ਦੇ ਕੋਲ ਸੀ? ਕਿੰਗ ਦੇ ਕੋਲ ਸੀ। ਕਿੰਗ ਚਾਹੁੰਦਾ ਤਾਂ ਕਿਸ ਮਰਜ਼ੀ ਤੇ ਟੈਕਸ ਲਗਾ ਸਕਦਾ ਸੀ, ਹਟਾ ਸਕਦਾ ਸੀ। ਤਾਂ ਇਸ ਜੋ ਮੀਟਿੰਗ ਦੇ ਵਿੱਚ ਕੀ ਡਿਸਕਸ ਕੀਤਾ ਗਿਆ, ਇੱਕ ਚੀਜ਼ ਰੱਖੀ ਗਈ ਕਿ ਜਦੋਂ ਤੱਕ ਹੁਣ ਫਰਾਂਸ ਦੇ ਵਿੱਚ ਇੱਕ ਕੌਨਸਟੀਟਿਊਸ਼ਨ ਨਹੀਂ ਬਣ ਜਾਂਦਾ, ਇੱਕ ਸੰਵਿਧਾਨ ਨਹੀਂ ਬਣ ਜਾਂਦਾ, ਉਦੋਂ ਤੱਕ ਇਹ ਅਸੈਂਬਲੀ ਨਹੀਂ ਟੁੱਟੇਗੀ, ਅਸੀਂ ਨੈਸ਼ਨਲ ਅਸੈਂਬਲੀ ਤਰ੍ਹਾਂ ਹੀ ਰਹਾਂਗੇ। ਤੇ ਇਸ ਅਸੈਂਬਲੀ ਦੇ ਮੂਵਮੈਂਟ ਦੇ ਜੋ ਲੀਡਰ ਸੀਗੇ, ਇਸ ਅਸੈਂਬਲੀ ਦੇ ਮੇਨ ਲੀਡਰ ਜਾਂ ਇਸ ਮੂਵਮੈਂਟ ਦੇ ਮੇਨ ਲੀਡਰ ਕੌਣ ਸੀ? ਮੀਰਾਬੇ ਐਂਡ ਐਬੀ ਸੇਇਸ। ਮੀਰਾਬੇ ਜੋ ਸੀਗੇ ਇਹ ਫਸਟ ਐਂਡ ਸੈਕਿੰਡ ਸਟੇਟ ਦੇ ਨਾਲ ਬਿਲੋਂਗ ਕਰਦੇ ਸੀਗੇ, ਫਸਟ ਐਂਡ ਸੈਕਿੰਡ ਸਟੇਟ ਦੇ ਨਾਲ ਇਹ ਬਿਲੋਂਗ ਕਰਦੇ ਸੀ, ਮੀਰਾਬੇ ਐਂਡ ਐਬੇ ਸੇਇਸ। ਜੋ ਮੀਰਾਬੇ ਸੀ, ਮੀਰਾਬੇ ਇਹ ਸੀਗੇ ਨੋਬਲ ਫੈਮਿਲੀ ਦੇ ਵਿੱਚੋਂ, ਮਤਲਬ ਕਿ ਜ਼ਗੀਰਦਾਰਾਂ ਦੇ ਵਿੱਚੋਂ, ਫਿਊਡਲ ਲਾਰਡਸ ਦੇ ਵਿੱਚੋਂ। ਤੇ ਐਬੇ ਸੇਇਸ ਇਹ ਸੀਗੇ ਇੱਕ ਤਰ੍ਹਾਂ ਦੇ ਪ੍ਰਿਸਟ, ਇਹ ਸੀਗੇ ਚਰਚ ਦੇ ਨਾਲ, ਯਾਨੀ ਕਿ ਫਸਟ ਸਟੇਟ ਦੇ ਨਾਲ ਬਿਲੋਂਗ ਕਰਦੇ ਸੀ ਤੇ ਇਹ ਸੈਕਿੰਡ ਸਟੇਟ ਦੇ ਨਾਲ ਬਿਲੋਂਗ ਕਰਦੇ ਸੀਗੇ। ਐਬੇ ਸੇਇਸ ਨੇ ਇਸ ਜੋ ਸਾਰੀ ਘਟਨਾ ਦੇ ਵਿੱਚ ਇੱਕ ਪੈਂਪਲੇਟ ਲਿਖਿਆ ਜਿਸ ਨੂੰ ਕਿਹਾ, ਜਿਸ ਦਾ ਨਾਮ ਕੀ ਹੈ? ਵਟ ਇਜ਼ ਦਾ ਥਰਡ ਸਟੇਟ। ਵਟ ਇਜ਼ ਦਾ ਥਰਡ ਸਟੇਟ। ਇਹ ਐਂਬਲਮ ਜਾਂ ਇਹ ਜੋ ਆਪਾਂ ਪੈਂਪਲੇਟ ਕਹਿ ਸਕਦੇ ਹਾਂ, ਇਹ ਕਿਸ ਨੇ ਲਿਖਿਆ ਸੀ? ਇਹ ਲਿਖਿਆ ਸੀ ਐਬੇ ਸੇਇਸ ਨੇ। ਇਹ ਫਸਟ ਸਟੇਟ ਦੇ ਨਾਲ ਬਿਲੋਂਗ ਕਰਦੇ ਸੀਗੇ ਤੇ ਮੀਰਾਬੇ ਇਹ ਸੈਕਿੰਡ ਸਟੇਟ ਦੇ ਨਾਲ ਬਿਲੋਂਗ ਕਰਦੇ ਸੀ। ਹੁਣ ਇਸ ਮੂਵਮੈਂਟ ਦੇ ਵਿੱਚ ਜੋ ਸਾਰੀਆਂ ਮੂਵਮੈਂਟਸ ਹੋਈਆਂ, ਥਰਡ ਸਟੇਟ ਨੇ ਬਾਈਕਾਟ ਕੀਤਾ, ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਘੋਸ਼ਿਤ ਕੀਤਾ। ਫਿਰ ਇਹ ਜੋ ਟੈਨਿਸ ਕੋਰਟ ਦੇ ਵਿੱਚ ਅਸੈਂਬਲ ਹੋਏ ਤੇ ਇੱਕ ਕਸਮ ਖਾਧੀ ਕਿ ਇਹ ਨੈਸ਼ਨਲ ਅਸੈਂਬਲੀ ਹੈ ਉਦੋਂ ਤੱਕ ਨਹੀਂ ਟੁੱਟੇਗੀ ਜਦੋਂ ਤੱਕ ਫਰਾਂਸ ਦੇ ਵਿੱਚ ਸੰਵਿਧਾਨ ਨਹੀਂ ਬਣ ਜਾਂਦਾ ਤੇ ਜੋ ਕਿੰਗ ਦੀ ਪਾਵਰ ਹੈ ਇਸ ਨੂੰ ਲਿਮਿਟਡ ਨਹੀਂ ਕੀਤਾ ਜਾਂਦਾ। ਤਾਂ ਇਸ ਸਾਰੀਆਂ ਜੋ ਮੂਵਮੈਂਟਸ ਨੇ, ਇਹਨਾਂ ਸਾਰੀਆਂ ਮੂਵਮੈਂਟਸ ਨੂੰ ਕੀ ਕਿਹਾ ਜਾਂਦਾ ਹੈ? ਟੈਨਿਸ ਕੋਰਟ ਓਥ ਕਿਹਾ ਜਾਂਦਾ ਹੈ, ਕਿਉਂਕਿ ਇਸ ਟੈਨਿਸ ਕੋਰਟ ਦੇ ਗਰਾਊਂਡ ਦੇ ਵਿੱਚ ਇੱਕ ਕਸਮ ਖਾਧੀ ਜਾਂਦੀ ਹੈ ਜੋ ਇਹ ਆਪਦੀ ਅਸੈਂਬਲੀ ਨੂੰ ਹਮੇਸ਼ਾ ਕਾਇਮ ਰੱਖਣ ਦੀ। ਤੇ ਇਹ ਕਿਸ ਦੀ ਡਾਇਰੈਕਸ਼ਨ ਦੇ ਵਿੱਚ ਹੁੰਦੀ ਹੈ? ਬੈਲੀ। ਬੈਲੀ ਕੌਣ ਸੀ? ਇਹ ਸੀਗੇ ਪ੍ਰੈਜ਼ੀਡੈਂਟ ਆਫ ਦਿਸ ਅਸੈਂਬਲੀ, ਪ੍ਰੈਜ਼ੀਡੈਂਟ ਆਫ ਨੈਸ਼ਨਲ ਅਸੈਂਬਲੀ ਸੀਗੇ ਇਹ ਬੈਲੀ। ਪਿਕ ਦੇ ਨਾਲ ਤੁਹਾਨੂੰ ਹੋਰ ਕਲੀਅਰ ਹੋਵੇਗਾ। ਇਹ ਜੋ ਪਰਸਨ ਨੇਗੇ, ਇਹ ਪਰਸਨ ਤੁਹਾਨੂੰ ਦਿਖਾਈ ਦੇ ਰਹੇ ਨੇ, ਇਹ ਨੇਗੇ ਬੈਲੀ। ਇਹਨੇ ਪ੍ਰੈਜ਼ੀਡੈਂਟ ਆਫ ਨੈਸ਼ਨਲ ਅਸੈਂਬਲੀ, ਜੋ ਅਸੈਂਬਲੀ ਇਕੱਠੀ ਹੋਈ ਸੀ ਟੈਨਿਸ ਕੋਰਟ ਦੇ ਗਰਾਊਂਡ ਦੇ ਵਿੱਚ, ਇਹ ਸਾਰੀ ਘਟਨਾ ਹੈ ਜੋ ਇਹ ਸਾਰਾ, ਇਸ ਨੂੰ ਕਿਹਾ ਜਾਂਦਾ ਹੈ ਟੈਨਿਸ ਕੋਰਟ ਓਥ। ਟੈਨਿਸ ਕੋਰਟ ਓਥ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਹੁਣ ਇਸ ਘਟਨਾ ਦੇ ਨਾਲ ਸਟੇਟ ਜਨਰਲ ਦੇ ਬਣਨ ਤੋਂ ਬਾਅਦ, ਉਸ ਨੂੰ ਬਾਈਕਾਟ ਕਰਨ ਤੋਂ ਬਾਅਦ, ਟੈਨਿਸ ਕੋਰਟ ਦੇ ਵਿੱਚ ਓਥ ਲੈਣ ਤੋਂ ਬਾਅਦ, ਇਹ ਸਾਰੀਆਂ ਘਟਨਾ ਹੋਣ ਤੋਂ ਬਾਅਦ ਕੀ ਇੰਪੈਕਟ ਪੈਂਦੇ ਨੇ? ਇਸ ਸਾਰੀ ਘਟਨਾ ਤੋਂ ਬਾਅਦ ਜੋ ਆਲ ਓਵਰ ਫਰਾਂਸ ਹੈ, ਸਾਰੇ ਫਰਾਂਸ ਦੇ ਵਿੱਚ ਜੋ ਕਿਸਾਨ ਨੇ, ਜੋ ਮਜ਼ਦੂਰ ਨੇ, ਉਹ ਇੱਕ ਰਿਵੋਲਟ ਸਟਾਰਟ ਕਰ ਦਿੰਦੇ ਨੇ। ਜੋ ਜਗੀਰਦਾਰ ਸੀ ਉਹਨਾਂ ਖਿਲਾਫ, ਲੋਕਲ ਫਿਊਡਲ ਲਾਰਡਸ ਦੇ ਖਿਲਾਫ। ਜੋ ਉਹਨਾਂ ਦਾ ਅਨਾਜ ਵਗੈਰਾ ਸਟੋਰ ਕੀਤਾ ਹੋਇਆ ਸੀ ਉਹਨਾਂ ਨੂੰ ਲੁੱਟ ਲਿਆ ਜਾਂਦਾ ਹੈ। ਜੋ ਉਹਨਾਂ ਦੇ ਲੈਂਡ ਰਿਕਾਰਡ ਸੀ, ਉਹਨਾਂ ਦੀ ਜ਼ਮੀਨ ਵਗੈਰਾ ਦੇ ਕਾਗਜ਼ਾਤ ਵਗੈਰਾ ਜੋ ਜਗੀਰਦਾਰਾਂ ਕੋਲ ਪਏ ਸੀ, ਫਿਊਡਲ ਲਾਰਡਸ ਕੋਲ ਪਏ ਸੀ, ਉਹਨਾਂ ਨੂੰ ਸਾੜ ਦਿੱਤਾ ਜਾਂਦਾ ਹੈ। ਤੇ ਇਸ ਸਾਰੇ ਇਨਸੀਡੈਂਟ ਨੂੰ ਕੀ ਕਿਹਾ ਜਾਂਦਾ ਹੈ? ਇਸ ਸਾਰੇ ਇਨਸੀਡੈਂਟ ਨੂੰ ਕਿਹਾ ਜਾਂਦਾ ਹੈ ਦਾ ਗ੍ਰੇਟ ਫੀਅਰ। ਦਾ ਗ੍ਰੇਟ ਫੀਅਰ ਕੀ ਹੈ ਕਿ ਫਰਾਂਸ ਦੇ ਵਿੱਚ ਜਦੋਂ ਕਿਸਾਨਾਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ ਸੀ ਜਗੀਰਦਾਰਾਂ ਦੇ ਖਿਲਾਫ, ਉਹਨਾਂ ਦੇ ਅਨਾਜ ਵਗੈਰਾ ਲੁੱਟ ਲਿਆ ਗਿਆ ਸੀ ਤੇ ਆਪਣੀ ਜ਼ਮੀਨ ਦੇ ਜੋ ਕਾਗਜ਼ ਵਗੈਰਾ ਉਹਨਾਂ ਜਗੀਰਦਾਰਾਂ ਕੋਲ ਪਏ ਸੀ ਉਹਨਾਂ ਨੂੰ ਸਾੜ ਦਿੱਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਜੋ ਪੈਰਿਸ ਦੇ ਵਿੱਚ ਵੀ ਵਿਦਰੋਹ ਸ਼ੁਰੂ ਹੋ ਗਏ, ਜਲਸੇ ਸ਼ੁਰੂ ਹੋ ਗਏ ਅਸੈਂਬਲੀ ਦੀ ਸਪੋਰਟ ਦੇ ਵਿੱਚ ਤੇ ਕਿੰਗ ਦੇ ਖਿਲਾਫ। ਇਸ ਘਟਨਾ ਦੇ ਵਿੱਚ ਬਹੁਤ ਸਾਰਾ ਲਾਅ ਇੱਥੇ ਆਰਡਰ ਤੋੜੇ ਗਏ, ਬਹੁਤ ਸਾਰੇ ਕਾਨੂੰਨ ਟੁੱਟੇ ਤੇ ਸਾਰੇ ਫਰਾਂਸ ਦੇ ਵਿੱਚ ਇੱਕ ਕ੍ਰਾਂਤੀਕਾਰੀ ਸਪਿਰਿਟ ਸ਼ੁਰੂ ਹੋ ਗਈ। ਸਾਰੇ ਇੱਕ ਇਨਸਾਨ ਦੇ ਵਿੱਚ, ਜੋ ਫਰਾਂਸ ਦੇ ਵਿੱਚ ਕਾਮਨ ਮੈਨ ਸੀ, ਉਸਦੇ ਮਨ ਦੇ ਵਿੱਚ ਇੱਕ ਕ੍ਰਾਂਤੀਕਾਰੀ ਜੋ ਸ਼ੁਰੂ ਹੋ ਗਈ ਸੀਗੀ ਕ੍ਰਾਂਤੀ ਕਿ ਅਸੀਂ ਆਜ਼ਾਦੀ ਲੈਣੀ ਹੈ, ਕਿੰਗ ਤੋਂ ਆਜ਼ਾਦ ਹੋਣਾ। ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦੇ ਹੋਏ, ਕਿਸਾਨਾਂ ਵੱਲੋਂ ਕੀਤੇ ਗਏ ਵਿਦਰੋਹ ਨੂੰ ਦੇਖਦੇ ਹੋਏ, ਪੈਰਿਸ ਦੇ ਵਿੱਚ ਵਿਦਰੋਹ ਨੂੰ ਦੇਖਦੇ ਹੋਏ, ਲੂਇਸ 16 ਆਪਣੀ ਮਿਲਟਰੀ ਨੂੰ ਕੀ ਕਰਦਾ ਹੈ? ਆਰਡਰ ਦਿੰਦਾ ਹੈ ਕਿ ਉਹ ਪੈਰਿਸ ਦੇ ਵਿੱਚ ਅਸੈਂਬਲ ਹੋ ਜਾਣ ਤੇ ਜੋ ਪੈਲੇਸ ਆਫ ਵਰਸਾਏ ਹੈ ਇਸ ਦੇ ਬਾਹਰ ਵੀ ਖੜੇ ਹੋ ਜਾਣ ਕਿਉਂਕਿ ਆਪਦੀ ਸਿਕਿਉਰਿਟੀ ਦੇ ਲਈ। ਬਟ ਲੂਇਸ 16 ਦੇ ਇਸ ਆਰਡਰ ਨੂੰ ਜੋ ਕਾਮਨ ਮੈਨ ਨੇ, ਜੋ ਆਮ ਨਾਗਰਿਕ ਨੇ, ਉਹ ਇੱਕ ਗਲਤ ਤਰੀਕੇ ਨਾਲ ਲੈਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਲੂਇਸ 16 ਨੇ ਮਿਲਟਰੀ ਨੂੰ ਆਰਡਰ ਦਿੱਤਾ ਹੈ ਕਿ ਉਹ ਜਾ ਕੇ ਉਹਨਾਂ ਸਭ ਨੂੰ
ਕੰਪਰੈਸ ਕਰੇ ਉਹਨਾਂ ਉੱਪਰ, ਉਹਨਾਂ ਨੂੰ ਹਟਾਵੇ ਇਸ ਚੀਜ਼ ਤੋਂ, ਉਹਨਾਂ ਨੂੰ ਰੋਕੇ ਇਸ ਚੀਜ਼ ਤੋਂ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਕੀ ਹੁੰਦੀ ਹੈ, ਨੈਕਸਟ ਘਟਨਾ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਸਟੋਰਮਿੰਗ ਆਫ ਦਾ ਬੈਸਟਾਈਲ। ਬੈਸਟਾਈਲ ਇੱਕ ਫੋਰਟ ਹੈ ਜੋ ਫਰਾਂਸ ਦੇ ਵਿੱਚ ਸੀ। ਲੂਈ 16 ਦੇ ਆਪਦੀ ਆਰਮੀ ਨੂੰ ਆਰਡਰ ਦੇਣ ਤੋਂ ਬਾਅਦ ਕਿ ਉਹ ਪੈਰਿਸ ਦੇ ਵਿੱਚ ਅਸੈਂਬਲ ਹੋ ਜਾਏ, ਪੈਲਸ ਆਫ ਵਰਸਾਏ ਦੇ ਬਾਹਰ ਅਸੈਂਬਲ ਹੋ ਜਾਏ, ਕਿਉਂਕਿ ਗੁੱਸੇ ਜੋ ਭੀੜ ਹੈ ਗੁੱਸੇ ਦੇ ਵਿੱਚ ਆ ਕੇ ਪੈਲਸ ਆਫ ਵਰਸਾਏ ਦੇ ਉੱਪਰ ਹਮਲਾ ਨਾ ਕਰਦੇ ਜਾਂ ਲੂਈ 16 ਨੂੰ ਕੁਛ ਨਾ ਕਰਦੇ। ਬਟ ਇਸ ਆਰਡਰ ਨੂੰ ਗਲਤ ਤਰੀਕੇ ਨਾਲ ਆਮ ਨਾਗਰਿਕ ਤੱਕ ਪਹੁੰਚਾਇਆ ਜਾਂਦਾ ਹੈ। ਇੱਕ ਅੱਗ ਵਾਂਗੂ ਇਹ ਗੱਲ ਫੈਲ ਜਾਂਦੀ ਹੈ ਕਿ ਲੂਈ 16 ਨੇ ਆਪਣੇ ਆਰਮੀ ਨੂੰ ਆਰਡਰ ਦੇ ਦਿੱਤੇ ਕਿ ਜਾ ਕੇ ਜੋ ਆਮ ਨਾਗਰਿਕ ਨੇ ਇਹਨਾਂ 'ਤੇ ਹਮਲਾ ਕਰੋ, ਇਹਨਾਂ ਨੂੰ ਮਾਰੋ। ਤਾਂ ਸਟੋਰਮਿੰਗ ਆਫ ਬੈਸਟਾਈਲ ਇਹ ਘਟਨਾ ਕਦੋਂ ਹੁੰਦੀ ਹੈ? ਇਹ ਹੁੰਦੀ ਹੈ 14 ਜੁਲਾਈ 1799 ਦੇ ਵਿੱਚ। 14 ਜੁਲਾਈ 1799 ਦੇ ਵਿੱਚ ਇਹ ਘਟਨਾ ਹੁੰਦੀ ਹੈ। ਜੋ ਇਹ ਬੈਸਟਾਈਲ ਨਾਂ ਦਾ ਕਿਲ੍ਹਾ ਸੀ, ਇਹ ਇੱਕ ਤਰ੍ਹਾਂ ਨਾਲ ਪ੍ਰਿਜ਼ਨ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਸੀ, ਜੇਲ੍ਹ ਦੀ ਤਰ੍ਹਾਂ ਇਹ ਯੂਜ਼ ਕੀਤਾ ਜਾਂਦਾ ਸੀ। ਅਤੇ ਇਹ ਜੋ ਕਿਲ੍ਹਾ ਸੀ ਇਹ ਇੱਕ ਤਰ੍ਹਾਂ ਨਾਲ ਸਿੰਬਲ ਮੰਨਿਆ ਜਾਂਦਾ ਸੀ ਰਾਇਲ ਓਪਰੇਸ਼ਨਸ ਵੱਲੋਂ, ਯਾਨੀ ਕਿ ਜੋ ਰਾਇਲ ਫੈਮਿਲੀ ਵੱਲੋਂ, ਜੋ ਰਾਜੇ ਵੱਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਇੱਕ ਸਿੰਬਲ ਦੀ ਤਰ੍ਹਾਂ ਰਿਪਰਜੈਂਟ ਕੀਤਾ ਜਾਂਦਾ ਸੀ ਬੈਸਟਾਈਲ ਨੂੰ। ਤਾਂ ਜੋ ਗੁੱਸੇ ਹੋਏ ਵਿੱਚ ਆਈ ਹੋਈ ਭੀੜ ਉਹ ਬੈਸਟਾਈਲ ਦੀ ਤਰਫ ਮਾਰਚ ਕਰਦੀ ਹੈ, ਇਸ ਦੇ ਉੱਪਰ ਹਮਲਾ ਕਰਦੀ ਹੈ। ਇਸ ਹਮਲੇ ਦਾ ਮੇਨ ਮੋਟਿਵ ਕੀ ਸੀ ਕਿ ਉਸ ਦੇ ਵਿੱਚੋਂ ਉਹਨਾਂ ਨੂੰ ਸੀ ਕਿ ਇਸ ਕਿਲ੍ਹੇ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਹਥਿਆਰ ਵਗੈਰਾ ਮਿਲ ਜਾਣਗੇ ਜੋ ਕਿ ਲੂਈ 16 ਦੀ ਆਰਮੀ ਦੇ ਖਿਲਾਫ ਉਹ ਯੂਜ਼ ਕਰਨਗੇ। ਬਟ ਉਹ ਜਦੋਂ ਹੀ ਬੈਸਟਾਈਲ ਦੇ ਉੱਪਰ ਹਮਲਾ ਕਰਦੇ ਨੇ ਉਹਨਾਂ ਨੂੰ ਉੱਥੋਂ ਕੁਛ ਵੀ ਨਹੀਂ ਮਿਲਦਾ। ਸਿਰਫ ਉਸ ਕਿਲ੍ਹੇ ਦੇ ਵਿੱਚ 7 ਪ੍ਰਿਜ਼ਨਰ ਹੁੰਦੇ ਨੇ, 7 ਕੈਦੀ ਹੁੰਦੇ ਨੇ ਜਿਨ੍ਹਾਂ ਨੂੰ ਕਿ ਉਹ ਬਾਅਦ ਵਿੱਚ ਆਜ਼ਾਦ ਕਰਵਾ ਲੈਂਦੇ ਨੇ। ਇਸ ਦੇ ਨਾਲ ਇਹ ਹੋਰ ਲੋਕ ਜੋ ਗੁੱਸੇ ਵਿੱਚ ਹੋਰ ਵੀ ਜ਼ਿਆਦਾ ਗੁੱਸੇ 'ਚ ਆ ਜਾਂਦੇ ਨੇ ਅਤੇ ਉਹ ਜੋ ਬੈਸਟਾਈਲ ਨੂੰ ਬਿਲਕੁਲ ਹੀ ਤੋੜ ਦਿੰਦੇ ਨੇ, ਉਸ ਕਿਲ੍ਹੇ ਨੂੰ ਬਿਲਕੁਲ ਹੀ ਤਹਿਸ ਨਹਿਸ ਕਰ ਦਿੰਦੇ ਨੇ। ਅਤੇ ਇਸ ਦੇ ਜੋ ਦਿਨ ਹੈ ਇਸ ਨੂੰ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਬੈਸਟਾਈਲ ਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਜੋ ਤੋੜਿਆ ਹੋਇਆ ਕਿਲ੍ਹਾ ਸੀ ਉਸ ਦੀਆਂ ਜੋ ਇੱਕ ਇੱਕ ਇੱਟ ਸੀ ਉਸਨੂੰ ਮਾਰਕੀਟ ਦੇ ਵਿੱਚ ਵੇਚਿਆ ਗਿਆ। ਇੱਕ ਚੀਜ਼ ਦੀ ਇੱਕ ਜੋ ਆਪਾਂ ਕਹਿ ਸਕਦੇ ਹਾਂ ਕਿ ਚਿੰਨ੍ਹ ਦੀ ਤਰ੍ਹਾਂ ਇਸ ਨੂੰ ਵਰਤਿਆ ਗਿਆ, ਇੱਕ ਸਿੰਬਲ ਦੀ ਤਰ੍ਹਾਂ ਵਰਤਿਆ ਗਿਆ ਕਿ ਰਾਜੇ ਦੇ ਖਿਲਾਫ ਸਾਡੀ ਇਹ ਜੰਗ ਦਾ ਆਗਾਜ਼ ਹੈ। ਤਾਂ ਇਸ ਦੇ ਦੇਖੋ ਇਹ ਹੈ ਪੈਲਸ ਜੋ ਬੈਸਟਾਈਲ ਨਾਂ ਦਾ ਇਹ ਕਿਲ੍ਹਾ ਹੈ, ਇਸ ਦੇ ਉੱਪਰ ਹਮਲਾ ਕੀਤਾ ਗਿਆ ਸੀ। ਇਹ ਦੇਖੋ ਇਹ ਆਮ ਨਾਗਰਿਕ ਨੇ ਜੋ ਕਿ ਬੈਸਟਾਈਲ ਦੀਆਂ ਕੰਧਾਂ ਵਗੈਰਾ ਨੂੰ ਢਾਹ ਰਹੇ ਨੇਗੇ, ਕਿਲ੍ਹੇ ਨੂੰ ਤਹਿਸ ਨਹਿਸ ਕਰ ਰਹੇ ਨੇਗੇ। ਨੈਕਸਟ ਘਟਨਾ ਆਉਂਦੀ ਹੈ ਜੀ ਵੂਮੈਨਜ਼ ਮਾਰਚ ਔਨ ਵਰਸਾਏ। ਔਰਤਾਂ ਵੱਲੋਂ ਪੈਲਸ ਆਫ ਵਰਸਾਏ ਦੀ ਤਰਫ ਕੂਚ ਕਰਨਾ, ਉਹਨਾਂ ਦੀ ਤਰਫ ਮਾਰਚ ਕਰਨਾ। ਇਹ ਘਟਨਾ ਹੁੰਦੀ ਹੈ ਅਕਤੂਬਰ 1799 ਦੇ ਵਿੱਚ। ਹੁਣ ਇਸ ਘਟਨਾ ਦੇ ਪਿੱਛੇ ਦਾ ਕਾਰਨ ਕੀ ਹੈ? 1789 ਦੇ ਟਾਈਮ ਤੱਕ ਜੋ ਫਰਾਂਸ ਦੀ ਇਕਨੋਮਿਕ ਕੰਡੀਸ਼ਨ ਸੀ ਉਹ ਬਹੁਤ ਜ਼ਿਆਦਾ ਪੂਅਰ ਹੋ ਗਈ ਸੀ, ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ। ਫਰਾਂਸ ਦੇ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਹੋ ਗਈ ਸੀਗੀ ਫੂਡ ਦੀ। ਲੋਕ ਜੋ ਸੀਗੇ ਆਪਣੇ ਕਾਮਨ ਫੂਡ ਬ੍ਰੈਡ ਦੇ ਲਈ ਵੀ ਤਰਸ ਰਹੇ ਸੀਗੇ, ਉਹਨਾਂ ਨੂੰ ਬ੍ਰੈਡ ਖਾਣ ਨੂੰ ਵੀ ਨਹੀਂ ਮਿਲ ਰਹੇ ਸੀਗੇ। ਉਹਨਾਂ ਜੋ ਕਾਮਨ ਫੂਡ ਸੀਗਾ, ਜੋ ਆਮ ਉਹਨਾਂ ਦੀ ਖੁਰਾਕ ਸੀ ਬ੍ਰੈਡ, ਉਹ ਵੀ ਉਹਨਾਂ ਤੱਕ ਪਹੁੰਚਾਈ ਨਹੀਂ ਜਾ ਰਹੀ ਸੀ ਅਤੇ ਪ੍ਰਾਈਜ਼ਿਸ ਵਗੈਰਾ ਬਹੁਤ ਜ਼ਿਆਦਾ ਹਾਈ ਹੋ ਚੁੱਕੇ ਸੀਗੇ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜੋ ਫਰਾਂਸ ਦੇ ਲੋਕ ਸੀ ਬਹੁਤ ਜ਼ਿਆਦਾ ਘਟੀਆ ਹਾਲਤ ਦੇ ਵਿੱਚ ਰਹਿ ਰਹੇ ਸੀਗੇ, ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਰਹਿ ਰਹੇ ਸੀਗੇ। ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਹੀ ਇੱਕ ਰਿਊਮਰ ਫੈਲਦਾ ਹੈ ਜੋ ਕਿ ਫਰਾਂਸ ਦੇ ਲੋਕਾਂ ਤੱਕ ਪੈਰਿਸ ਦੇ ਵਿੱਚ ਪਹੁੰਚਦਾ ਹੈ ਕਿ ਜੋ ਤੁਸੀਂ ਸਾਰੇ ਤਾਂ ਭੁੱਖੇ ਮਰ ਰਹੇ ਹੋ, ਬਟ ਜੋ ਪੈਲਸ ਆਫ ਵਰਸਾਏ ਹੈ, ਪੈਲਸ ਆਫ ਵਰਸਾਏ ਦੇ ਵਿੱਚ ਰਾਇਲ ਫੈਮਿਲੀ ਕੀ ਕਰ ਰਹੀ ਹੈ? ਪਾਰਟੀ ਕਰ ਰਹੀ ਹੈ। ਤਾਂ ਇਸ ਚੀਜ਼ ਨੂੰ ਸੁਣਦੇ ਹੋਏ ਕਿ ਅਸੀਂ ਸਾਰੇ ਲੋਕ ਤਾਂ ਭੁੱਖੇ ਮਰ ਰਹੇ, ਸਾਡੇ ਬੱਚੇ ਸਾਡੇ ਬਜ਼ੁਰਗ ਭੁੱਖੇ ਮਰ ਰਹੇ ਨੇ, ਬਟ ਜੋ ਕਿੰਗ ਹੈ, ਜੋ ਰਾਇਲ ਫੈਮਿਲੀ ਉਹ ਖੁਦ ਕੀ ਕਰ ਰਹੀ ਹੈ? ਪੈਲਸ ਦੇ ਵਿੱਚ ਪਾਰਟੀਜ਼ ਔਰਗਨਾਈਜ਼ ਕਰ ਰਹੀ ਹੈ। ਇਸ ਚੀਜ਼ ਨੂੰ ਦੇਖਦੇ ਹੋਏ ਜੋ ਪੈਰਿਸ ਦੀਆਂ ਜੋ ਫਰਾਂਸ ਦੀਆਂ ਔਰਤਾਂ ਸੀ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦੀਆਂ ਨੇ। ਤਾਂ ਲਗਭਗ 7000 ਵੂਮੈਨਸ ਨੇ ਉਹ ਇਕੱਠੀਆਂ ਹੁੰਦੀਆਂ ਨੇ ਅਤੇ ਮਾਰਚ ਕਰਦੀਆਂ ਨੇ ਟੁਵਾਰਡ ਪੈਲੇਸ ਆਫ ਵਰਸਾਏ। ਪੈਲੇਸ ਆਫ ਵਰਸਾਏ ਦੀ ਤਰਫ ਇਹ ਕੂਚ ਕਰ ਦਿੰਦੀਆਂ ਨੇ। ਇਹ ਔਰਤਾਂ ਫੁੱਲ ਆਫ ਐਂਗਰ ਸੀਗੀਆਂ, ਇਹਨਾਂ ਵਿੱਚ ਬਹੁਤ ਸਾਰਾ ਗੁੱਸਾ ਆਇਆ ਹੋਇਆ ਸੀ ਅਤੇ ਇਹਨਾਂ ਨੇ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਗਾਰਡਸ ਵਗੈਰਾ ਜਿੰਨੇ ਵੀ ਸੈਨਿਕ ਵਗੈਰਾ ਆਏ ਉਹਨਾਂ ਨੂੰ ਕਤਲ ਕਰ ਦਿੱਤਾ ਸੀ, ਉਹਨਾਂ ਨੂੰ ਕਿਲ ਕਰ ਦਿੱਤਾ ਸੀ। ਅਤੇ ਪਰ ਉਹ ਜਦ ਜਾ ਕੇ ਪੈਲਸ ਆਫ ਵਰਸਾਏ ਦੇ ਵਿੱਚ ਦੇਖਦੀਆਂ ਨੇ ਤਾਂ ਉੱਥੇ ਕੋਈ ਵੀ ਪਾਰਟੀ ਨਹੀਂ ਹੁੰਦੀ, ਸਭ ਕੁਝ ਸ਼ਾਂਤ ਹੁੰਦਾ ਹੈ। ਬਟ ਫਿਰ ਵੀ ਇਹਨਾਂ ਦਾ ਗੁੱਸਾ ਸ਼ਾਂਤ ਨਹੀਂ ਹੁੰਦਾ। ਇਹ ਰਾਇਲ ਫੈਮਿਲੀ ਨੂੰ ਇੱਕ ਆਰਡਰ ਦਿੰਦੀਆਂ ਨੇ ਕਿ ਤੁਸੀਂ ਪੈਲਸ ਆਫ ਵਰਸਾਏ ਨੂੰ ਛੱਡ ਕੇ ਹੁਣ ਕਿੱਥੇ ਰਹੋਗੇ? ਸਾਡੇ ਨਾਲ ਰਹੋਗੇ ਪੈਰਿਸ ਦੇ ਵਿੱਚ, ਤਾਂ ਕਿ ਤੁਹਾਨੂੰ ਸਾਡੀ ਕੰਡੀਸ਼ਨਸ ਦਾ ਪਤਾ ਲੱਗੇ ਕਿ ਅਸੀਂ ਕੈਸੀ ਜ਼ਿੰਦਗੀ ਜੀ ਰਹੇ ਹਾਂ, ਕਿਸ ਕੰਡੀਸ਼ਨਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਡੀਆਂ ਸਿਚੁਏਸ਼ਨਸ ਕੈਸੀਆਂ ਨੇ। ਤਾਂ ਰਾਇਲ ਫੈਮਿਲੀ ਨੂੰ ਨਾ ਚਾਹੁੰਦੇ ਹੋਏ ਵੀ ਲੂਈ 16 ਐਂਡ ਉਸਦੀ ਵਾਈਫ ਮਾਰੀਆ ਨੂੰ ਪੈਰਿਸ ਕੰਨੀ ਮੂਵ ਕਰਨਾ ਪੈਂਦਾ ਹੈ ਅਤੇ ਪੈਲੇਸ ਆਫ ਵਰਸਾਏ ਨੂੰ ਛੱਡਣਾ ਪੈਂਦਾ ਹੈ। ਦੇਖੋ ਇਹ ਹੈ ਉਹ ਘਟਨਾ। ਔਰਤਾਂ ਪੈਲੇਸ ਆਫ ਵਰਸਾਏ ਦੇ ਕੰਨੀ ਕੂਚ ਕਰ ਰਹੀਆਂ ਨੇ। ਲਗਭਗ 7000 ਔਰਤਾਂ ਨੇ ਇਹ ਕੂਚ ਕੀਤਾ ਸੀਗਾ, ਮਾਰਚ ਕੀਤਾ ਸੀ ਟੁਵਾਰਡ ਪੈਲੇਸ ਆਫ ਵਰਸਾਏ ਦੇ ਕੰਨੀ।
ਹੁਣ ਇਸ ਦੇ ਕੀ ਇੰਪੈਕਟ ਪਏ? ਇਸ ਘਟਨਾਵਾਂ ਦੇ ਇੰਪੈਕਟ ਜੋ ਬਸਟਾਈਲ ਦੇ ਕਿਲੇ ਨੂੰ ਢਾਹਣਾ ਤੇ ਔਰਤਾਂ ਦਾ ਪੈਲਸ ਆਫ ਵਰਸਾਏ ਦੀ ਕੰਨੀ ਕੂਚ ਕਰਨਾ ਤੇ ਰਾਇਲ ਫੈਮਿਲੀ ਨੂੰ ਉਸ ਤੋਂ ਬਾਹਰ ਕੱਢ ਕੇ ਪੈਰਿਸ ਵਿੱਚ ਲੈ ਕੇ ਆਉਣਾ, ਇਹਨਾਂ ਸਾਰਿਆਂ ਦਾ ਇੰਪੈਕਟ ਪੈਂਦਾ ਹੈ ਕਿ ਜੋ ਨੈਸ਼ਨਲ ਅਸੈਂਬਲੀ, ਜੋ ਥਰਡ ਸਟੇਟ ਵੱਲੋਂ ਬਣਾਈ ਗਈ ਨੈਸ਼ਨਲ ਅਸੈਂਬਲੀ ਸੀ, ਹੁਣ ਉਹ ਕੀ ਬਣ ਚੁੱਕੀ ਸੀ? ਨੈਸ਼ਨਲ ਕੌਂਸਟੀਟਿਊਐਂਟ ਅਸੈਂਬਲੀ ਬਣ ਚੁੱਕੀ ਸੀ। ਤੇ ਆਰਡਰ ਦਿੰਦੀ ਹੈ ਕਿ ਜੋ ਫਿਊਡਲਿਜ਼ਮ, ਜੋ ਜਾਗੀਰਦਾਰੀ ਸਿਸਟਮ ਹੈ, ਉਸ ਨੂੰ ਖਤਮ ਕਰ ਦਿੱਤਾ ਜਾਊ ਤੇ ਜੋ ਸਭ ਲੋਕਾਂ ਦੇ ਉੱਪਰ ਇੱਕ ਸਿਮਿਲਰ, ਇੱਕ ਯੂਨੀਫਾਰਮ ਟੈਕਸ ਲਗਾਇਆ ਜਾਊਗਾ। ਇਹ ਨਹੀਂ ਹੈਗਾ ਕਿ ਸਾਰੇ ਟੈਕਸ ਥਰਡ ਸਟੇਟ ਨੂੰ ਭਰਨੇ ਪੈਣਗੇ, ਫਸਟ ਐਂਡ ਸੈਕਿੰਡ ਨੂੰ ਕੋਈ ਨਹੀਂ। ਹੁਣ ਹਰ ਇੱਕ ਇਨਸਾਨ ਦੇ ਉੱਪਰ ਇੱਕ ਯੂਨੀਫਾਰਮ ਟੈਕਸ ਲਗਾਇਆ ਜਾਏਗਾ। ਇਸ ਚੀਜ਼ ਨੂੰ ਦੇਖਦੇ ਹੋਏ ਜੋ ਬਹੁਤ ਸਾਰੇ ਨੋਬਲ ਸੀਗੇ, ਬਹੁਤ ਸਾਰੇ ਜਾਗੀਰਦਾਰ ਸੀਗੇ, ਅੱਛੀ ਫੈਮਿਲੀ ਦੇ ਲੋਕ ਸੀ, ਉਹ ਜੋ ਨੇਬਰਿੰਗ ਕੰਟਰੀ ਸੀਗੀਆਂ, ਆਪਣੇ ਗੁਆਂਢੀ ਦੇਸ਼ ਸੀ, ਉਹਨਾਂ ਕੰਨੀ ਕੂਚ ਕਰ ਜਾਂਦੇ ਨੇ, ਉਹਨਾਂ ਕੰਨੀ ਭੱਜ ਜਾਂਦੇ ਨੇ। ਦੋ ਕਲਰਜੀ ਦਾ ਮਤਲਬ ਪਾਵਰ ਆਫ ਚਰਚ, ਜੋ ਚਰਚ ਦੀ ਪਾਵਰ ਸੀਗੀ ਉਸ ਨੂੰ ਘਟਾ ਦਿੱਤਾ ਗਿਆ 1/3 ਦੇ ਨਾਲ, ਤੇ ਸਿਵਲ ਆਫਿਸਰਸ ਅਪੁਆਇੰਟ ਕੀਤੇ ਗਏ ਜੋ ਜਿੰਨੇ ਵੀ ਟੈਕਸ ਵਗੈਰਾ ਸੀ ਉਹਨਾਂ ਨੂੰ ਇਕੱਠਾ ਕਰਨ ਦੇ ਲਈ। ਇਸ ਚੀਜ਼ ਨੂੰ ਦੇਖਦੇ ਹੋਏ ਜੋ ਬਿਸ਼ਪ ਸੀਗੇ, ਫਾਦਰ ਸੀਗੇ ਜਾਂ ਪੋਪ ਸੀਗੇ, ਉਹ ਵੀ ਗੁੱਸਾ ਹੋ ਜਾਂਦੇ ਨੇ, ਬਟ ਉਹ ਕਰ ਕੁਝ ਵੀ ਨਹੀਂ ਸਕਦੇ ਸੀ। ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਜੋ ਫਰਾਂਸ ਹੈ ਹੁਣ ਉਹ ਕੀ ਬਣ ਗਿਆ? ਕੌਂਸਟੀਟਿਊਸ਼ਨਲ ਮੋਨਾਰਚੀ ਬਣ ਗਿਆ। ਪਹਿਲਾਂ ਇਹ ਐਬਸੋਲਿਊਟ ਮੋਨਾਰਚੀ ਸੀ, ਮਤਲਬ ਕਿ ਸਾਰੀ ਪਾਵਰ ਕਿਸ ਦੇ ਹੱਥ ਸੀ? ਓਨਲੀ ਕਿੰਗ ਦੇ ਹੱਥ 'ਚ ਸੀ। ਬਟ ਹੁਣ ਅੱਧੀ ਪਾਵਰ ਨੈਸ਼ਨਲ ਅਸੈਂਬਲੀ ਦੇ ਹੱਥ 'ਚ ਹੈ, ਤੇ ਅੱਧੀ ਪਾਵਰ ਕਿਸ ਦੇ ਹੱਥ 'ਚ ਹੈ? ਕਿੰਗ ਦੇ ਹੱਥ 'ਚ ਹੈ। ਠੀਕ ਹੈ, ਹੁਣ ਜੋ ਸੀਗਾ ਫਰਾਂਸ ਐਬਸੋਲਿਊਟ ਮੋਨਾਰਚੀ ਤੋਂ ਚੇਂਜ ਹੋ ਕੇ ਕੌਂਸਟੀਟਿਊਸ਼ਨਲ ਮੋਨਾਰਚੀ ਬਣ ਚੁੱਕਿਆ ਸੀ। 1791 ਦੇ ਵਿੱਚ ਨੈਸ਼ਨਲ ਅਸੈਂਬਲੀ ਡਰਾਫਟ ਕੰਪਲੀਟ ਕਰਦੀ ਹੈ ਕੌਂਸਟੀਟਿਊਸ਼ਨ ਦਾ। ਇਸ ਚਾਰਟ ਦੇ ਨਾਲ ਤੁਹਾਨੂੰ ਹੋਰ ਸਮਝ ਆਵੇਗਾ। ਨੈਸ਼ਨਲ ਕੌਂਸਟੀਟਿਊਟ ਅਸੈਂਬਲੀ ਤੋਂ ਬਾਅਦ ਕੌਂਸਟੀਟਿਊਸ਼ਨਲ ਮੋਨਾਰਚੀ ਸਟਾਰਟ ਹੋਣ ਤੋਂ ਬਾਅਦ ਸਿਟੀਜ਼ਨਸ ਨੂੰ ਦੋ ਪਾਰਟਸ ਦੇ ਵਿੱਚ ਵੰਡ ਦਿੱਤਾ ਗਿਆ, ਐਕਟਿਵ ਸਿਟੀਜ਼ਨ ਐਂਡ ਪੈਸਿਵ ਸਿਟੀਜ਼ਨਸ ਦੇ ਵਿੱਚ। ਜੋ ਐਕਟਿਵ ਸਿਟੀਜ਼ਨ ਸੀ ਉਹਨਾਂ ਦੀ ਪੋਪੂਲੇਸ਼ਨ ਸੀ 4 ਮਿਲੀਅਨ, ਤੇ ਜੋ ਪੈਸਿਵ ਸਿਟੀਜ਼ਨ ਸੀ ਉਹ ਸੀਗੇ ਲਗਭਗ 3 ਮਿਲੀਅਨ। ਇਹਦੇ ਵਿੱਚ ਜੋ ਆਉਂਦੇ ਸੀਗੇ ਮੈਨ ਹੀ ਵਗੈਰਾ ਸੀਗੇ। ਐਕਟਿਵ ਸਿਟੀਜ਼ਨ ਉਹ ਸੀਗੇ ਜਿਨ੍ਹਾਂ ਵਿੱਚ ਨੂੰ ਵੋਟ ਪਾਉਣ ਦਾ ਅਧਿਕਾਰ ਸੀਗਾ, ਤੇ ਪੈਸਿਵ ਸਿਟੀਜ਼ਨ ਉਹ ਸੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਸੀਗਾ। ਇਸ ਵਿੱਚ ਕੌਣ ਆਉਂਦੇ ਸੀਗੇ? ਔਰਤਾਂ, ਬੱਚੇ ਤੇ ਉਹ ਲੋਕ ਜੋ ਕਿ 25 ਸਾਲ ਤੋਂ ਘੱਟ ਉਮਰ ਦੇ ਸੀ। ਇਹਨਾਂ ਨੂੰ ਤਾਂ ਇੱਕ ਅਲੱਗ ਹੀ ਕੈਟਾਗਰੀ ਵਿੱਚ ਰੱਖ ਦਿੱਤਾ ਗਿਆ ਤੇ ਇਹਨਾਂ ਨੂੰ ਕੋਈ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ। ਤੇ ਐਕਟਿਵ ਸਿਟੀਜ਼ਨ ਕੌਣ ਸੀ? ਜਿਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ। ਪੈਸਿਵ ਸਿਟੀਜ਼ਨ ਜਿਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ। ਹੁਣ ਐਕਟਿਵ ਸਿਟੀਜ਼ਨ ਦੇ ਕੋਲ ਹੁਣ ਪਾਵਰ ਸੀ ਕਿ ਉਹ ਵੋਟ ਪਾ ਕੇ ਕੁਛ ਚੁਣ ਸਕਦੇ ਸੀ, ਤੇ ਜੋ ਸਾਰੀ ਐਡਮਿਨਿਸਟ੍ਰੇਸ਼ਨ ਸੀਗਾ, ਜੋ ਸਾਰਾ ਐਡਮਿਨਿਸਟ੍ਰੇਸ਼ਨ ਸੀ ਉਸ ਨੂੰ 3 ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ, ਜੁਡੀਸ਼ਰੀ, ਐਗਜ਼ੀਕਿਊਟਿਵ ਐਂਡ ਲੈਗਿਸਲੇਚਰ। 3 ਦੇ ਵਿੱਚ ਐਡਮਿਨਿਸਟ੍ਰੇਸ਼ਨ ਡਿਵਾਈਡ ਕਰਿਆ ਗਿਆ, ਜੁਡੀਸ਼ਰੀ ਰੱਖੀ ਗਈ, ਕਿੰਗ ਦੀ ਪਾਵਰ ਅਲੱਗ ਕਰ ਦਿੱਤੀ ਗਈ ਐਗਜ਼ੀਕਿਊਟਿਵ ਦੇ ਵਿੱਚ, ਤੇ ਨੈਸ਼ਨਲ ਅਸੈਂਬਲੀ ਨੇ ਆਪਣੇ ਆਪ ਨੂੰ ਲੈਗਿਸਲੇਚਰ ਦੀ ਤਰ੍ਹਾਂ ਰੱਖਿਆ। ਹੁਣ ਜੋ ਜੁਡੀਸ਼ਰੀ ਦੇ ਵਿੱਚ ਜੱਜ ਵਗੈਰਾ ਚੁਣਨ ਦੀ ਤਾਕਤ ਉਹ ਕਿਸੇ ਕੋਲ ਸੀ? ਐਕਟਿਵ ਸਿਟੀਜ਼ਨਸ ਕੋਲ ਸੀ। ਮਤਲਬ ਕਿ ਜੱਜ ਵਗੈਰਾ ਲਈ ਜੋ ਵੋਟਸ ਪੈਂਦੀਆਂ ਸੀ ਉਹ ਵੀ ਐਕਟਿਵ ਸਿਟੀਜ਼ਨ ਪਾਉਂਦੇ ਸੀ, ਤੇ ਐਕਟਿਵ ਸਿਟੀਜ਼ਨ ਦੇ ਵਿੱਚੋਂ ਹੀ ਵੋਟ ਨਾਲ ਜੋ ਇਲੈਕਟੋਰਸ ਚੁਣੇ ਜਾਂਦੇ ਸੀ, ਜੋ ਕਿ ਲਗਭਗ 50,000 ਹੁੰਦੇ ਸੀ, ਤੇ ਇਹਨਾਂ ਇਲੈਕਟੋਰਸ ਦੇ ਵਿੱਚੋਂ ਹੀ ਨੈਸ਼ਨਲ ਅਸੈਂਬਲੀ ਦੇ ਮੈਂਬਰਸ ਚੁਣੇ ਜਾਂਦੇ ਸੀ, ਜੋ ਕਿ ਲਗਭਗ 745 ਹੁੰਦੇ ਸੀ। ਮਤਲਬ ਕਿ ਐਕਟਿਵ ਸਿਟੀਜ਼ਨ 4 ਮਿਲੀਅਨ ਲੋਕ ਵੋਟ ਪਾ ਕੇ ਜੱਜ ਚੁਣਦੇ ਸੀ, 4 ਮਿਲੀਅਨ ਲੋਕ ਵੋਟ ਪਾ ਕੇ ਆਪਣੇ ਰਿਪਰੈਜ਼ੈਂਟੇਟਿਵਸ ਅੱਗੇ ਭੇਜਦੇ ਸੀ ਜਿਨ੍ਹਾਂ ਨੂੰ ਇਲੈਕਟੋਰਸ ਕਿਹਾ ਜਾਂਦਾ ਸੀ, ਜੋ ਕਿ ਲਗਭਗ 50,000 ਸੀ। ਤੇ ਇਹ 50,000 ਅੱਗੇ ਵੋਟ ਪਾ ਕੇ ਨੈਸ਼ਨਲ ਅਸੈਂਬਲੀ ਦੇ ਮੈਂਬਰਸ ਚੁਣਦੇ ਸੀ, ਜਿਨ੍ਹਾਂ ਨੂੰ ਜੋ ਗਿਣਤੀ ਸੀ ਉਹ ਕਿੰਨੀ ਸੀ? 745। ਹੁਣ ਇਹ ਨੈਸ਼ਨਲ ਅਸੈਂਬਲੀ ਹੈ, ਇਹ ਕੰਟਰੋਲ ਰੱਖਦੀ ਸੀ ਮਿਨਿਸਟਰਸ ਦੇ ਉੱਪਰ ਤੇ ਰਾਜੇ ਦੇ ਉੱਪਰ। ਇਸ ਕਾਰਨ ਹੀ ਫਰਾਂਸ ਹੁਣ ਕੀ ਬਣ ਗਿਆ ਸੀ? ਕੌਂਸਟੀਟਿਊਸ਼ਨਲ ਮੋਨਾਰਚੀ। ਮਤਲਬ ਕਿ ਹੁਣ ਸਾਰੀ ਪਾਵਰ ਕਿੰਗ ਕੋਲ ਨਹੀਂ ਸੀ, ਬਲਕਿ ਨੈਸ਼ਨਲ ਅਸੈਂਬਲੀ ਕੋਲ ਸੀ। ਨਾ ਹੀ ਨੈਸ਼ਨਲ ਅਸੈਂਬਲੀ ਖੁਦ ਹੀ ਮਰਜ਼ੀ ਕਰ ਸਕਦੀ ਸੀ, ਤੇ ਨਾ ਹੀ ਕਿੰਗ ਆਪਣੀ ਮਰਜ਼ੀ ਕਰ ਸਕਦਾ ਸੀ, ਕਿਉਂਕਿ ਕਿੰਗ ਨੂੰ ਦਿੱਤੀ ਗਈ ਸੀ ਵੀਟੋ ਪਾਵਰ। ਕਿੰਗ ਦੇ ਸਾਈਨ ਤੋਂ ਬਿਨਾਂ ਨੈਸ਼ਨਲ ਅਸੈਂਬਲੀ ਵੀ ਕੁਛ ਵੀ ਨਵਾਂ ਲਾਂਚ ਨਹੀਂ ਕਰ ਸਕਦੀ ਸੀ, ਕੋਈ ਨਵਾਂ ਲਾਅ ਨਹੀਂ ਬਣਾ ਸਕਦੀ ਸੀ। ਇਸ ਪ੍ਰਕਾਰ ਇਹ ਫਰਾਂਸ ਬਣ ਚੁੱਕਿਆ ਸੀ 1791 ਦੇ ਤੱਕ ਕੌਂਸਟੀਟਿਊਸ਼ਨਲ ਮੋਨਾਰਚੀ। ਇਸ ਤੋਂ ਬਾਅਦ ਕੌਂਸਟੀਟਿਊਸ਼ਨਲ ਮੋਨਾਰਚੀ ਤੋਂ ਹੋਣ ਤੋਂ ਬਾਅਦ ਜੋ ਉਹਨਾਂ ਦਾ ਕੌਂਸਟੀਟਿਊਸ਼ਨ ਡਿਕਲੇਅਰ ਕੀਤਾ ਜਾਂਦਾ, ਜਿਸ ਦਾ ਨਾਮ ਕੀ ਹੈ? ਡਿਕਲੇਰੇਸ਼ਨ ਆਫ ਦਾ ਰਾਈਟ ਆਫ ਮੈਨ ਐਂਡ ਆਫ ਦਾ ਸਿਟੀਜ਼ਨ। ਇਹ ਕੌਂਸਟੀਟਿਊਸ਼ਨ ਦਾ ਨਾਮ ਹੈ ਫਰਾਂਸ ਦੇ ਦਾ, ਡਿਕਲੇਰੇਸ਼ਨ ਆਫ ਦਾ ਰਾਈਟਸ ਆਫ ਮੈਨ ਐਂਡ ਆਫ ਦਾ ਸਿਟੀਜ਼ਨ।
इसका जो बेसिक की सीगा कि अलाइनमेंट के आइडियाज़ के उपर यह बनाया गया सी। इस विच ह्यूमन एंड सिविल राइट्स के उपर ध्यान दिता गया, जिस विच लिबर्टी, प्रॉपर्टी का अधिकार ते सिक्योरिटी ये सब ऐड किया गया। तो जो डिक्लेरेशन सी द डिक्लेरेशन ऑफ राइट्स ऑफ मैन एंड सिटीजन, इसनूं पेंटेड किया गया सी 1790 दे विच, ते आर्टिस्ट का नाम सी ली बारबीयर। ली बारबीयर दे वल्लों 1790 दे विच द डिक्लेरेशन ऑफ राइट्स ऑफ मैन एंड सिटीजन तो फ्रांस का कॉन्स्टिट्यूशन है उसनूं पेंट किया गया सी। यह है द डिक्लेरेशन ऑफ द राइट ऑफ मैन एंड ऑफ द सिटीजन। ये सारी पिक, इस पिक नूं ध्यान नाल देखो क्योंकि इस पिक दे विच जो भी एक एक चीज़ है उस सब का एक एक अलग तो मतलब है जो आप अगे पढ़न लगे हैं। इस फस्ट की है द ब्रोकन चेन, जो टुटी हुई जंजीर वो किस नूं कर रही ने, सिंबलाइज कर रही ने, ये सिंबलाइज कर रही ने बिकमिंग फ्री, मतलब कि लिबर्टी नूं सिंबलाइज कर रही ने जो ब्रोकन चेन्स ने। देखो ये जो इसके हथ में आप देख रहे हैं ब्रोकन चेन्स, ये सिंबलाइज कर रही ने लिबर्टी नूं। नैक्सट है द बंडल ऑफ रोड्स। बंडल ऑफ रोड्स सिंबलाइज कर रही ने यूनिटी नूं, एकता नूं, मतलब कि एकता विच ही शक्ति है, स्ट्रेंथ किस दे विच है, एकता दे विच। बंडल ऑफ रोड्स, ये बंडल ऑफ रोड्स। नैक्सट जी द आई विद इन ए ट्रायंगल रेडिएटिंग लाइट, ये नॉलेज एंड इगनोरेंस नूं सिंबलाइज कर रहे हैं। ये देखो ये जो ट्रायंगल दे विच आई है जिस दे विचों कि सूरज की रोशनी टाइप एक रोशनी आ रही है, ये किस नूं सिंबलाइज कर रहे हैं, नॉलेज एंड इगनोरेंस नूं। नैक्सट जी स्कैप्टर सिंबलाइज कर रहे हैं रॉयल पावर नूं, यानी कि कॉन्स्टिट्यूशनल मोनार्ची दे विच मोनार्ची की पावर नूं सिंबलाइज कर रही है स्कैप्टर, जो इसके हैंड दे विच है। नैक्सट स्नेक बाइटिंग इट्स टेल टू फॉर्म ए रिंग, ये सिंबलाइज कर रहे हैं सिंबल ऑफ इटर्निटी के सिंबल नूं सिंबलाइज कर रहे हैं स्नेक बाइटिंग इट्स टेल। ये देखो ये जो तुहानूं रिंग टाइप दिख रहा है एक्चुअली ये रिंग नहीं है, स्नेक है जिसने अपनी ही टेल नूं पकड़िया हुआ है। रैड फ्रिंगियन कैप, एक कैप बॉर्न बाय स्लेव अपॉन बिकमिंग फ्री, यह स्लाइबरी नूं जो गुलाम वगैरह रखे जाते सी उसनूं कराया जाता है कि उन्होंने लिबर्टी नूं यह पेश कर रही सी, सिंबलाइज कर रही सी। ये सिंबल है जो रैड कैप है। ब्लू वाइट रैड यही है नैशनल कलर्स ने फ्रांस दे। विंगड वूमन सिंबलाइज कर रही है सिग्निफिकेशन ऑफ द लॉ नूं सिग्नीफाई कर रही है। तो लॉ टेबलेट का मतलब है कि जो लॉ इज़ द सेम फॉर ऑल, कानून सब दे लई सेम है तो सारे कानून दे सामने भी सेम ने, ये सिंबलाइज कर रहे हैं लॉ टेबल। देखो ये कलर तुम देख रहे हो रैड ब्लू वाइट, ये है नैशनल कलर जो डोनेट कर रहे हैं फ्रांस का। विंगड वूमन कर रही है लॉ नूं सिंबलाइज, और ये जो तुम लिखे हुआ देख रहे हो आर्टिकल्स, ये लॉ कर रहे हैं कि हर एक परसन लॉ के सामने सेम है, कोई उच्चा नहीं कोई नीवा नहीं, तो लॉ भी सब दे लई सेम है। तो इस आर्टिकल के इस कॉन्स्टिट्यूशन के टोटल 17 आर्टिकल सीगे, 17 आर्टिकल सीगे जो द डिक्लेरेशन ऑफ द राइट ऑफ मैन एंड ऑफ द सिटीजन बनाया गया सी। इस 17 आर्टिकल सीगे, ये अपने ही याद रखना। इस दे विच कंसैप्ट ऐड किया गया लिबर्टी, इक्वैलिटी एंड फ्रैटर्निटी, तो यही तीनों वर्ड ने जो अपने प्रेम्बल दे विच भी ऐड ने। यह क्वेश्चन होता है कि अपने प्रेम्बल दे विच वर्ड्स ने लिबर्टी, इक्वैलिटी एंड फ्रैटर्निटी, आज़ादी, समानता ते भाईचारा, ये कित्थों ऐड ले गए हैं, ये ले गए हैं फ्रेंच रैवोल्यूशन के विचों ले गए हैं। इस आर्टिकल का जो कॉन्स्टिट्यूशन का मेन आइडिया सी वो किसी कि मैनस आर बॉर्न एंड रिमेन फ्री, जो इंसान जमते हैं वो फ्रीली होंगे ने, वो एवं नहीं किसी के पावर के हेठा कि जो थर्ड स्टेट के जन्मे उन्होंने जन्म तो ही है नहीं है कि वो फस्ट एंड सैकेंड स्टेट के नीचे रहनगे, उन्होंने वो फ्रीली उन्होंने जन्म होया वो अपने हर एक काम करन फ्री ने, तो उन्होंने राइट्स भी इक्वल ने। उन्होंने सिर्फ लिखण दे विच ये नहीं लिखा होया कि वो सिर्फ मजदूरी करनगे या खेतीबाड़ी ही करनगे। बट इस कॉन्स्टिट्यूशन की एक ड्रॉबैक सी कि इस दे विच जो वूमन एंड स्लेव्स,
ਔਰਤਾਂ ਤੇ ਗੁਲਾਮ ਇਹਨਾਂ ਦੇ ਬਾਰੇ ਵਿੱਚ ਕੋਈ ਵੀ ਰਾਈਟ ਨਹੀਂ ਐਡ ਕੀਤਾ ਗਿਆ, ਮਤਲਬ ਕਿ ਵੂਮਨ ਐਂਡ ਸਲੇਵਸ ਨੂੰ ਕੋਈ ਵੀ ਰਾਈਟ ਨਹੀਂ ਸੀਗਾ ਜੋ ਕਿ ਕੌਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ। ਇਹ ਇਸ ਦਾ ਇੱਕ ਡਰਾਬੈਕ ਸੀਗਾ ਫਰਾਂਸ ਦੇ ਇਸ ਕੌਨਸਟੀਟਿਊਸ਼ਨ ਦਾ। ਇਸ ਤੋਂ ਬਾਅਦ ਕੁਝ ਇਵੈਂਟਸ ਹੁੰਦੇ ਨੇ ਜੋ 1790 ਦੇ ਵਿੱਚ ਹੁੰਦੇ ਨੇ। 1790 ਦੇ ਵਿੱਚ ਜਾਂਦੇ ਜਾਂਦੇ ਬਹੁਤ ਸਾਰੀਆਂ ਪੋਲੀਟੀਕਲ ਗਰੁੱਪਸ ਐਂਡ ਪਾਰਟੀਜ਼ ਇਮਰਜ ਹੋ ਜਾਂਦੀਆਂ ਨੇ। ਕੌਨਸਟੀਟਿਊਸ਼ਨ ਹੁਣ ਫਾਈਨਲੀ ਰਿਟਨ ਡਾਊਨ ਹੋ ਜਾਂਦਾ ਹੈ, ਲਿਖਿਆ ਜਾਂਦਾ ਹੈ। ਇਸ ਤੋਂ ਬਾਅਦ ਬਹੁਤ ਸਾਰੇ ਨਵੇਂ ਕਲੱਬ, ਫੋਰ ਐਗਜ਼ਾਮਪਲ ਜੈਕੂਬੀਅਨਸ, ਗਿਰੋਂਡੀਅਨਸ ਐਂਡ ਸੁਸਾਇਟੀ ਆਫ ਰੈਵੋਲੂਸ਼ਨਰੀ ਰਿਪਬਲਿਕਨ ਵੂਮੈਨ, ਇਸ ਤਰ੍ਹਾਂ ਦੇ ਬਹੁਤ ਸਾਰੇ ਕਲੱਬ ਜਿਨ੍ਹਾਂ ਦੇ ਆਪਣੇ ਕੁਝ ਥਾਟਸ ਸੀਗੇ, ਆਪਣੇ ਕੁਝ ਆਈਡੀਆਜ਼ ਸੀਗੇ, ਇਹ ਸਾਹਮਣੇ ਆਉਂਦੇ ਨੇ ਤੇ ਜੋ ਕਿ ਇਸ ਕ੍ਰਾਂਤੀ ਦੀ ਪ੍ਰੋਸੈਸ ਨੂੰ ਕੁਝ ਚੇਂਜ ਕਰਦੇ ਨੇਗੇ। 1791 ਦੇ ਵਿੱਚ ਜਾਂਦੇ 1791 ਤੱਕ ਸਭ ਕੁਝ ਸੈੱਟ ਚੱਲ ਰਿਹਾ ਸੀ, ਬਟ ਕਿੰਗ ਲੂਇਸ 16 ਇੱਕ ਗਲਤੀ ਕਰਦਾ ਹੈ। ਇਹ ਕੋਸ਼ਿਸ਼ ਕਰਦਾ ਹੈ ਫਰਾਂਸ ਤੋਂ ਭੱਜਣ ਦੀ ਆਸਟਰੀਆ ਨੂੰ। ਆਪਣੇ ਲਾਸਟ ਪੜ੍ਹਿਆ ਸੀ ਕਿ ਆਸਟਰੀਆ ਨਾਲ ਇਸ ਦਾ ਕੀ ਸੰਬੰਧ ਸੀ। ਜੋ ਕਿੰਗ ਲੂਇਸ ਦੀ ਵਾਈਫ ਸੀ ਮਾਰੀਆ, ਉਹ ਕਿਸ ਨਾਲ ਬਿਲੋਂਗ ਕਰਦੀ ਸੀ, ਆਸਟਰੀਆ। ਉਹ ਆਸਟਰੀਆ ਦੀ ਪ੍ਰਿੰਸੈਸ ਸੀਗੀ, ਰਾਜਕੁਮਾਰੀ ਸੀ। ਤਾਂ ਕਿੰਗ ਲੂਇਸ ਆਸਟਰੀਆ ਭੱਜਣ ਦੀ ਤਿਆਰੀ ਕਰਦਾ ਹੈ, ਬਟ ਮਾੜੀ ਕਿਸਮਤ ਉਹ ਫੜਿਆ ਜਾਂਦਾ ਹੈ। ਅਤੇ ਇਸ ਘਟਨਾ ਨੂੰ ਦੇਖਦੇ ਹੋਏ ਜੋ ਫਰਾਂਸ ਦੇ ਲੋਕ ਸੀ, ਹੁਣ ਉਹ ਕਿਸ ਚੀਜ਼ ਦੀ ਡਿਮਾਂਡ ਕਰਦੇ ਨੇ ਕਿ ਕੌਨਸਟੀਟਿਊਸ਼ਨਲ ਮੋਨਾਰਚੀ ਨੂੰ ਵੀ ਖ਼ਤਮ ਕਰਕੇ ਕੀ ਕਰਿਆ ਜਾਵੇ, ਰਿਪਬਲਿਕ ਬਣਾਇਆ ਜਾਵੇ ਫਰਾਂਸ ਨੂੰ। ਤਾਂ ਹੁਣ ਕੌਨਸਟੀਟਿਊਸ਼ਨ ਮੋਨਾਰਚੀ ਤੋਂ ਚੇਂਜ ਹੋ ਕੇ ਰਿਪਬਲਿਕ ਬਣਾਉਣ ਦਾ ਸ਼ੁਰੂ ਹੁੰਦਾ ਹੈ। ਜੋ ਲੋਕ ਹੁਣ ਡਿਮਾਂਡ ਕਰਦੇ ਨੇ ਕਿ ਫਰਾਂਸ ਸਾਡਾ ਰਿਪਬਲਿਕ ਹੋਣਾ ਚਾਹੀਦਾ ਹੈ, ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਬਟ ਜੋ ਕੌਨਸਟੀਟਿਊਸ਼ਨ ਅਸੈਂਬਲੀ ਸੀ ਉਹ ਇਸ ਚੀਜ਼ ਦੇ ਫੇਵਰ ਦੇ ਵਿੱਚ ਨਹੀਂ ਸੀ। ਉਹ ਕਹਿੰਦੀ ਸੀ ਕਿ ਨਹੀਂ, ਦੇਸ਼ ਨੂੰ ਰਿਪਬਲਿਕ ਨਹੀਂ ਬਣਾਉਣਾ ਚਾਹੀਦਾ, ਬਲਕਿ ਦੇਸ਼ ਕੌਨਸਟੀਟਿਊਸ਼ਨਲ ਮੋਨਾਰਚੀ ਦੇ ਵਾਂਗੂ ਹੀ ਰਹਿਣਾ ਚਾਹੀਦਾ ਹੈ। ਕੁਝ ਪਾਵਰ ਕਿੰਗ ਦੇ ਕੋਲ ਅਤੇ ਕੁਝ ਪਾਵਰ ਸਾਡੇ ਕੋਲ, ਜਿਸ ਤਰ੍ਹਾਂ ਕਿ ਬ੍ਰਿਟੇਨ ਚੱਲ ਰਿਹਾ। ਤਾਂ ਇੱਕ ਚੀਜ਼ ਦੇਖਿਓ ਕਿ ਕੌਨਸਟੀਟਿਊਸ਼ਨਲ ਮੋਨਾਰਚੀ ਦੀ ਸਭ ਤੋਂ ਐਕਸੀਲੈਂਟ ਐਗਜ਼ਾਮਪਲ ਹੈ ਭੂਟਾਨ ਦੇ ਵਿੱਚ ਐਟ ਪ੍ਰੈਜ਼ੈਂਟ ਵੀ ਕੌਨਸਟੀਟਿਊਸ਼ਨਲ ਮੋਨਾਰਚੀ ਹੀ ਚੱਲ ਰਹੀ ਹੈ। ਅਗਰ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਯਾਦ ਰੱਖ ਸਕਦੇ ਹੋ। ਦੇਖੋ ਇਹ ਚੀਜ਼ ਕਿਉਂ ਹੋ ਰਹੀ, ਕਿਉਂਕਿ ਕੌਨਸਟੀਟਿਊਸ਼ਨ ਅਸੈਂਬਲੀ ਦੇ ਜੋ ਪਰਸਨ ਸੀਗੇ, ਨੈਸ਼ਨਲ ਅਸੈਂਬਲੀ ਆਪਾਂ ਜਿਸ ਨੂੰ ਕਹੇ ਹਾਂ, ਉਹ ਆਪਣੀ ਪਾਵਰ ਬੜੀ ਹੀ ਇੰਜੋਏ ਕਰ ਰਹੇ ਸੀ ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ ਹੱਥ ਤੋਂ ਪਾਵਰਸ ਖੋਹ ਲਿੱਤੀਆਂ ਜਾਣ। ਕਿਉਂਕਿ ਕੌਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਜੋ ਮੈਂਬਰ ਚੁਣੇ ਜਾਂਦੇ ਸੀ ਉਹ ਖੁਦ ਹੀ ਚੁਣਦੇ ਸੀ ਇੱਕ ਤਰ੍ਹਾਂ ਨਾਲ, ਕਿਉਂਕਿ ਐਕਟਿਵ ਜੋ ਸਿਟੀਜ਼ਨ ਸੀਗੇ ਉਹ ਵੋਟਸ ਪਾਉਂਦੇ ਸੀ, ਉਹਨਾਂ ਬਾਅਦ ਜੋ ਇਲੈਕਟੋਰ ਸੀ ਉਹ ਉਹਨਾਂ ਨੂੰ ਚੁਣ ਲੈਂਦੇ ਸੀ। ਬਟ ਰਿਪਬਲਿਕ ਦੇ ਵਿੱਚ ਐਸਾ ਨਹੀਂ ਹੋਣਾ ਸੀ, ਕਿਉਂਕਿ ਹਰ ਇੱਕ ਇਨਸਾਨ ਵੋਟ ਪਾ ਸਕਦਾ ਸੀਗਾ ਅਤੇ ਸਾਰੇ ਜਿਸ ਨੂੰ ਉਹ ਚੁਣਨਗੇ ਸਾਰੇ ਸਿਟੀਜ਼ਨਸ ਉਹੀ ਅੱਗੇ ਆਊਗਾ। ਇਸ ਕਰਕੇ ਕੌਨਸਟੀਟਿਊਸ਼ਨ ਅਸੈਂਬਲੀ ਇਸ ਦੇ ਫੇਵਰ ਦੇ ਵਿੱਚ ਨਹੀਂ ਸੀ। ਇਸ ਚੀਜ਼ ਨੂੰ ਦੇਖਦੇ ਹੋਏ ਲੋਕਾਂ ਨੇ ਬਹੁਤ ਜ਼ਿਆਦਾ ਪ੍ਰੋਟੈਸਟ ਕੀਤੇ ਕੌਨਸਟੀਟਿਊਸ਼ਨ ਅਸੈਂਬਲੀ ਦੇ ਖਿਲਾਫ। ਤਾਂ ਕੌਨਸਟੀਟਿਊਸ਼ਨ ਅਸੈਂਬਲੀ ਨੇ ਆਪਣੀ ਜੋ ਇੱਕ ਆਰਮੀ ਟਾਈਪ ਸੀ, ਨੈਸ਼ਨਲ ਗਾਰਡਸ, ਉਹਨਾਂ ਨੂੰ ਭੇਜਦੀ ਹੈ ਕਿ ਇਹਨਾਂ ਲੋਕਾਂ ਨੂੰ ਸਪਰੈਸ ਕੀਤਾ ਜਾਵੇ, ਇਸ ਅੰਦੋਲਨ ਨੂੰ ਰੋਕਿਆ ਜਾਵੇ। ਜਿਸ ਦਾ ਕਾਜ਼ ਕੀ ਹੁੰਦਾ ਹੈ ਕਿ ਇੱਕ ਬਹੁਤ ਜ਼ਿਆਦਾ ਕਤਲੇਆਮ ਹੁੰਦਾ ਹੈ। ਨੈਸ਼ਨਲ ਗਾਰਡਸ ਵੱਲੋਂ ਬਹੁਤ ਜ਼ਿਆਦਾ ਆਮ ਨਾਗਰਿਕ ਮਾਰ ਦਿੱਤੇ ਜਾਂਦੇ ਨੇ। ਇਸ ਤੋਂ ਬਾਅਦ ਸਤੰਬਰ 1791 ਦੇ ਵਿੱਚ ਇੱਕ ਨਵਾਂ ਕੌਨਸਟੀਟਿਊਸ਼ਨ ਬਣਾਇਆ ਜਾਂਦਾ ਹੈ ਇਸ ਸਾਰੀ ਘਟਨਾ ਤੋਂ ਬਾਅਦ, ਅਤੇ ਜਿਸ ਦੇ ਵਿੱਚ ਜੋ ਕਿੰਗ ਦੀ ਪਾਵਰ ਸੀ ਉਹ ਰਿਸਟੋਰ ਕਰ ਦਿੱਤੀ ਜਾਂਦੀ ਹੈ। ਕਿੰਗ ਨੂੰ ਹੁਣ ਉਸਦੇ ਅਹੁਦੇ ਤੋਂ ਬਿਲਕੁਲ ਹੀ ਲਾ ਦਿੱਤਾ ਜਾਂਦਾ ਹੈ। ਬਟ ਇਹ ਸਿਸਟਮ 1 ਸਾਲ ਦੇ ਵਿੱਚ ਹੀ ਫੇਲ ਹੋ ਗਿਆ, ਕਿਉਂਕਿ ਹਰ ਇੱਕ ਪਾਰਟੀ ਦਾ, ਹਰ ਇੱਕ ਗਰੁੱਪ ਦੀ ਆਪਣੀ ਇੱਕ ਅਲੱਗ ਡਿਮਾਂਡ ਸੀ, ਹਰ ਇੱਕ ਦਾ ਅਲੱਗ ਤੋਂ ਆਈਡੀਓਲੋਜੀ ਸੀ, ਉਹ ਸਾਰੇ ਆਪਣੇ ਹਿਸਾਬ ਨਾਲ ਚੱਲ ਰਹੇ ਸੀਗੇ। ਇਸ ਕਰਕੇ ਅਤੇ ਇਸ ਤੋਂ ਬਾਅਦ ਇਸ ਤੋਂ ਇਲਾਵਾ ਇੱਕ ਤਾਂ ਜੋ ਸਿਸਟਮ 1 ਸਾਲ ਦੇ ਵਿੱਚ ਫੇਲ ਹੋ ਗਿਆ, ਇਸ ਦਾ ਕਾਰਨ ਕੀ ਸੀਗਾ, ਹਰ ਇੱਕ ਪਾਰਟੀ, ਹਰ ਇੱਕ ਗਰੁੱਪ ਦਾ ਇੱਕ ਅਲੱਗ ਤੋਂ ਡਿਮਾਂਡ, ਅਲੱਗ ਤੋਂ ਆਈਡੀਓਲੋਜੀ। ਦੂਸਰਾ ਕਾਰਨ ਕੀ ਸੀ ਕਿ ਲੂਇਸ 16 ਨੂੰ ਅਜੇ ਵੀ ਚੈਨ ਨਹੀਂ ਆ ਰਿਹਾ ਸੀ। ਲੂਇਸ 16 ਅਜੇ ਵੀ ਚਾਹੁੰਦਾ ਸੀ ਕਿ ਮੈਨੂੰ ਮੇਰੀ ਪਾਵਰ ਵਾਪਸ ਮਿਲੇ, ਮੈਂ ਫਿਰ ਤੋਂ ਕਿੰਗ ਬਣਾ। ਇਸ ਦੇ ਕਾਰਨ ਉਹ ਸੀਕ੍ਰੀਟਲੀ, ਮਤਲਬ ਕਿ ਚੋਰੀ ਛੁਪੇ ਕੀ ਕਰ ਰਿਹਾ ਸੀ, ਫਰਾਂਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜੋ ਹੋਰ ਰਾਜੇ ਨੇ ਉਹਨਾਂ ਤੋਂ ਹੈਲਪ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਕਿ ਫਰਾਂਸ ਦੇ ਵਿੱਚ ਇੰਨੀ ਵੱਡੀ ਕ੍ਰਾਂਤੀ ਚੱਲ ਰਹੀ ਹੈ, ਇੰਨੀ ਵੱਡੀ ਰੈਵੋਲੂਸ਼ਨ ਚੱਲ ਰਹੀ ਹੈ, ਜੋ ਨੇਬਰਿੰਗ ਮੋਨਾਰਚੀ ਸੀਗੀਆਂ, ਜੋ ਨੇਬਰ ਦੇ ਵਿੱਚ ਰਾਜੇ ਵਗੈਰਾ ਸੀ, ਉਹ ਵੀ ਬਹੁਤ ਡਰ ਰਹੇ ਸੀ ਕਿ ਇਹ ਸਾਰਾ ਕੁਝ ਸਾਡੇ ਇੱਥੇ ਵੀ ਸਟਾਰਟ ਨਾ ਹੋ ਜਾਵੇ। ਜੋ ਅਨਾਰਚੀ ਨੂੰ ਲੈ ਕੇ ਜਾਂ ਫਿਰ ਰੈਵੋਲੂਸ਼ਨਰੀ ਜੋ ਫੀਵਰ ਸੀ, ਜੋ ਇੱਕ ਕ੍ਰਾਂਤੀ ਦੀ ਅੱਗ ਸੀ, ਉਹ ਸਾਰੇ ਹੀ ਫਰਾਂਸ ਵਿੱਚ ਬਿਲਕੁਲ ਫੈਲ ਚੁੱਕੀ ਸੀ। ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਜੋ ਸਭ ਤੋਂ ਪਹਿਲਾਂ ਦੇਸ਼ ਅੱਗੇ ਆਏ, ਆਸਟਰੀਆ ਐਂਡ ਪ੍ਰੂਸ਼ੀਆ ਨੇ ਸਭ ਤੋਂ ਪਹਿਲਾਂ ਡਿਕਲੇਅਰ ਕੀਤੀ ਹੈਲਪ ਫਰਾਂਸ ਦੀ ਕਰਨੀ। ਆਸਟਰੀਆ ਐਂਡ ਪ੍ਰੂਸ਼ੀਆ ਨੇ, ਦੇਖੋ ਆਸਟਰੀਆ ਨਾਲ ਤਾਂ ਇਸ ਦਾ ਇੱਕ ਫੈਮਿਲੀ ਹੀ ਰਿਲੇਸ਼ਨ ਸੀਗਾ ਫਰਾਂਸ ਦਾ,
ਪਰ ਪ੍ਰੂਸ਼ੀਆ ਨਾਲ। ਆਸਟਰੀਆ ਐਂਡ ਪ੍ਰੂਸ਼ੀਆ ਨੇ ਸਭ ਤੋਂ ਪਹਿਲਾਂ ਡਿਕਲੇਅਰ ਕੀਤਾ ਕਿ ਉਹ ਫਰਾਂਸ ਦੀ ਹੈਲਪ ਕਰਨਗੇ, ਲੂਇਸ 16 ਦੀ ਹੈਲਪ ਕਰਨਗੇ, ਜਿਸ ਦਾ ਸਿੱਟਾ ਕੀ ਹੋਇਆ ਕਿ ਫਰਾਂਸ ਅਪ੍ਰੈਲ 1792 ਵਿੱਚ ਆਸਟਰੀਆ ਐਂਡ ਪ੍ਰੂਸ਼ੀਆ ਦੇ ਉੱਪਰ ਅਟੈਕ ਕਰ ਦਿੰਦਾ ਹੈ। ਹੁਣ ਕੁਝ ਇਵੈਂਟ ਹੁੰਦੇ ਨੇ 1792 ਦੇ ਵਿੱਚ। 1792 ਦੇ ਵਿੱਚ ਅਗਸਤ 1792 ਵਿੱਚ ਕਿੰਗ ਐਂਡ ਫੈਮਿਲੀ, ਹੁਣ ਦੇਖੋ ਜੋ ਆਸਟਰੀਆ ਐਂਡ ਪਰਸ਼ੀਆ ਨੇ ਫਰਾਂਸ ਦੀ ਹੈਲਪ ਕਰਨ ਦਾ ਡਿਸੀਜ਼ਨ ਲਿਆ, ਉਸ ਦੇ ਪਿੱਛੇ ਕੀ ਮੰਨਿਆ ਗਿਆ ਕਿ ਉਸ ਦੇ ਪਿੱਛੇ ਜੋ ਕਿਸ ਦਾ ਹੱਥ ਹੈ, ਲੂਇਸ 16 ਦਾ ਹੱਥ ਹੈ। ਲੂਇਸ 16 ਦਾ ਹੱਥ ਮੰਨਿਆ ਗਿਆ ਕਿ ਇਸ ਦੇ ਕਾਰਨ ਹੀ ਜੋ ਆਸਟਰੀਆ ਐਂਡ ਪ੍ਰੂਸ਼ੀਆ ਨੇ ਫਰਾਂਸ ਉੱਪਰ ਅਟੈਕ ਕਰਨ ਦੀ ਗੱਲ ਕਹੀ, ਜਿਸ ਦਾ ਕਾਰਨ ਕੀ ਹੁੰਦਾ ਕਿ ਹੁਣ ਜੋ ਮੋਨਾਰਚੀ ਸੀ ਉਹ ਪੂਰੀ ਤਰ੍ਹਾਂ ਹੀ ਸਸਪੈਂਡ ਕਰ ਦਿੱਤੀ ਗਈ ਤੇ ਕਿੰਗ ਦੇ ਖਿਲਾਫ, ਕਿਉਂਕਿ ਕਿੰਗ ਨੇ ਕੀ ਕਰਿਆ ਸੀਗਾ, ਪ੍ਰੂਸ਼ੀਆ ਤੇ ਆਸਟਰੀਆ ਤੋਂ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਸੀ। ਲੈਜਿਸਲੇਟਿਵ ਅਸੈਂਬਲੀ ਸੀ ਉਹ ਵੀ ਸਸਪੈਂਡ ਕਰ ਦਿੱਤੀ ਗਈ, ਕਿਉਂਕਿ ਹੁਣ ਕਿੰਗ ਹੀ ਬਿਲਕੁਲ ਸਸਪੈਂਡ ਹੋ ਗਿਆ ਤਾਂ ਜੋ ਲੈਜਿਸਲੇਟਿਵ ਅਸੈਂਬਲੀ ਸੀ, ਜੋ ਕੌਂਸਟੀਟਿਊਸ਼ਨ ਮੋਨਾਰਚੀ ਚੱਲ ਰਹੀ ਸੀ, ਉਹ ਵੀ ਬਿਲਕੁਲ ਖਤਮ ਹੋ ਗਈ ਸੀ। ਤੇ ਜੋ ਰਿਪਬਲਿਕਨ ਕੌਂਸਟੀਟਿਊਸ਼ਨ, ਹੁਣ ਫਰਾਂਸ ਇੱਕ ਰਿਪਬਲਿਕ ਦੇਸ਼ ਬਣ ਗਿਆ ਸੀ, ਰਿਪਬਲਿਕਨ ਕੌਂਸਟੀਟਿਊਸ਼ਨ ਤਿਆਰ ਹੋ ਰਿਹਾ ਸੀ ਤੇ ਇਲੈਕਸ਼ਨਸ ਅਨਾਊਂਸ ਕਰ ਦਿੱਤੇ ਗਏ ਸੀ। उसके नाल ही किंग 16 के खिलाफ, किंग लुइस 16 के खिलाफ एक ट्रायल चलाया गया तो जिस दे ट्रायल दे विच किंग लुइस नूं एक गुनाहगार मन्निया गया तो उसनूं मौत की सज़ा दी गई। तो आखिर विच जनवरी 1793 दे विच किंग लुइस 16 नूं मौत के घाट उतार दिता गया। किंग लुइस की इस हालत नूं देखते हुए कि किंग लुइस नूं उसदे लोकां ने ही मार दिता, तो दूसरे देश ब्रिटिश, डच एंड स्पेन ये भी आस्ट्रेलिया ते प्रोएशिया नूं ज्वाइन करते हैं कि वह फ्रांस नूं आज़ाद होने दे विच हैल्प करनगे, जो इस क्रांति चल रही है इसनूं खत्म करने दे विच हैल्प करनगे। फ्रांस का इसे टाइम दे विच फ्रांस का नैशनल एंथम लिखा गया जिसका नाम की है ला मार्सियलिस। ला मार्सियलिस ये लिखिया सी क्लौडे डी लिसले ने, क्लौडे डी लिसले ने इसनूं लिखिया सी। ला मार्सियलिस फ्रांस का नैशनल एंथम सी। ये नैशनल एंथम जो सी यह गाया जाता सीगा, एक तरह का रेवोल्यूशनरी सॉन्ग सीगा जिसनों कि लोग गाउंदे सी जदों आस्ट्रेलिया ते होर जो बाहरले हमलावर से उन्हां दे खिलाफ लड़न दे लई गाउंदे सीगे, अपने लोकां दे विच उत्साह भरन दे लई, जोश भरन दे लई। ते यह सॉन्ग सोल्जरस वालों भी गाया जाता सी जदों कि वह मार्सेले नां दी सिटी दे विचों गुजरदे हुंदे सी, इस करके इसदा नाम की पिया ला मार्सियलिस। लास्ट विच सितंबर 22 सितंबर 1792 एटलीस्ट फ्रांस की बन जाता है फुली रिपब्लिक बन जाता है तो कॉन्स्टिट्यूशन मोनार्ची आखिरी जो ऑफिशियली तौर पर खत्म हो जाती है। तो क्वेश्चन आ गई फ्रांस कदों रिपब्लिक बनया? 22 सितंबर 1792 के फ्रांस रिपब्लिक बनया। तो यह है सारा फ्रांस का जो नैशनल एंथम जिसनों कहता है ला मार्सियलिस। ये तुसीं देख सकते हो एक बार पिक इसनों। इस तो बाद हुण बनती है द नैशनल कन्वेंशन। ये काम करती है सितंबर 1792 तो लैके अक्तूबर 1795 तक। तो इसनों जाना जाता है थर्ड गवर्नमेंट ऑफ द रेवोल्यूशन। इसनों रेवोल्यूशन की थर्ड गवर्नमेंट की तरह ही जाना जाता है। इस दे विच इलैक्शन की एक नवीं तरीका बनाया जाता है कि जिन्ने भी 21 साल तो प्लस के मेल ने उन्होंने वोट पाने का अधिकार है। तो जो इस मोनार्ची सी बिल्कुल ही खत्म कर दी गई तो फ्रांस की सी हुण ट्रू रिपब्लिक बन गया सी, क्योंकि हुण सारे जो 21 प्लस मेल सी वो अपनी वोट पा सकते हैं। तो इन्होंने एक समॉल कमेटी बनाई, ग्रुप बनाया जिसका नाम की सी कमेटी ऑफ पब्लिक सेफ्टी, जिसका काम की सी जो इंपोर्टेंट डिसीजन सीगे वो लैंदे सीगे ते जो सारी चीज़ों पर कंट्रोल टैक्स वगैरह इकट्ठे करने का कंट्रोल भी किस दे हत्थ सी, कमेटी ऑफ पब्लिक सेफ्टी। तो इस कमेटी नूं अगे जाके डोमीनेट कर लैंदे ने जैकूबियंस। जैकूबियन क्लब है जो इस कमेटी नूं अगे जाके डोमीनेट करता है। देखो जैकूबियन क्लब्स के नाल एक आंसर आता है कि अपने जो टीपू सुल्तान सी, अपना रेवोल्यूशनरी सीगे टीपू सुल्तान, वो किस ग्रुप का मैंबर सीगे, किस वो सीगे जैकूबियन क्लब के मैंबर सीगे। नैक्सट घटना आती है रीजन ऑफ टैरर। हुण इस आप लास्ट में जो कमेटी पढ़ी द नैशनल कन्वेंशन, उसनों अगे जाके डोमीनेट कर लिया गया जैकूबियन। जैकूबियन का एक हैड सीगे जो उसका नाम की सी मैक्सीमिलियन रोबेस्पायर। मैक्सीमिलियन रोबेस्पायर ये 24th प्रेजिडेंट सीगे नैशनल कन्वेंशन के। नैशनल कन्वेंशन के 24th प्रेजिडेंट सी। ते इसकी जो पार्टी सी, इसकी पार्टी का नाम सी द माउंटेन। द माउंटेन उस पार्टी का नाम सी जिस दे नाल मैक्सीमिलियन रोबेस्पायर बिलोंग करते सी।
ਤਾਂ ਇਹ ਇਵੈਂਟ ਹੁੰਦਾ ਹੈ ਜੂਨ 1793 ਤੋਂ ਲੈ ਕੇ ਜੁਲਾਈ 1794 ਦੇ ਵਿੱਚ। ਹੁਣ ਇਸ ਇਵੈਂਟ ਦੇ ਵਿੱਚ ਹੁੰਦਾ ਕੀ ਹੈ, ਇਸ ਇਵੈਂਟ ਦੇ ਵਿੱਚ ਜਿੰਨੇ ਵੀ ਲੋਕ ਖਿਲਾਫ ਬੋਲਦੇ ਸੀ, ਜੈਕੂਬੀਅਨਸ ਦੇ ਖਿਲਾਫ ਬੋਲਦੇ ਸੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਲਗਭਗ 16,000 ਲੋਕ ਜੋ ਆਮ ਨਾਗਰਿਕ ਸੀਗੇ, ਨਿਰਦੋਸ਼ ਲੋਕ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ। ਕੀ ਕਹਿ ਕੇ ਕਿ ਇਹ ਰੈਵੋਲੂਸ਼ਨ, ਇਹ ਕ੍ਰਾਂਤੀ ਦੇ ਦੁਸ਼ਮਣ ਨੇ, ਇਹ ਨਹੀਂ ਚਾਹੁੰਦੇ ਕਿ ਕ੍ਰਾਂਤੀ ਆਵੇ ਫਰਾਂਸ ਦੇ ਵਿੱਚ, ਇਹ ਕ੍ਰਾਂਤੀ ਨੂੰ ਖਤਮ ਕਰਨਾ ਚਾਹੁੰਦੇ ਨੇ। ਇੱਕ ਚੀਜ਼ ਕਹਿ ਕੇ 16,000 ਲਗਭਗ ਲੋਕ ਮਾਰ ਦਿੱਤੇ ਗਏ ਜੈਕੂਬੀਅਨਸ ਦੇ ਵੱਲੋਂ। ਉਹ ਵੀ ਕਿਹੜੇ ਸੀਗੇ? ਮੈਕਸਮੀਲੀਅਨ ਰੋਬੇਸਪਾਇਰ। ਇਸ ਘਟਨਾ ਦੇ ਵਿੱਚ ਹੀ ਕਿਊਨ ਸੀਗੀ, ਜੋ ਲੂਈਸ 16 ਦੀ ਵਾਈਫ ਕਿਊਨ ਮਾਰੀਆ, ਇਸ ਨੂੰ ਵੀ ਮਾਰ ਦਿੱਤਾ ਗਿਆ, ਐਗਜ਼ੀਕਿਊਟ ਕੀਤਾ ਗਿਆ। ਬਹੁਤ ਸਾਰੀਆਂ ਚਰਚਿਸ ਨੂੰ ਢਾਹ ਦਿੱਤਾ ਗਿਆ, ਬਹੁਤ ਸਾਰੀਆਂ ਚਰਚਿਸ ਬੰਦ ਕਰ ਦਿੱਤੀਆਂ ਗਈਆਂ। ਰੋਬੇਸਪਾਇਰ ਨੇ ਸਲੇਵਰੀ, ਗੁਲਾਮ ਸੀਗੇ, ਉਹਨਾਂ ਨੂੰ ਇਸ ਨੂੰ ਰੋਕ ਦਿੱਤਾ ਗਿਆ, ਬਟ ਇਹ ਕੁਛ ਥੋੜ੍ਹੇ ਟਾਈਮ ਲਈ ਹੀ ਰੁਕਿਆ, ਕਿਉਂਕਿ ਇਸ ਨੂੰ ਦੁਬਾਰੇ ਆ ਕੇ ਕਿਸ ਨੇ ਸਟਾਰਟ ਕੀਤਾ? ਨੈਪੋਲੀਅਨ ਨੇ ਇਸ ਨੂੰ ਫਿਰ ਤੋਂ ਆ ਕੇ ਸਟਾਰਟ ਕਰ ਦਿੱਤਾ ਸੀਗਾ। ਤਾਂ ਅਗਰ ਆਏ ਕੁਐਸਚਨ ਕਿ ਫਰਾਂਸ 'ਚ ਰੈਵੋਲੂਸ਼ਨ ਦੇ ਦੌਰਾਨ ਸਲੇਵਰੀ ਨੂੰ ਕਿਸ ਨੇ ਅਬੋਲਾਈਜ਼ਡ ਕੀਤਾ ਸੀ? ਉਹ ਕੀਤਾ ਸੀ ਮੈਕਸਮੀਲੀਅਨ ਰੋਬੇਸਪਾਇਰ ਨੇ, ਸਿਰਫ ਛੋਟੇ ਜਿਹੇ ਟਾਈਮ ਦੇ ਲਈ, ਥੋੜ੍ਹੇ ਜਿਹੇ ਟਾਈਮ ਦੇ ਲਈ। ਇਹਨਾਂ ਸਾਰੀਆਂ ਘਟਨਾਵਾਂ ਦੇ ਨਾਲ, ਇਹਨਾਂ ਸਾਰੀਆਂ ਵਾਰਸ ਵਗੈਰਾ ਦੇ ਕਾਰਨ ਕੀ ਹੁੰਦਾ ਹੈ ਕਿ ਫਰਾਂਸ ਦੇ ਵਿੱਚ ਫਿਰ ਤੋਂ ਖਾਣੇ ਦੀ ਘਾਟ ਪੈ ਜਾਂਦੀ ਹੈ, ਸ਼ਾਰਟੇਜ ਆਫ ਫੂਡ ਹੋ ਜਾਂਦਾ ਹੈ। ਸ਼ਾਰਟੇਜ ਆਫ ਫੂਡ ਦੇ ਕਾਰਨ ਜੋ ਪ੍ਰਾਈਸਿਸ ਨੇ ਇੱਕ ਵਾਰ ਫਿਰ ਤੋਂ ਵਧਾਏ ਜਾਂਦੇ ਨੇ, ਰੈਗੂਲੇਟ ਕੀਤੇ ਜਾਂਦੇ ਨੇ। ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਆਖਿਰਕਾਰ ਜੋ ਲੋਕ ਸੀਗੇ ਉਹ ਜੈਕੂਬੀਅਨਸ ਤੋਂ ਅੱਕ ਜਾਂਦੇ ਨੇ, ਇਹਨਾਂ ਤੋਂ ਮਾਯੂਸ ਹੋ ਜਾਂਦੇ ਨੇ ਕਿ ਇਹ ਵੀ ਕੁਛ ਨਹੀਂ ਕਰ ਰਹੇ, ਇਹ ਵੀ ਖਤਰਨਾਕ ਹੋ ਚੁੱਕੇ ਨੇ। ਤਾਂ ਆਖਿਰ ਦੇ ਵਿੱਚ ਜੈਕੂਬੀਅਨਸ ਦੇ ਉੱਪਰ ਬੈਨ ਲਗਾ ਦਿੱਤਾ ਜਾਂਦਾ ਹੈ ਅਤੇ ਇਸ ਦਾ ਜੋ ਲੀਡਰ ਸੀ ਮੈਕਸਮੀਲੀਅਨ ਰੋਬੇਸਪਾਇਰ, ਇਸ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ। ਜੈਕੂਬੀਅਨਸ ਤੋਂ ਬਾਅਦ ਜੋ ਨਵਾਂ ਗਰੁੱਪ ਕੁਛ ਟਾਈਮ ਦੇ ਲਈ ਆਉਂਦਾ ਹੈ, ਨਵਾਂ ਕਲੱਬ, ਉਹ ਹੈ ਗਰਿਉਂਡੀਨਸ, ਪਰ ਇਹ ਵੱਧ ਤੋਂ ਵੱਧ 1 ਸਾਲ ਦੇ ਲਈ ਹੀ ਪਾਵਰ ਵਿੱਚ ਰਹਿੰਦਾ ਹੈ, ਉਸ ਤੋਂ ਬਾਅਦ ਇਹ ਵੀ ਉਤਾਰ ਦਿੱਤਾ ਜਾਂਦਾ ਹੈ। ਦੇਖੋ, ਇਹ ਹੈ ਇੱਕ ਤਰ੍ਹਾਂ ਦੀ ਸਜ਼ਾ, ਇਸ ਨੂੰ ਕਿਹਾ ਜਾਂਦਾ ਸੀ ਗਲਿਊਟਨਸ। ਇਸ ਦੇ ਵਿੱਚ ਕੀ ਕੀਤਾ ਜਾਂਦਾ ਸੀ? ਇਨਸਾਨ ਦਾ ਸਿਰ ਉਸਦੇ ਧੜ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਸੀ। ਕਿੰਗ ਲੂਇਸ ਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਗਿਆ, ਉਸਦੀ ਵਾਈਫ ਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਗਿਆ, ਜੋ 16,000 ਵਿਅਕਤੀ ਮਾਰੇ ਗਏ ਉਹ ਵੀ ਇਸ ਤਰ੍ਹਾਂ ਹੀ ਮਾਰੇ ਗਏ, ਅਤੇ ਆਖਿਰਕਾਰ ਜਿਸ ਨੇ ਇਹ ਸਟਾਰਟ ਕੀਤਾ ਸੀ ਮੈਕਸਮੀਲੀਅਨ ਨੇ, ਉਹ ਵੀ ਇਸ ਦੇ ਕਾਰਨ ਹੀ ਮਾਰਿਆ ਗਿਆ। ਇਹਨਾਂ ਸਭ ਤੋਂ ਬਾਅਦ ਇੱਕ ਬਣਦੀ ਹੈ ਦਾ ਡਾਇਰੈਕਟਰੀ, ਜੋ ਕਿ 1795 ਤੋਂ ਲੈ ਕੇ 1799 ਤੱਕ ਕੰਮ ਕਰਦੀ ਹੈ। ਹੁਣ ਫਿਰ ਤੋਂ ਇੱਕ ਨਵਾਂ ਕੌਂਸਟੀਟਿਊਸ਼ਨ ਬਣਾਇਆ ਜਾਂਦਾ ਹੈ, ਜੋ ਕਿ 1795 ਦੇ ਵਿੱਚ ਬਣਦਾ ਹੈ। ਹੁਣ ਜੋ ਸਾਰਾ ਪਾਵਰ ਸੀ, ਉਹ ਸਾਰੀ ਪਾਵਰ ਕਿਸ ਦੇ ਹੱਥ ਆਉਂਦੀ ਹੈ? ਮਿਡਲ ਕਲਾਸ ਦੇ ਕੋਲ। ਮਿਡਲ ਕਲਾਸ ਦੇ ਕੋਲ ਹੁਣ ਸਾਰੀ ਪਾਵਰ ਆਉਂਦੀ ਹੈ। ਇਸ ਦੇ ਵਿੱਚ ਹੁਣ ਵੋਟ ਪਾਉਣ ਦਾ ਇੱਕ ਨਵਾਂ ਰੂਲ ਬਣਾਇਆ ਜਾਂਦਾ ਕਿ ਜਿਸ ਕੋਲ ਪ੍ਰੋਪਰਟੀ ਨਹੀਂ, ਉਸ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ। ਨੋ ਪ੍ਰੋਪਰਟੀ, ਨੋ ਰਾਈਟ। ਇਸ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਬਣਾਈ ਜਾਂਦੀ ਹੈ। ਫੋਰ ਐਗਜ਼ਾਮਪਲ, ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਹੈ ਲੋਕ ਸਭਾ ਐਂਡ ਰਾਜ ਸਭਾ। ਆਪਣੇ ਸਟੇਟਸ ਦੇ ਵਿੱਚ, ਕਈ ਸਟੇਟਸ ਦੇ ਵਿੱਚ ਹੈ, ਜਿਵੇਂ ਕਿ ਤੇਲੰਗਾਨਾ ਹੋ ਗਿਆ, ਆਂਧਰਾ ਪ੍ਰਦੇਸ਼, ਇਹਨਾਂ ਵਿੱਚ ਹੈ ਵਿਧਾਨ ਸਭਾ ਐਂਡ ਵਿਧਾਨ ਪਰਿਸ਼ਦ। ਇਸ ਤਰ੍ਹਾਂ ਬਾਈ ਕੈਮਰਲ ਲੈਜਿਸਲੇਚਰ ਬਣਾਈ ਜਾਂਦੀ ਹੈ। ਐਗਜ਼ੀਕਿਊਟਿਵ ਬੋਡੀ ਸਟੈਬਲਿਸ਼ ਕੀਤੀ ਜਾਂਦੀ ਹੈ, ਜਿਸ ਦੇ ਕਿ 5 ਡਾਇਰੈਕਟਰ ਸੀਗੇ। ਇਸ ਦੇ ਨਾਲ ਹੀ ਇੱਕ ਤਰਫ ਨੈਪੋਲੀਅਨ ਸੀਗਾ, ਜੋ ਇਸ ਮਿਲਟਰੀ ਦਾ ਹੈੱਡ ਸੀ। ਉਹ ਫਰਾਂਸ ਦੀਆਂ ਵਿਕਟਰੀਜ਼ ਨੂੰ ਕੰਟੀਨਿਊ ਰੱਖ ਰਿਹਾ ਸੀ ਇਟਲੀ ਐਂਡ ਆਸਟਰੀਆ ਦੇ ਵਿੱਚ, ਕਿਉਂਕਿ ਇਟਲੀ ਇੱਕ ਤਰਫ ਆਸਟਰੀਆ, ਪ੍ਰੇਸ਼ੀਆ, ਬ੍ਰਿਟੇਨ ਵਗੈਰਾ ਨਾਲ ਇਹਨਾਂ ਨਾਲ ਜੰਗ ਲੜੀ ਜਾ ਰਹੀ ਸੀਗੀ ਫਰਾਂਸ ਦੀ। ਅਤੇ ਨੈਕਸਟ ਆਉਂਦਾ ਹੈ ਦਾ ਕੰਸੋਲੇਟ। ਇਹ ਸ਼ੁਰੂ ਹੁੰਦਾ ਹੈ 1799 ਤੋਂ ਲੈ ਕੇ 1804 ਦੇ ਵਿੱਚ। ਹੁਣ ਜੋ 30 ਸਾਲ ਦਾ ਮਿਲਟਰੀ ਜਨਰਲ ਸੀ ਨੈਪੋਲੀਅਨ ਬੋਨਾਪਾਰਟ, ਉਹ ਆ ਕੇ ਡਾਇਰੈਕਟਰੀ ਨੂੰ ਖ਼ਤਮ ਕਰਦਾ ਹੈ ਅਤੇ ਆਪਣਾ ਇੱਕ ਨਵਾਂ ਗਰੁੱਪ ਬਣਾਉਂਦਾ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕੌਂਸੋਲੇਟ। ਉਹ 3 ਕੌਂਸਲਸ ਨੂੰ ਇਸਟੈਬਲਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਕੀ ਕਹਿੰਦਾ ਹੈ? ਦਾ ਫਸਟ ਕੌਂਸਲ ਆਫ ਫਰਾਂਸ। ਤਾਂ ਕੁਐਸਚਨ ਆਉਂਦਾ ਹੈ ਕਿ ਦਾ ਫਸਟ ਕੌਂਸਲ ਆਫ ਫਰਾਂਸ ਕੌਣ ਸੀ? ਉਹ ਸੀ ਨੈਪੋਲੀਅਨ। ਨੈਕਸਟ ਕੁਐਸਚਨ ਆਉਂਦਾ ਹੈ ਕਿ ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਇੰਪੀਰੀਅਰ ਕਦੋਂ ਘੋਸ਼ਿਤ ਕੀਤਾ? ਇਹ ਇਸ ਨੇ ਕੀਤਾ 1804 ਦੇ ਵਿੱਚ। ਤਾਂ ਆਖਿਰਕਾਰ 1804 ਦੇ ਵਿੱਚ ਜਾ ਕੇ ਜੋ ਨੈਪੋਲੀਅਨ ਹੈ ਆਪਦੇ ਆਪ ਨੂੰ ਇੰਪੀਰੀਅਰ ਘੋਸ਼ਿਤ ਕਰ ਲੈਂਦਾ ਹੈ। ਮਤਲਬ ਕਿ ਸਾਰੀ ਪਾਵਰ ਕਿਸ ਦੇ ਹੱਥ ਵਿੱਚ ਚਲੀ ਜਾਂਦੀ ਹੈ? ਨੈਪੋਲੀਅਨ ਦੇ ਹੱਥ ਵਿੱਚ ਚਲੀ ਜਾਂਦੀ ਹੈ। ਤੁਹਾਨੂੰ ਯਾਦ ਹੋਊਗਾ ਕਿ ਆਪਣੇ ਲਾਸਟ ਲੈਕਚਰ ਦੇ ਵਿੱਚ ਇੱਕ ਚੀਜ਼ ਪੜ੍ਹੀ ਸੀ ਕਿ ਫਰੈਂਚ ਰੈਵੋਲੂਸ਼ਨ ਕਿਸ ਤਰ੍ਹਾਂ ਦੀ ਰੈਵੋਲੂਸ਼ਨ ਸੀ? 360 ਡਿਗਰੀ ਦੇ ਵਿੱਚ ਕੰਮ ਕਰਨ ਵਾਲੇ। ਦੇਖੋ, ਹੁਣ ਇਹ ਸਾਰੀਆਂ ਘਟਨਾਵਾਂ ਦੇ ਨਾਲ ਤੁਹਾਨੂੰ ਸਮਝ ਆਇਆ ਹੋਊਗਾ ਕਿ ਜਦੋਂ ਸਭ ਤੋਂ ਪਹਿਲਾਂ ਕੀ ਆਵਾਜ਼ ਚੱਲੀ ਕਿ ਜੋ ਐਬਸੋਲਿਊਟ ਮਨਾਰਚੀ ਸੀ, ਮਤਲਬ ਕਿ ਜੋ ਇੱਕ ਪਰਸਨ ਦੇ ਹੱਥ ਪਾਵਰ ਸੀ, ਉਸ ਨੂੰ ਖ਼ਤਮ ਕਰਕੇ ਫਰਾਂਸ ਨੂੰ
ਰਿਪਬਲਿਕ ਬਣਾਇਆ ਜਾਵੇ ਜਾਂ ਫਿਰ ਕਨਸਟੀਟਿਊਸ਼ਨਲ ਮੋਨਾਰਚੀ ਬਣਾਈ ਜਾਵੇ, ਫਿਰ ਰਿਪਬਲਿਕ ਬਣਾਇਆ ਜਾਵੇ। ਬਟ ਆਖਿਰ ਤੋਂ ਬਾਅਦ ਐਬਸੋਲੂਟ ਮੋਨਾਰਚੀ ਖਤਮ ਹੋਈ, ਕਨਸਟੀਟਿਊਸ਼ਨਲ ਮੋਨਾਰਚੀ ਆ ਗਈ। ਕਨਸਟੀਟਿਊਸ਼ਨਲ ਮੋਨਾਰਚੀ ਖਤਮ ਹੋਈ ਤਾਂ ਫਿਰ ਰਿਪਬਲਿਕ ਬਣਿਆ ਫਰਾਂਸ। ਰਿਪਬਲਿਕ ਤੋਂ ਬਾਅਦ ਫਿਰ ਇੱਕ ਕਲੱਬ ਦੇ ਹੱਥ ਚਲਿਆ ਗਿਆ, ਫਿਰ ਅਗਲੇ ਕਲੱਬ ਦੇ ਹੱਥ ਪਾਵਰ ਗਈ। ਆਖਿਰ ਵਿੱਚ ਜਾਂਦੇ ਜਾਂਦੇ ਸਾਰੀ ਪਾਵਰ ਕਿਸ ਦੇ ਹੱਥ ਆ ਗਈ? ਨੈਪੋਲੀਅਨ। ਮਤਲਬ ਕਿ ਇੱਕ ਪਰਸਨ ਤੋਂ ਪਾਵਰ ਖੋਈ ਗਈ ਤੇ ਸਾਰੀ ਘਟਨਾ ਘੁੰਮ ਕੇ ਕਿਸੇ ਕੋਲ ਆ ਗਈ, ਪਾਵਰ ਫਿਰ ਤੋਂ ਇੱਕ ਪਰਸਨ ਦੇ ਕੋਲ ਹੀ ਚਲੀ ਗਈ। ਇਸ ਕਾਰਨ ਹੀ ਇਸ ਨੂੰ ਕੀ ਕਿਹਾ ਜਾਂਦਾ ਹੈ? 360 ਦੀ ਡਿਗਰੀ ਦੀ ਰੈਵੋਲੂਸ਼ਨ ਕਿਹਾ ਜਾਂਦਾ ਹੈ, ਫ੍ਰੈਂਚ ਰੈਵੋਲੂਸ਼ਨ ਨੂੰ। ਹੁਣ ਕੁਐਸਚਨ ਇੱਕ ਅਰਾਈਜ਼ ਹੁੰਦਾ ਕਿ ਡਿਡ ਦਾ ਰੈਵੋਲੂਸ਼ਨ ਚੇਂਜ ਮੱਚ, ਕਿ ਫ੍ਰੈਂਚ ਰੈਵੋਲੂਸ਼ਨ ਦੇ ਨਾਲ ਸੱਚਮੁੱਚ ਬਹੁਤ ਸਾਰੀਆਂ ਚੇਂਜਿਸ ਆਈਆਂ ਸੀ। ਜੋ ਚੇਂਜਿਸ ਆਈਆਂ ਸੀ ਉਹ ਆਪਾਂ ਦੇਖਦੇ ਹਾਂ। ਇਸ ਦੇ ਨਾਲ ਜੋ ਐਬਸੋਲੂਟ ਮੋਨਾਰਚੀ ਸੀ ਉਹ ਚੇਂਜ ਹੋ ਗਈ ਮਿਲਟਰੀ ਡਿਕਟੇਟਰਸ਼ਿਪ ਦੇ ਨਾਲ। ਮਤਲਬ ਕਿ ਪਾਵਰ ਇੱਕ ਦੇ ਹੱਥ ਸੀ, ਫਿਰ ਤੋਂ ਇੱਕ ਦੇ ਹੱਥ ਚਲੀ ਗਈ। ਜੋ ਚੀਜ਼ ਪਹਿਲਾਂ ਬੰਦ ਕੀਤੀ ਗਈ, ਸਾਰੀ ਪਾਵਰ ਚਰਚਿਜ਼ ਹੱਥ ਸੀਗੀ ਫਸਟ ਸਟੇਟ ਦੇ ਵਿੱਚ, ਚਰਚਿਜ਼ ਬੰਦ ਕੀਤੀਆਂ ਗਈਆਂ। ਨੈਪੋਲੀਅਨ ਨੇ ਉਸ ਨੂੰ ਫਿਰ ਤੋਂ ਸਟਾਰਟ ਕਰ ਦਿੱਤਾ। ਜੋ ਨੋਬਲਸ, ਜੋ ਜਗੀਰਦਾਰ ਫਰਾਂਸ ਤੋਂ ਭੱਜ ਕੇ ਹੋਰ ਦੇਸ਼ਾਂ ਵਿੱਚ ਗਏ ਸੀ, ਉਹ ਵਾਪਸ ਫਰਾਂਸ ਦੇ ਵਿੱਚ ਆ ਗਏ ਜਦੋਂ ਨੈਪੋਲੀਅਨ ਪਾਵਰ ਦੇ ਵਿੱਚ ਆਇਆ। ਜੋ ਬੋਰਬੋਨ ਮੋਨਾਰਚੀ ਸੀ ਉਹ ਫਿਰ ਤੋਂ ਰੀਸਟੋਰ ਹੋ ਗਈ 1815 ਦੇ ਵਿੱਚ। ਅਤੇ ਜੋ ਕੰਡੀਸ਼ਨਸ ਸੀਗੀਆਂ ਵੂਮੈਨ ਐਂਡ ਸਲੇਵਸ ਦੀਆਂ, ਉਹ ਪਹਿਲਾਂ ਵੀ ਬਦਤਰ ਸੀਗੀਆਂ ਅਤੇ ਹੁਣ ਵੀ ਬਦਤਰ ਸੀਗੀਆਂ। ਅਤੇ ਜੋ ਫਾਰਮਰਸ ਐਂਡ ਵਰਕਰਸ, ਜੋ ਕਿਸਾਨ ਅਤੇ ਲੇਬਰਰ ਸੀਗੇ, ਉਹਨਾਂ ਦੀਆਂ ਕੰਡੀਸ਼ਨ ਦੇ ਵਿੱਚ ਵੀ ਕੋਈ ਖਾਸ ਚੇਂਜ ਨਹੀਂ ਆਇਆ। ਮਤਲਬ ਕਿ ਇੰਨੀ ਵੱਡੀ ਘਟਨਾ ਹੋਈ, ਇੰਨੀ ਵੱਡੀ ਕ੍ਰਾਂਤੀ ਚੱਲੀ, ਬਟ ਮਿਲਿਆ ਕੁਛ ਵੀ ਨਹੀਂ। ਪਾਵਰ ਇੱਕ ਦੇ ਹੱਥ ਸੀ, ਫਿਰ ਤੋਂ ਇੱਕ ਦੇ ਹੱਥ। ਜੋ ਚੀਜ਼ਾਂ ਬੰਦ ਕਰਵਾਈਆਂ ਗਈਆਂ ਉਹ ਫਿਰ ਤੋਂ ਸਟਾਰਟ ਹੋ ਗਈਆਂ। ਜੋ ਡੈਂਸਿਟੀਜ਼ ਸੀਗੀਆਂ ਫਿਰ ਤੋਂ ਵਾਪਸ ਆ ਗਈਆਂ। ਤਾਂ ਜੋ ਮੇਨ ਕੰਮ ਕਰਨਾ ਚਾਹੀਦਾ ਸੀ ਵੂਮੈਨਸ ਐਂਡ ਸਲੇਵਸ ਦੇ ਲਈ, ਫਾਰਮਰਸ ਐਂਡ ਲੇਬਰਰਸ ਦੇ ਲਈ, ਉਹ ਨਹੀਂ ਹੋਇਆ। ਉਹ ਕੰਡੀਸ਼ਨਸ ਉਹਨਾਂ ਦੀਆਂ ਫਿਰ ਵੀ ਸੇਮ ਚੱਲਦੀਆਂ ਰਹੀਆਂ। ਨੈਕਸਟ ਹੁੰਦਾ ਹੈ ਲੈਗਸੀ ਆਫ ਫ੍ਰੈਂਚ ਰੈਵੋਲੂਸ਼ਨ। ਫ੍ਰੈਂਚ ਰੈਵੋਲੂਸ਼ਨ ਦਾ ਕੀ ਇੰਪੈਕਟ ਪਏ। ਇਸ ਦੇ ਵਿੱਚ ਫਸਟ ਟਾਈਮ ਜੋ ਕਨਸਟੀਟਿਊਸ਼ਨਲ ਮੋਨਾਰਚੀ ਬਣੀ, ਮਤਲਬ ਕਿ ਜੋ ਕਿੰਗਸ ਦੀ ਪਾਵਰ ਲਿਮਟਿਡ ਕੀਤੀ ਗਈ। ਜੋ ਪਾਵਰ ਆਫ ਨੋਬਿਲਟੀ ਸੀ, ਜੋ ਜਗੀਰਦਾਰ ਵਗੈਰਾ ਸੀ, ਉਹਨਾਂ ਦੀਆਂ ਪਾਵਰਸ ਹਮੇਸ਼ਾ ਦੇ ਲਈ ਖਤਮ ਕਰ ਦਿੱਤੀਆਂ ਗਈਆਂ ਸੀ। ਜੋ ਚਰਚ ਦੀ ਪਾਵਰ ਸੀਗੀ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ ਅਤੇ ਇੱਕ ਰਿਲੀਜੀਅਸ ਟੋਲਰੈਂਸ ਦਾ ਈਰਾ ਚੱਲਿਆ ਸੀ। ਜੋ ਪਾਵਰ ਸੀਗੀਆਂ ਉਹ ਨੋਬਿਲਟੀਜ਼ ਤੋਂ ਟਰਾਂਸਫਰ ਹੋ ਕੇ ਆਮ ਲੋਕਾਂ ਦੇ ਹੱਥ ਚਲੀਆਂ ਗਈਆਂ। ਫੋਰ ਐਗਜ਼ਾਮਪਲ ਸਪੈਸ਼ਲੀ ਬੋਰਗਿਓਜ਼ਿਸ, ਮਤਲਬ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਐਜੂਕੇਟਡ ਮਿਡਲ ਕਲਾਸ, ਇਹਨਾਂ ਦੇ ਹੱਥ ਇਹ ਪਾਵਰ ਚਲੀਆਂ ਗਈਆਂ ਸੀਗੀਆਂ। ਜੋ ਆਈਡੀਆ ਸੀ, ਆਈਡੀਆ ਆਫ ਰਾਈਟ ਆਫ ਮੈਨ ਵਰ ਲੌਂਗ ਲਾਸਟਿੰਗ। ਜੋ ਕਿ ਆਈਡੀਆਜ਼ ਬਣਾਏ ਗਏ, ਜੋ ਰਾਈਟਸ ਵਗੈਰਾ ਦੇ ਰਿਲੇਟਡ ਆਈਡੀਆਜ਼ ਬਣਾਏ ਗਏ, ਉਹ ਬਹੁਤ ਲੰਬੇ ਸਮੇਂ ਤੱਕ ਚੱਲੇ ਅਤੇ ਹੋਰ ਦੇਸ਼ਾਂ ਤੱਕ ਵੀ ਪਹੁੰਚੇ। ਲਾਜ਼ ਅਪਲਾਈ ਕੀਤੇ ਗਏ ਕਿ ਸਾਰੇ ਇਕੁਅਲ ਨੇ ਅਤੇ ਐਵਰੀਵਨ ਦੇ ਲਈ, ਕਿਵੇਂ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਦਾ ਹੋ ਗਿਆ। ਰਾਈਟਸ ਆਫ ਹਿਊਮੈਨਿਟੇਰੀਅਨ, ਮਤਲਬ ਕਿ ਮਾਨਵਤਾ ਨੂੰ ਸਹੀ ਕਰਨ ਦੇ ਲਈ, ਜੋ ਇਨਸਾਨ ਦੁੱਖ ਵਗੈਰਾ ਦੇ ਵਿੱਚ ਸੀ, ਜੋ ਗਰੀਬ ਸੀ ਜਾਂ ਕੁਛ ਹੋਰ ਤਰੀਕੇ ਨਾਲ, ਉਹਨਾਂ ਦੇ ਸੁਧਾਰ ਕਰਨ ਦੇ ਲਈ ਬਹੁਤ ਸਾਰੀਆਂ ਮੂਵਮੈਂਟਸ ਚੱਲੀਆਂ। ਇਸ ਤੋਂ ਬਾਅਦ ਜੋ ਨੈਸ਼ਨਲਿਜ਼ਮ, ਜੋ ਰਾਸ਼ਟਰੀਕਰਨ ਦੀ ਇੱਕ ਸਪਰੈਡ ਸੀਗਾ, ਇੱਕ ਰਾਸ਼ਟਰੀਕਰਨ ਦੀ ਸੋਚ ਸੀਗੀ, ਉਹ ਸਾਰੇ ਯੂਰਪ ਦੇ ਵਿੱਚ ਫੈਲ ਚੁੱਕੀ ਸੀ। ਇਸ ਤੋਂ ਬਾਅਦ ਜੋ ਵੂਮੈਨ ਸੀਗੀਆਂ ਉਹ ਐਜੂਕੇਸ਼ਨ ਸਟਾਰਟ ਹੋਈ। ਮੈਰਿਜਿਸ ਵਗੈਰਾ, ਜੋ ਚਾਈਲਡ ਮੈਰਿਜ ਵਗੈਰਾ ਹੋਰ ਵਗੈਰਾ ਸੀ, ਉਹਨਾਂ ਨੂੰ ਰੋਕਿਆ ਗਿਆ। ਨਵੇਂ ਬਿਜ਼ਨਸ ਸਟਾਰਟ ਕਰਨ ਲਈ, ਨਵੇਂ ਵਪਾਰ ਸਟਾਰਟ ਕਰਨ ਲਈ ਰਾਹ ਖੁੱਲ੍ਹ ਗਏ ਸੀਗੇ ਫ੍ਰੈਂਚ ਰੈਵੋਲੂਸ਼ਨ ਤੋਂ ਬਾਅਦ। ਇਸ ਤਰ੍ਹਾਂ ਨਾਲ ਫ੍ਰੈਂਚ ਰੈਵੋਲੂਸ਼ਨ ਨੇ ਕੁਛ ਇੰਪੈਕਟ ਪਾਏ ਵੀ, ਜੋ ਕਿ ਆਲ ਓਵਰ ਵਰਲਡ ਦੇ ਉੱਪਰ ਪਏ, ਪਰ ਕਿਤੇ ਨਾ ਕਿਤੇ ਜਾ ਕੇ ਉਹ ਉਹੀ ਚੀਜ਼ਾਂ ਵਿੱਚ ਫਿਰ ਵੀ ਫਸ ਕੇ ਰਹਿ ਗਏ ਜਿੱਥੋਂ ਉਹ ਸ਼ੁਰੂ ਹੋਏ ਸੀਗੇ। ਆਈ ਹੋਪ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਅਗਰ ਤੁਹਾਨੂੰ ਇਹ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਿਓ, ਕਮੈਂਟ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਅਗਰ ਤੁਸੀਂ ਸਾਡੇ ਚੈਨਲ ਉੱਪਰ ਨਿਊ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਨੂੰ ਨੈਕਸਟ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੀ ਕੁਝ ਇੰਟਰਸਟਿੰਗ ਜੋ ਲੈਕਚਰਸ ਨੇ ਅਸੀਂ ਲੈ ਕੇ ਆਵਾਂਗੇ। ਅਤੇ ਤੁਹਾਡੇ ਫਿਊਚਰ ਦੇ ਲਈ ਬੈਸਟ ਆਫ ਲੱਕ।